वर्ल्ड टीवी देखने वाले सारे दर्शकों का बहुत बहुत स्वागत है प्रोग्राम न्यूज़ एंड व्यूज़ विच मैं हाँ तरनजीत कौर घुम्मन हासिल लैके जी तुहाडा अपना प्रोग्राम हुण तक की कुछ वापरिया देश ते दुनिया दे विच देवांगे वो सारी अपडेट ते नाल दी नाल जेकर तुहाडा भी किसी न्यूज़ के उत्ते तुसीं कोई विचार देना चाहुंदे हो कोई खबर है जो साडे नाल सांझी करना चाहुंदे हो या फिर तुसीं साडे किसी खबर के उत्ते अपने कोई व्यूज़ देना चाहुंदे हो सो तुसीं हेठ लिखे नंबर्स के उत्ते लाइव प्रोग्राम विच कॉल करके अपने विचार सांझे कर सकते हो। प्रोग्राम की शुरुआत में सब तो पहला जोड़ लेने जी मेरे सहयोगी मरगिंद नाची नो जिन्हां तो बिना प्रोग्राम अधूरा है। बहुत बहुत स्वागत है सर। तरन गल है अधूरा पूरा अपने दोनों बिना जी क्योंकि द वे इट वर्क्स इट्स अ टीम वर्क तुसीं बहुत कोशिश करते हो जी बहुत मेहनत करते हो मेरे ਵੱਲੋਂ ਤੁਹਾਨੂੰ सारे दर्शकों ਨੂੰ अपने सत श्री अकाल आदाब नमस्कार जी। की हाल चाल सर अज तो तुसीं सवेर दा मींह पाई जा रहे हो तरन नाले तुसीं कहने मींह चाहिदा हुण जदों मैं मींह पाउण लगे ते तुसीं कहने हुण मींह नहीं चाहिदा एक गल ते पक्के रहा अज जी सवेर दा जिहड़े साडे इत्थे नहीं रहिंदे बहुत मींह पै रहा जी कल रात दा पै रहा एक्चुअली पूरी कसर कड्ढी पई है जी मींह ने अज जाणदी जिवें अपने भादों ਵਿੱਚ ਆਉਂਦਾ ਨਾ ਪੂਰੇ ਛਰਾਟੇ ਆਉਂਦੇ ਹੁੰਦੇ ਆ ਉਹ ਜ਼ੋਰ ਨਾਲ ਹਟ ਕੇ ਆ ਰਿਹਾ ਜੀ ਫਿਰ ਗੁੰਮ ਵੀ ਹੋ ਜਾਂਦਾ ਫਿਰ ਮੀਂਹ ਆ ਰਿਹਾ ਕੁਝ ਐਸਾ ਮੌਸਮ ਹੈ ਜੀ ਇਸ ਵੇਲੇ ਸਾਡੇ। ਬਿਲਕੁਲ ਜੀ ਤੇ ਸਰ ਖਬਰਾਂ ਦੀ ਸ਼ੁਰੂਆਤ ਕਰੀਏ ਅੱਜ ਕਾਫੀ ਖਬਰਾਂ ਨੇ ਜਿਹੜੀਆਂ ਡਿਸਕਸ ਕਰਨ ਵਾਲੀਆਂ ਨੇ ਸੋ ਆਪਣੇ ਦਰਸ਼ਕਾਂ ਨੂੰ ਦੱਸਦੀ ਜਿਹੜੀ ਪਹਿਲੀ ਖਬਰ ਤੋਂ ਸ਼ੁਰੂਆਤ ਹੈ यूएस तो खबर आई है जी मिस्टर प्रेसिडेंट डोनाल्ड ट्रंप ने एक नवा फरमान जरा जारी किया है ਜਿਹੜੇ ਵੀ इस वक्त H1B वीजा धारक साडा प्रोग्राम देख रहे ने ते खास तौर ते भारत या फिर दुनिया के बाकी मुल्कों में बैठे प्रोग्राम देख रहे ने H1B वीजा ਨੂੰ ਲੈ ਕੇ कुछ उम्मीदां लगाई बैठे सन यूएस आउण दे लई उन्हां ਨੂੰ ਦੱਸ ਦਈਏ कि इस वक्त मिस्टर ट्रंप ਦੇ ਵੱਲੋਂ एक नवा फरमान H1B वीजा ਨੂੰ ਲੈ ਕੇ जारी किया गया जिहदे नाल खास तौर ते भारती क्योंकि मोस्टली IT प्रोफैशनल्स ਜਿਹੜੇ ਲੋਕ ਨੇ ਉਹ ਭਾਰਤ ਤੋਂ ਹੀ ਜ਼ਿਆਦਾ यूएस ਨੂੰ ਜਿਹੜਾ रुख करते हैं सो भारती ਜਿਹੜੇ इस वक्त H1B वीजा धारक ने उन्हां ते काफी असर पै सकता सर की है नवा फरमान तरन ਜਿਹੜੇ ਨਹੀਂ ਜਾਣਦੇ H1B ਵੀਜ਼ਾ ਇਸ ਨਾਨ ਇਮੀਗ੍ਰੈਂਟ ਵੀਜ਼ਾ ਜੀ ਸਿਰਫ ਕੰਮ ਵਾਸਤੇ ਮਿਲਦਾ ਜੀ ਔਰ ਤੇ ਇਹਦੇ ਤੇ ਜਿਵੇਂ ਤੁਸੀਂ ਗੱਲ ਕੀਤੀ ਆਪਣੇ ਇੰਡੀਆ ਦੇ ਤੋਂ ਬਹੁਤ ਲੋਕ ਆਉਂਦੇ ਨੇ ਚਾਈਨਾ ਚ ਬੜੇ ਲੋਕ ਆਉਂਦੇ ਨੇ ਟੈਕਨੀਕਲੀ ਜਿਹੜੇ ਲੋਕਾਂ ਨੇ ਮਦਦ ਕਰਨੀ ਹੁੰਦੀ ਹੈ ਇੱਥੋਂ ਦੀਆਂ ਕੰਪਨੀਆਂ ਦੀ ਫਰਮਾਨ ਇਹ ਜਾਰੀ ਹੋਇਆ ਜੀ ਕਿ ਉਹ ਤੇ ਬੈਨ ਲਾਤਾ ਜੀ ਜਿਹੜੇ ਵੀ ਹੁਣ ਕੋਈ ਆਉਣਾ ਚਾਹੁੰਦੇ ਸੀਗੇ ਕਿਉਂਕਿ ਇਟਸ ਇਲੈਕਸ਼ਨ ਈਅਰ ਇਲੈਕਸ਼ਨ ਆ ਰਹੀ ਹੈ ਤੇ ਜਿਹੜਾ ਟਰੰਪ ਸਾਹਿਬ ਦੇ ਫਰਮਾਨ ਆ ਰਹੇ ਆ ਉਹ ਇਹ ਹੈ ਵੀ ਜਿਹੜੇ ਲੋਕਲ ਅਮਰੀਕਨਸ ਨੂੰ ਹਾਇਰ ਅਮਰੀਕਨ ਇਹ ਨਾਰਾ ਦੇ ਰਹੇ ਨੇ ਜੀ ਸੋ ਜਿਹੜਾ ਵੀ ਕੋਈ ਬਾਹਰੋਂ ਇੱਥੇ ਦੀਆਂ ਕੰਪਨੀ 'ਚ ਕੰਮ ਕਰਨਾ ਹੁੰਦਾ ਸੀਗਾ ਉਹਨਾਂ ਵਾਸਤੇ ਜੀ ਇਹ ਮੁਸ਼ਕਲ ਖੜੀ ਹੋ ਗਈ ਹੈ ਜੀ ਤੇ ਔਰ ਮੈਨੂੰ ਨਹੀਂ ਲੱਗਦਾ ਕਿ ਇਹ ਨਵੰਬਰ ਤੋਂ ਪਹਿਲਾਂ ਦੁਬਾਰੇ ਇਸ ਫਰਮਾਨ ਦੇ ਵਿੱਚ ਕੋਈ ਚੇਂਜ ਆਵੇਗੀ ਈਵਨ ਇੱਕ ਐਸੀ ਕੰਪਨੀਆਂ ਨੇ ਜਿਹੜੀਆਂ ਤਰਨ ਜਿਹੜੀਆਂ ਹਾਇਰ ਕਰਦੀਆਂ ਨੇ ਇੱਕ ਟੈਨਸੀ ਵੈਲੀ ਅਥਾਰਟੀ ਹੈਗੀ ਜੀ ਜਿਹੜੀ ਕਿ ਸਰਕਾਰ ਦਾ ਇੱਕ ਅੰਗ ਹੈਗਾ ਉਹਦੀ ਜਿਹੜੀ ਚੇਅਰਪਰਸਨ ਸੀਗੀ ਜੀ CEO ਸੀਗੀ ਉਹਨੇ ਇਹ ਐਲਾਨ ਕਰਤਾ ਵੀ ਅਸੀਂ ਸਾਨੂੰ 200 ਬੰਦਾ ਚਾਹੀਦਾ ਤਕਰੀਬਨ ਅਸੀਂ 200 ਬੰਦਾ ਜ਼ਰੂਰ ਬਾਹਰੋਂ ਮੰਗਵਾਵਾਂਗੇ ਤੇ ਜੀ ਉਹਨੂੰ ਫਾਇਰ ਕਰ ਦਿੱਤਾ ਗਿਆ ਤਾਂ ਔਰ ਉਹਨਾਂ ਦੀ ਗੱਲ ਇਹੀ ਹੈ ਤੇ ਇਹਨਾਂ ਦਾ ਇੱਕ ਸ਼ੋਅ ਹੁੰਦਾ ਸੀਗਾ ਯੂ ਆਰ ਫਾਇਰਡ ਉਸੇ ਬੇਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੋਈ ਇਸ ਚੀਜ਼ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਫਾਇਰਡ ਐਂਡ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਕਿ CEOs ਜਿਹੜੇ ਇੰਨੇ ਹੈਗੇ ਉਹਨਾਂ ਨੂੰ 5 ਲੱਖ ਤੋਂ ਉੱਪਰ ਤਨਖਾਹ ਨਹੀਂ ਮਿਲਣੀ ਚਾਹੀਦੀ ਤਨਖਾਹ ਦੇ ਉੱਤੇ ਵੀ ਇਹਨਾਂ ਨੇ ਹੁਣ ਬੈਨ ਲਾਉਣ ਦੀ ਕੋਸ਼ਿਸ਼ ਕਰ ਰਹੇ ਹੈ ਔਰ ਜਿਹੜੀ ਇਹ ਬੜੀ ਵੱਡੀ ਪ੍ਰੋਬਲਮ ਆਏਗੀ ਜੀ ਜਿਹੜੇ ਸਾਡੇ ਲੋਕ ਖਾਸ ਕਰਕੇ ਇੰਡੀਆ ਤੋਂ ਆਸਾਂ ਲਾਈ ਬੈਠੇ ਸੀਗੇ ਇੱਥੇ ਆਉਂਦੇ ਨੇ ਕੰਮ ਕਰਨ ਵਾਸਤੇ ਆਉਂਦੇ ਤਾਂ ਅਖੀਰ ਹੌਲੀ ਫਿਰ ਇੱਥੋਂ ਦੀ ਸੁਸਾਇਟੀ ਦੇ ਵਿੱਚ ਮਰਜ ਹੋ ਜਾਂਦੇ ਨੇ ਇਮੀਗ੍ਰੇਸ਼ਨ ਮਿਲ ਜਾਂਦੀ ਹੈ ਇੱਥੇ ਆ ਕੇ ਸੈਟਲ ਹੋ ਜਾਂਦੇ ਨੇ ਉਹ ਬਹੁਤ ਵੱਡਾ ਝਟਕਾ ਜੀ ਇਸ ਸਾਡੇ ਜਿਹੜੇ ਇੰਡੀਆ ਤੋਂ ਲੋਕੀ H1B ਵੀਜ਼ਾ ਦੇ ਵਿੱਚ ਆਉਣਾ ਚਾਹੁੰਦੇ ਸੀਗੇ ਜੀ। ਬਿਲਕੁਲ ਖਾਸ ਤੌਰ ਤੇ ਜਿਹੜੀਆਂ ਫੈਡਰਲ ਏਜੰਸੀਜ਼ ਹਾਇਰ ਕਰਦੀਆਂ ਸੀ H1B ਵੀਜ਼ਾ ਪ੍ਰੋਫੈਸ਼ਨਲ ਉਹਨਾਂ ਉੱਤੇ ਸਭ ਤੋਂ ਵੱਧ ਇਸ ਵਕਤ ਤਲਵਾਰ ਲਟਕੀ ਆ ਸਰ ਇਸ ਵਕਤ ਤਨਖਾਹਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਆਬਵੀਅਸ ਹੈ ਕਿ ਜਿੰਨੀ ਕੁਆਲੀਫਿਕੇਸ਼ਨ ਆ ਜਾਂ ਜਿਹੜੀ ਤੁਹਾਡੀ ਪੋਸਟ ਆ ਉਸ ਦੇ ਅਕੋਰਡਿੰਗ ਤੁਹਾਨੂੰ ਤਨਖਾਹ ਮਿਲਣੀ ਹੈ ਤੇ ਦੂਜੇ ਪਾਸੇ ਜੇਕਰ ਉੱਥੇ ਟੈਲੈਂਟ ਨਹੀਂ ਮਿਲਦਾ ਤਾਂ ਕਰਕੇ ਹਾਇਰ ਕੀਤੇ ਜਾਂਦੇ ਨੇ ਜ਼ਿਆਦਾਤਰ ਜਿਹੜੇ ਪ੍ਰੋਫੈਸ਼ਨਲਸ ਨੇ ਇਸ ਦੇ ਬਾਵਜੂਦ ਜਿਹੜਾ ਅਸੀਂ ਦੇਖ ਲਿਆ ਕਿ H1B ਵੀਜ਼ਾ ਦੇ ਉੱਤੇ ਵੱਡੀ ਗਿਣਤੀ ਵਿੱਚ ਉੱਥੇ ਇਮੀਗ੍ਰੈਂਟਸ ਪਹੁੰਚਦੇ ਸੀ ਉੱਥੇ ਵੀਜ਼ਾ ਲੈ ਕੇ ਜਾਂਦੇ ਸੀ ਉੱਥੋਂ ਦੀ ਇਕਨੋਮੀ ਨੂੰ ਵੀ ਬਹੁਤ ਬੂਸਟ ਕਰਦੇ ਸੀ ਅਸੀਂ ਦੇਖਦੇ ਹਾਂ ਕਿ ਉੱਥੋਂ ਦੀ ਵਾਲ ਸਟਰੀਟ ਦੀ ਗੱਲ ਕਰੀਏ ਉੱਥੇ ਦੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅਹੁਦਿਆਂ ਦੇ ਉੱਤੇ ਉੱਚੇ ਅਹੁਦਿਆਂ ਦੇ ਉੱਤੇ IT ਕੰਪਨੀਆਂ ਦੇ ਵਿੱਚ ਭਾਰਤੀ ਵਿਰਾਜਮਾਨ ਰਹੇ ਨੇ। ਤਰਨ ਗੱਲ ਹੈਗੀ ਉਹ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਇਹਨਾਂ ਦੇ ਜਿਹੜੇ ਫੈਸਲੇ ਆ ਇਹ ਤੱਤ ਭੜਤੀ ਵਾਲੇ ਫੈਸਲੇ ਹੁੰਦੇ ਆ ਇਹ ਲੌਂਗ ਟਰਮ ਸੋਚ ਤੋਂ ਬਿਨਾਂ ਇਹ ਫੈਸਲੇ ਕਰਦੇ ਨੇ ਇਹਦੇ ਵਿੱਚ ਤੁਸੀਂ ਉਹ ਦੇਖੋ ਜਿਹੜੇ ਜਿਨ੍ਹਾਂ ਨੂੰ ਹੁਣ ਫੋਰਨਰਸ ਕਹਿ ਰਹੇ ਨੇ ਉਹਨਾਂ ਲੋਕਾਂ ਨੇ ਆ ਕੇ US ਦੀ ਇਕਨੋਮੀ ਦੇ ਵਿੱਚ ਇੰਨਾ ਵੱਡਾ ਹਿੱਸਾ ਪਾਇਆ ਮੈਨੂੰ ਇਸ ਗੱਲ ਦਾ ਮਾਣ ਆ ਦੱਸਣ ਵਾਸਤੇ ਕਿ 25 ਤੋਂ 30% ਨਾਸਾ ਦੇ ਜਿਹੜੇ ਆਪਣੇ ਸਾਇੰਟਿਸਟ ਨੇ ਦੇ ਆਰ ਬੋਰਨ ਇਨ ਇੰਡੀਆ एड्डी वड्डी गल असीं इन्नी वड्डी कंट्रीब्यूशन दिंदे आ ते ठीक है इन्हां कोले साइंटिस्ट हैगे ने सब कुछ हैगा
ਪਰ ਸਾਡੇ ਕਿਉਂ ਆਉਂਦੇ ਨੇ? ਕਿਉਂਕਿ ਇਹਨਾਂ ਨੂੰ ਜ਼ਰੂਰਤ ਹੈਗੀ ਆ, ਉਹਨਾਂ 'ਚ ਇਹਨਾਂ ਕੋਲੇ ਉਹ ਸਾਰੀਆਂ ਪੂਰੀਆਂ ਹੀ ਨਹੀਂ ਹੁੰਦੀਆਂ। ਸਾਡੇ ਇੰਡੀਆ 'ਚ ਡਾਕਟਰਸ ਕਿੰਨੇ ਨੇ? ਇੰਡੀਅਨ ਡਾਕਟਰਸ ਬਹੁਤ ਵੱਡੀ ਪਰਸੈਂਟੇਜ ਕਹਿਣਾ ਨਹੀਂ, ਮੈਂ ਨੰਬਰ ਨਹੀਂ ਕਹਿ ਰਿਹਾ, ਬੜੀ ਵੱਡੀ ਪਰਸੈਂਟੇਜ ਹੈ ਡਾਕਟਰਸ ਦੀ ਜਿਹੜੇ ਇੰਡੀਆ 'ਚ ਬੋਰਨ ਹੋਏ ਨੇ ਤੇ ਇਸ ਵੇਲੇ US ਵਿੱਚ ਪ੍ਰੈਕਟਿਸ ਕਰ ਰਹੇ ਨੇ। ਜ਼ਰੂਰਤ ਹੈ ਇਸ ਕੰਟਰੀ ਨੂੰ, ਇੰਨੀ ਆਬਾਦੀ ਤੀਸਰੇ ਨੰਬਰ 'ਤੇ ਹੈ ਦੁਨੀਆ ਦੇ ਵਿੱਚ, ਬਹੁਤ ਜ਼ਰੂਰਤ ਹੈ। ਜ਼ਰੂਰੀ ਨਹੀਂ ਹੈ ਕਿ ਇੱਥੋਂ ਜਿਹੜੇ ਸਾਰੇ ਲੋਕ ਨੇ ਉਹ ਪੜ੍ਹੇ ਲਿਖੇ ਹੀ ਹੋਣਗੇ, ਇੰਨਾ ਪੜ੍ਹ ਜਾਣਗੇ ਕਿ ਉਹਨਾਂ ਸਾਰੀਆਂ ਥਾਵਾਂ ਨੂੰ ਪੂਰੀਆਂ ਕਰ ਸਕਣ। ਉਹਨਾਂ ਦੀ ਲੋੜ ਹੈ। ਔਰ ਟਰੰਪ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਇਹ ਤਰੱਕੀ ਦੇ ਵਿੱਚ ਜ਼ਰੂਰ ਇੱਕ ਬ੍ਰੇਕ ਲੈ ਕੇ ਆਵੇਗਾ ਇਸ ਦੇਸ਼ ਵਾਸਤੇ, ਜੇ ਸਿਰਫ ਇਕੱਲਾ ਅਮਰੀਕਨ ਦੀ ਜਿਹੜੀ ਇਹਨਾਂ ਨੇ ਰੱਟ ਲਾਈ ਹੋਈ ਹੈ ਉਹਦੇ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਇੱਕ ਬਹੁਤੀ ਵਧੀਆ ਗੱਲ ਆ। ਹਾਂ, ਪਰ ਇਹਨਾਂ ਨੇ ਆਪਦੀ ਰੱਟ ਲਾਤੀ ਹੈ, ਆਪਦੇ ਬੋਲ ਪਗਾਉਣੇ ਆ, ਪੋਲੀਟਿਕਸ ਆ ਰਹੀ ਹੈ, ਉਹਦੇ ਨਾਲ ਨੁਕਸਾਨ ਜਿਹੜੇ ਇੱਥੇ ਆਉਣ ਵਾਲੇ ਲੋਕ ਸੀਗੇ ਉਹਨਾਂ ਦਾ ਬਹੁਤ ਜ਼ਿਆਦਾ ਹੋ ਜਾਏਗਾ। ਬਿਲਕੁਲ ਸਰ, ਨਾਲ ਦੇ ਨਾਲ ਦੇਖੀਏ ਕਿ ਇਲੈਕਸ਼ਨ ਜਿਹੜੀ ਆ ਸਾਹਮਣੇ ਆ ਰਹੀ ਹੈ ਨਵੰਬਰ ਦੇ ਵਿੱਚ। ਇਸ ਵਕਤ ਕਰੋਨਾ ਵਾਇਰਸ ਦੇ ਕਰਕੇ ਮਿਸਟਰ ਟਰੰਪ ਦੀ ਸਾਖ ਦੇ ਉੱਤੇ ਜਿੰਨਾ ਇਸ ਵਕਤ ਪ੍ਰਭਾਵ ਪਿਆ, ਬਹੁਤ ਜ਼ਿਆਦਾ ਉਹਨਾਂ ਦੀ ਇਮੇਜ ਜਿਹੜੀ ਡਾਊਨ ਹੋਈ ਆ। ਹੁਣ ਐਵੇਂ ਦੀਆਂ ਪਾਲਿਸੀਜ਼ ਅਪਣਾ ਕੇ ਉਹ ਜਿਹੜੇ ਐਂਟੀ ਇਮੀਗ੍ਰੈਂਟਸ ਨੇ ਜਿਹੜੇ ਉਹਨਾਂ ਨੂੰ ਲੈ ਕੇ ਥੋੜਾ ਬਹੁਤ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰਨਗੇ ਕਿ ਐਵੇਂ ਦੇ ਫਰਮਾਨ ਜਿਹੜੇ ਜਾਰੀ ਕੀਤੇ ਜਾਣ, ਬਾਏ ਅਮਰੀਕਨ ਹਾਇਰ ਅਮਰੀਕਨ, ਜਿਹੜਾ ਪਿਛਲੀ ਵਾਰੀ ਨਾਰਾ ਦਿੱਤਾ ਸੀ, ਇੱਕ ਵਾਰ ਫਿਰ ਤੋਂ ਇੱਥੇ ਜ਼ੋਰ ਫੜਿਆ ਵਾ ਤਾਂ ਕਿ ਇਸ ਵਾਰ ਫਿਰ ਅਜਿਹਾ ਨਾਰਾ ਲਾ ਕੇ ਇਲੈਕਸ਼ਨਸ ਦੇ ਵਿੱਚ ਆਪਣੀ ਜਿਹੜਾ ਰੁਤਬਾ ਥੋੜਾ ਹੋਰ ਕਾਇਮ ਕਰ ਸਕਣ। ਤਰਨ ਗੱਲ ਹੈ ਕਿ ਇਹ ਜਿਹੜੀ ਕੁਝ ਪੱਕਿਆ ਕਰ ਰਹੇ ਨਾ, ਜਿਹੜਾ ਕੁਝ ਕਰ ਰਹੇ ਨੇ, ਇਹ ਪੱਕੀ ਵੋਟ ਨੂੰ ਫਿਰ ਹੋਰ ਪੱਕਾ ਕਰ ਰਹੇ ਆ, ਇਹ ਕਿਸੇ ਹੋਰ ਨੂੰ ਨਾਲ ਨਹੀਂ ਲਾ ਰਹੇ। ਇਹਨਾਂ ਦੇ ਵਿੱਚ ਇਹ ਮੈਨੂੰ ਨਹੀਂ ਪਤਾ ਕਿਹੜੇ ਹਿਸਾਬ 'ਚ ਇਹਨਾਂ ਦੀ ਪਾਲਿਸੀ ਮੇਕਰਸ ਨੇ, ਜਿਹੜੇ ਨੇ ਸਲਾਹਕਾਰ ਨੇ, ਕਿਹੜੇ ਹਿਸਾਬ 'ਚ ਇਹਨੂੰ ਸਲਾਹ ਦੇ ਰਹੇ। ਜਿਹੜੀ ਵੋਟ ਪੱਕੀ ਉਹ ਤਾਂ ਹੈਗੀ ਆ, ਉਹ ਤਾਂ ਇਹਨਾਂ ਨੂੰ ਪੈਣੀ ਆ। ਜਿਹੜੇ ਹੁਣ ਆਹ ਇਹਦੇ ਉੱਤੇ ਸਾਈਨ ਕੀਤੇ ਆ, ਇਹਦੇ ਨਾਲ ਹੋ ਸਕਦਾ ਵੋਟ ਕੁਝ ਟੁੱਟੇਗੀ। ਜਿਹੜੇ ਕੁਝ ਇਹਨਾਂ ਦੇ ਬਾਨੀ ਝੁਕਦੇ ਸੀਗੇ, ਕਈ ਹੋਰ ਲੋਕ ਸੀਗੇ, ਉਹ ਚਾਹਣਗੇ ਵੀ ਹਾਂ ਮੇਰੀ ਕੰਪਨੀ ਦੇ ਵਿੱਚ ਮੈਂ ਬੰਦੇ ਹਾਇਰ ਕਰਨੇ ਸੀਗੇ, ਮੇਰੇ ਵਾਸਤੇ 10 ਬੰਦੇ ਇੰਡੀਆ 'ਚੋਂ ਆ ਰਹੇ ਹੈਗੇ ਆ, ਹੁਣ ਉਹ ਆ ਨਹੀਂ ਸਕਦੇ। ਮੇਰੇ ਕੋਲ ਇੱਥੋਂ ਦੀ ਲੇਬਰ ਹੈ ਨਹੀਂ, ਜਾਂ ਇੱਥੋਂ ਦਾ ਜਿਹੜਾ ਟੈਕਨੀਕਲ ਉਹਨੇ ਹੈ ਨਹੀਂ ਗੇ ਜਿਹੜੇ ਕਿ ਮੇਰੇ ਕੰਮ ਨੂੰ ਚਲਾ ਸਕਣ। ਕੀ ਮੈਂ ਟਰੰਪ ਸਾਹਿਬ ਦੀ ਹਮਾਇਤ ਕਰਾਂਗਾ? ਆਈ ਡੋਂਟ ਥਿੰਕ ਸੋ। ਇਹ ਟਰੰਪ ਸਾਹਿਬ ਜਿਹੜੀ ਇਹ ਫੈਸਲਾ ਕਰ ਰਿਹਾ, ਮੈਨੂੰ ਇਹ ਦੂਰ ਅੰਦੇਸ਼ੀ ਨਹੀਂ ਹੈ ਜੀ, ਬਸ ਤੱਤ ਪੜਤੀ ਵਾਲਾ ਜੋ ਮੈਂ ਅੱਗੇ ਗੱਲ ਕਹੀ ਸੀ ਉਹ ਫੈਸਲੇ ਨੇ ਜੀ। ਅਗਲੀ ਖਬਰ ਹੈ ਜੀ ਸਾਹਮਣੇ ਆਈ ਹੈ ਲਬਨਾਨ ਤੋਂ, ਅੱਜ ਦੀ ਤਾਜ਼ਾ ਖਬਰ ਹੈ। ਉੱਥੇ ਇੱਕ ਵੇਅਰ ਹਾਊਸ ਦੇ ਵਿੱਚ ਜ਼ਬਰਦਸਤ ਬਲਾਸਟ ਹੋਇਆ, ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕੀ ਜਿੱਥੇ ਜ਼ਖਮੀ ਹੋਏ, ਉੱਥੇ ਕਈਆਂ ਦੀ ਮੌਤ ਵੀ ਹੋਈ ਹੈ। ਸਰ, ਇਹ ਜੀ ਫੁਟੇਜ ਸੀ ਦੇਖ ਕੇ ਇੱਕਦਮ ਸਾਰੀਆਂ ਬਿਲਡਿੰਗਸ ਤਹਿਸ ਨਹਿਸ ਹੋਈਆਂ, ਸ਼ੀਸ਼ੇ ਟੁੱਟ ਗਏ, ਬਾਕੀ ਤੱਕ ਜਿਵੇਂ ਇੱਕ ਤਰ੍ਹਾਂ ਨਾਲ ਭੂਚਾਲ ਆ ਗਿਆ ਹੁੰਦਾ, ਇਸ ਤਰ੍ਹਾਂ ਨਾਲ ਹਿਲ ਚੁੱਕੀਆਂ ਸੀ ਬਾਕੀ ਬਿਲਡਿੰਗਸ ਵੀ। ਕਰਨ ਇਹ ਬੈਰੂਤ ਦਾ ਹਮਰਾ ਏਰੀਆ ਹੈਗਾ, ਜਿਹੜੇ ਇਸ ਏਰੀਆ ਦੇ ਵਿੱਚ ਜਿੱਥੇ ਐਕਸਪਲੋਜਨਸ ਹੋਏ ਨੇ, ਪਹਿਲਾਂ ਛੋਟੇ ਐਕਸਪਲੋਜਨ ਹੋਇਆ, ਬਾਅਦ 'ਚ ਬਹੁਤ ਵੱਡਾ ਐਕਸਪਲੋਜਨ ਹੋਇਆ, ਜਿਹਦੇ ਨਾਲ ਕਿ ਹੁਣ ਤੱਕ ਦੀ ਜਿਹੜੀ ਖਬਰ ਆਈ, ਵੈਸੇ ਮੈਨੂੰ ਲੱਗਦਾ ਮੌਤਾਂ ਇਹ ਤੋਂ ਵੱਧ ਹੋਣਗੀਆਂ, ਪਰਮਾਤਮਾ ਕਰੇ ਸੁੱਖ ਰਹੇ। 73 ਦਾ ਨੰਬਰ ਆ ਚੁੱਕਾ ਜੀ ਹੁਣ ਤੱਕ, ਪਹਿਲਾਂ 20 ਤੋਂ ਸ਼ੁਰੂ ਹੋਇਆ ਸੀਗਾ, ਪਰ ਹੁਣ 73 ਹੈ। ਇਸ ਤੋਂ ਵੱਧ ਪ੍ਰਮਾਤਮਾ ਕਰੇ ਇੰਨਾ ਹੀ ਰਹਿ ਜਾਵੇ, ਪਰ 1000 ਤੋਂ ਉੱਪਰ ਜ਼ਖਮੀ ਹੈ ਜੀ। ਉਸ ਤੋਂ ਤੁਸੀਂ ਦੇਖੋ ਜਿਹੜਾ ਪ੍ਰਾਈਮ ਮਿਨਿਸਟਰ ਦਾ ਬੰਗਲਾ ਹੈਗਾ, ਆਫਿਸਿਸ ਹੈਗੇ ਨੇ, ਉਹ ਤਕਰੀਬਨ 1 ਮੀਲ ਪਰੇ ਆ। ਤਰਨ ਮੈਂ ਉਸ ਦੀਆਂ ਫੋਟੋਆਂ ਦੇਖ ਰਿਹਾ ਸੀ, ਉਹਦੇ ਅੰਦਰ ਜਿਹੜਾ ਸ਼ਟਰ ਹੋਇਆ ਹੋਇਆ ਥੱਲੇ ਡਿੱਗਿਆ ਹੋਇਆ ਹੈ, ਇੰਨਾ ਜ਼ੋਰ ਦੀ ਝਟਕਾ ਵੱਜਿਆ। ਔਰ ਲੋਕ ਕਈ ਜਿਹੜੇ ਉਦੋਂ ਵੀ ਕਿਤੇ ਦੂਰ ਸੀ, ਉਹਨਾਂ ਨੇ ਇਉਂ ਲੱਗਿਆ ਕਿ ਉੱਥੇ ਜਿਵੇਂ ਅਰਥਕੁਏਕ ਆਇਆ ਹੁੰਦਾ, ਭੂਚਾਲ ਆਇਆ ਹੁੰਦਾ। ਇਸ ਦਾ ਵੱਡਾ ਕਿਸੇ ਨੇ ਰਿਸਪੌਂਸਿਬਿਲਿਟੀ ਨਹੀਂ ਲਈ ਹੈਗੀ ਹੈ। ਰਿਸਪੌਂਸਿਬਿਲਿਟੀ ਦਾ ਪਹਿਲਾ ਸ਼ੱਕ ਜਾਂਦੀ ਸੀ ਇਜ਼ਰਾਈਲ ਦੇ ਉੱਤੇ। ਇਜ਼ਰਾਈਲ ਨੇ ਇਸ ਗੱਲ ਨੂੰ ਡਿਨਾਈ ਕੀਤਾ, ਅਸੀਂ ਨਹੀਂ ਕਰ ਰਹੇ, ਅਸੀਂ ਇਹ ਕੰਮ ਨਹੀਂ ਕੀਤਾ। ਇੱਕ ਐਸੇ ਹਫ਼ਤੇ ਵਿੱਚ ਤਰਨ ਹਿਜ਼ਬੁੱਲਾ ਨੇ ਜਿਹੜਾ ਪਹਿਲੇ ਪ੍ਰਾਈਮ ਮਿਨਿਸਟਰ ਸੀਗੇ, ਉਹਦਾ ਕਤਲ ਹੋ ਗਿਆ ਸੀਗਾ, ਉਹਦਾ ਫੈਸਲਾ ਆਉਣਾ ਐਸੇ ਹਫ਼ਤੇ ਦੇ ਵਿੱਚ। ਇਹ ਹਿਜ਼ਬੁੱਲਾ ਨੇ ਵੀ ਹਜੇ ਕੁਝ ਨਹੀਂ ਕਿਹਾ ਜੀ, ਪਰ ਪਤਾ ਨਹੀਂ ਕਈ ਗੱਲਾਂ ਨੇ। ਬੈਰੂਤ ਕਿਸੇ ਵੇਲੇ ਤਰਨ ਇੰਨਾ ਖੂਬਸੂਰਤ ਸ਼ਹਿਰ ਹੁੰਦਾ ਸੀ, ਲੋਕੀ ਉੱਥੇ ਵਿਜ਼ਿਟ ਕਰਨਾ ਚਾਹੁੰਦੇ ਹੁੰਦੇ ਸੀਗੇ। ਲੋਕੀ ਇਹਨੂੰ ਕਹਿੰਦੇ ਸੀ ਇਹ ਮਿਡਲ ਈਸਟ ਦਾ ਪੈਰਿਸ ਹੈ, ਇੰਨਾ ਵਧੀਆ ਸ਼ਹਿਰ ਸੀਗਾ। ਪਰ ਜਿਹੜੀ ਆਪਣੀ ਅੰਦਰੂਨੀ ਲੜਾਈ ਆ, ਆਪਸ ਵਿੱਚ ਲੜਾਈ, ਪਿਛਲੇ ਤਕਰੀਬਨ 30 ਸਾਲਾਂ ਦੇ ਵਿੱਚ ਐਸਾ ਕੁਝ ਹੋਇਆ ਕਿ ਬੈਰੂਤ ਹੁਣ ਦੁਬਾਰੇ ਫੇਰ ਉੱਠਣ ਲੱਗਿਆ ਸੀਗਾ। ਅਜਿਹੀਆਂ ਘਟਨਾਵਾਂ ਫੇਰ ਵਾਪਰਨ ਲੱਗ ਪਈਆਂ ਨੇ, ਔਰ ਬੈਰੂਤ ਦਾ ਨੁਕਸਾਨ ਫੇਰ ਹੋ ਗਿਆ। ਸਰ, ਮੈਂ ਜਿਹੜੀ ਪਹਿਲਾਂ ਲੇਟੈਸਟ ਨਿਊਜ਼ ਪੜ੍ਹੀ ਸੀ, ਜਦੋਂ ਤਾਜ਼ਾ ਇਹ ਹੋਇਆ ਸੀ, ਉਦੋਂ ਸੁਣਨ ਵਿੱਚ ਆਇਆ ਸੀ ਕਿ ਇਹ ਜਿਹੜਾ ਵੇਅਰ ਹਾਊਸ ਦੇ ਵਿੱਚ ਹੋਇਆ ਇਹ ਸਾਰਾ ਧਮਾਕਾ, ਇਹ ਸ਼ਾਇਦ ਪਟਾਕਿਆਂ ਦਾ ਸੀਗਾ। ਇੱਥੇ ਪਟਾਕੇ ਸਟੋਰ ਕੀਤੇ ਹੋਏ ਸੀਗੇ। ਕੀ ਇਹ ਪਟਾਕਿਆਂ ਦੇ ਵਿੱਚ ਹੋਇਆ ਜਾਂ ਫਿਰ ਵਾਕਈ ਇਸ ਦੇ ਵਿੱਚ ਕਿਸੇ ਦਾ ਹੱਥ ਸੀ? ਤਰਨ ਹਜੇ ਤੱਕ ਜਿਹੜੀ ਤੁਸੀਂ ਪਟਾਕਿਆਂ ਵਾਲੀ ਗੱਲ ਕੀਤੀ ਹੈ, ਇਹਦਾ ਕਿਉਂਕਿ ਉਸ ਤੋਂ ਪਹਿਲਾਂ ਕੁਝ ਛੋਟੇ ਵੀ ਧਮਾਕੇ ਹੋਏ ਨੇ। ਧਮਾਕਿਆਂ ਨਾਲ ਹੋ ਸਕਦਾ ਕਿਸੇ ਨੇ ਜੇ ਗੱਲ ਕੀਤੀ ਹੋਵੇ ਪਹਿਲੇ ਛੋਟੇ ਧਮਾਕੇ ਹੋਣ, ਉਹਦੇ ਕਰਕੇ ਅੱਗੇ ਵੱਡਾ ਧਮਾਕਾ ਹੋ ਗਿਆ ਹੋਵੇ। ਏਡੇ ਦੀ ਵੱਡੀ ਨਾ ਕਿਸੇ ਦੀ ਪਲਾਨ ਹੋਵੇ, ਪਰ ਹੋ ਸਕਦਾ। ਅਜੇ ਤੱਕ
ਪਹਿਲੀਆਂ ਖਬਰਾਂ ਦੇ ਵਿੱਚ ਕਿਸੇ ਨੇ ਇਸ ਦਾ ਅਜੇ ਜ਼ਿੰਮੇਵਾਰੀ ਨਹੀਂ ਲਈ, ਕਿਸੇ ਨੇ ਇਸ ਨੂੰ ਅਜੇ ਇਕੱਲੇ ਇਜ਼ਰਾਈਲ ਤੋਂ ਬਿਨਾਂ ਕਿਸੇ ਨੇ ਡਿਨਾਈ ਨਹੀਂ ਕੀਤਾ ਵੀ ਅਸੀਂ ਇਹ ਨਹੀਂ ਕੀਤਾ ਹੈਗਾ। ਹਾਂ, ਜਿਹੜੀਆਂ ਤੁਸੀਂ ਇਹ ਪਟਾਕਿਆਂ ਵਾਲੀ ਗੱਲ ਕੀਤੀ ਹੈਗੀ, ਇਹਦੇ ਬਾਰੇ ਵੀ ਅਜੇ ਕੋਈ ਕਨਫਰਮੇਸ਼ਨ ਨਹੀਂ ਹੈ। ਅਜੇ ਤਾਂ ਸਰਕਾਰ ਨੂੰ ਕੁਝ ਸਮਝ ਨਹੀਂ ਆ ਰਹੀ ਵੀ ਕੀਤਾ ਕੀ ਜਾਵੇ। ਸ਼ਾਇਦ ਅਗਲੇ 24 ਘੰਟਿਆਂ ਦੇ ਵਿੱਚ ਕੁਝ ਪਤਾ ਲੱਗੇ, ਕੱਲ੍ਹ ਨੂੰ ਆਪਾਂ ਫਿਰ ਅਪਡੇਟ ਕਰ ਦਾਂਗੇ। ਬਿਲਕੁਲ ਜੀ। ਤੇ ਅਗਲੀ ਖਬਰ ਜਿਹੜੀ ਇਸ ਵਕਤ ਸਾਹਮਣੇ ਆ ਰਹੀ ਹੈ ਉਹ ਹੈ ਜੀ ਟਿਕਟੌਕ ਨੂੰ ਲੈ ਕੇ ਮਿਸਟਰ ਟਰੰਪ ਨੇ 45 ਦਿਨ ਦਾ ਸਮਾਂ ਦਿੱਤਾ ਸੀ ਕਿ ਟਿਕਟੌਕ ਨੂੰ ਵੇਚ ਦਿੱਤਾ ਜਾਵੇ, ਕਿਸੇ ਚੀਨੀ ਕੰਪਨੀ ਦੇ ਕੋਲ ਨਾ ਰਵੇ। ਜੇਕਰ ਇਹਦੀ ਜਿਹੜੀ ਆ ਅਥਾਰਟੀ ਆ ਤਾਂ ਇਹ ਬੈਨ ਨਹੀਂ ਕੀਤੀ ਜਾਏਗੀ ਯੂਐਸ ਦੇ ਵਿੱਚ। ਹੁਣ ਇਸ ਨੂੰ ਲੈ ਕੇ ਸਰ ਉਹਨਾਂ ਨੇ ਇੱਕ ਹੋਰ ਨਵਾਂ ਫਰਮਾਨ ਕੱਢਿਆ, ਇੱਕ ਨਵੀਂ ਜਿਹੜੀ ਉਹਨਾਂ ਨੇ ਕਿਹਾ ਕੰਡੀਸ਼ਨ ਰੱਖੀ ਹੈ ਟਿਕਟੌਕ ਨੂੰ ਵੇਚਣ ਦੀ। ਤਰਨ ਕਈ ਵਾਰ ਹਾਸਾ ਆਉਂਦਾ ਵੀ ਜਿਹੜੀ ਇਹ ਗੱਲ ਕੀਤੀ ਆ, ਉਹਨਾਂ ਨੇ ਕਿਹਾ ਵੀ ਜਦੋਂ ਸੌਦਾ ਜੇ ਇਹਨਾਂ ਨੇ ਕਰਨਾ ਵਿੱਚੋਂ ਸਾਡੀ ਸਰਕਾਰ ਕੱਟ ਲਊਗੀ। ਇਹ ਪਹਿਲੀ ਵਾਰੀ ਹੋਣ ਜਾ ਰਿਹਾ ਮੇਰੇ ਖਿਆਲ ਕਿ ਅਜਿਹੀ ਕੋਈ ਗੱਲ ਕੀਤੀ ਹੈ ਸਰਕਾਰ ਵੀ ਦੀ ਕੋਈ ਚੀਜ਼ ਵਿਕ ਰਹੀ ਹੈਗੀ ਹੈ ਤੇ ਉਹਦੇ ਵਿੱਚੋਂ ਸਰਕਾਰ ਕਹਿੰਦੀ ਹੈ ਵੀ ਸਾਨੂੰ, ਔਰ ਜੇ ਇਹ ਕੱਟ ਲੈਣਗੇ ਉਹਦਾ ਅਜੇ ਤੱਕ ਕੋਈ ਪ੍ਰੈਸੀਡੈਂਟ ਨਹੀਂ ਹੈ, ਕੋਈ ਸਿਸਟਮ ਨਹੀਂ ਹੈ, ਇਹ ਨਹੀਂ ਪਤਾ ਕਿਹੜੇ ਹਿਸਾਬ 'ਚ ਕੱਟ ਲਿਆ ਜਾਊਗਾ। ਮੈਨੂੰ ਤਾਂ ਇਉਂ ਲੱਗਦਾ ਵੀ ਇਹ ਇੱਕ ਜੁਮਲਾ ਹੈ ਪੋਲੀਟਿਕਸ ਵਾਲਾ ਕਿ ਅਸੀਂ ਕੋਸ਼ਿਸ਼ ਵੀ ਕੀਤੀ ਹੈ, ਨਾਲ ਦੇਖਿਆ ਟਿਕਟੌਕ ਅਸੀਂ ਬੰਦ ਕਰਾਉਣ ਲੱਗੇ ਸੀ, ਉਹਨਾਂ ਨੇ ਡਰਦਿਆਂ ਨੇ ਉਹਨਾਂ ਤੋਂ ਵਕਵਾਤਾ, ਅਸੀਂ ਵਕਵਾ ਕੇ ਵੀ ਅਮਰੀਕਨਸ ਕੋਲੇ ਆਇਆ ਤੇ ਜਦੋਂ ਸੌਦਾ ਆਇਆ ਤਾਂ ਉਹਦੇ ਵਿੱਚੋਂ ਅਸੀਂ ਕੱਟ ਲੈ ਲਿਆ ਹੈਗਾ। ਮੈਨੂੰ ਤਾਂ ਇਉਂ ਲੱਗਦਾ ਇਹ 'ਚ ਮੈਨੂੰ ਕੋਈ ਬਹੁਤੀ ਤੁੱਕ ਨਹੀਂ ਹੈ ਲੱਗਦੀ। ਜੇ ਕੋਈ ਆਪਣਾ ਦਰਸ਼ਕ ਜਿਹੜੇ ਅਮਰੀਕਨਸ ਹੈਗੇ ਨੇ ਖਾਸ ਕਰਕੇ, ਜਿਹਦੇ ਵਿੱਚ ਉਹ ਕੁਝ ਦੱਸਣਾ ਚਾਹੁੰਦੇ ਸੀ, ਯੂ ਆਰ ਵੈਲਕਮ। ਉਹ ਕਹਿੰਦੇ ਕਿ ਕੱਟ ਉਨੀ ਦੇਰ ਤੱਕ ਲੱਗੇਗਾ ਜੇਕਰ ਕੋਈ ਅਮਰੀਕਨ ਕੰਪਨੀ ਇਸ ਨੂੰ ਬਾਈ ਨਹੀਂ ਕਰਦੀ। ਜੇਕਰ ਅਮਰੀਕਨ ਕੰਪਨੀ ਬਾਈ ਕਰਦੀ ਹੈ ਤਾਂ ਇਸ ਵਿੱਚ ਜ਼ਿਆਦਾ ਪ੍ਰੋਫਿਟ ਹੁੰਦਾ ਹੈ ਕਿਉਂਕਿ ਅਮਰੀਕਾ ਦੇ ਕੋਲ ਇਹ ਇੱਕ ਪਹੁੰਚ ਜਾਏਗੀ ਐਪ ਤੇ ਇੱਕ ਅਮਰੀਕੀ ਕੰਪਨੀ ਜਿਹੜੀ ਆ ਇਸ ਨੂੰ ਆਪਣੇ ਅਧਿਕਾਰ ਦੇ ਵਿੱਚ ਲੈ ਲੇਗੀ। ਸੋ ਇਸ ਗੱਲ ਨੂੰ ਲੈ ਕੇ ਵੀ ਉਹਨਾਂ ਨੇ ਜ਼ੋਰ ਦਿੱਤਾ ਕਿ ਜੇਕਰ ਕੋਈ ਅਮਰੀਕਨ ਕੰਪਨੀ ਟਿਕਟੌਕ ਨੂੰ ਬਾਈ ਕਰਦੀ ਆ ਤਾਂ ਇਹ ਜ਼ਿਆਦਾ ਫਾਇਦੇਮੰਦ ਹੋਏਗਾ, ਖਾਸ ਤੌਰ ਤੇ ਅਮਰੀਕਾ ਦੇ ਲਈ। ਇੱਕ ਤਰ੍ਹਾਂ ਨਾਲ ਸਰ ਕੁਝ ਹੱਦ ਤੱਕ ਉਹ ਵੀ ਠੀਕ ਨੇ ਕਿਉਂਕਿ ਅਸੀਂ ਹਰ ਕੋਈ ਆਪਣੇ ਮੁਲਕ ਦੇ ਵਿੱਚ ਥੋੜੀ ਤਰੱਕੀ ਚਾਹੁੰਦਾ ਆ। ਜੇ ਕੋਈ ਅਮਰੀਕਨ ਕੰਪਨੀ ਇਸ ਨੂੰ ਬਾਈ ਕਰਦੀ ਆ, ਵੀ ਆਲ ਨੋ ਕਿ ਟਿਕਟੌਕ ਜਿਹੜਾ ਕਿੰਨਾ ਵਰਲਡ ਫੇਮਸ ਰਿਹਾ ਵਾ। ਤਰਨ ਇਨਡਾਇਰੈਕਟ ਵੇ ਦੇ ਨਾਲ ਫਾਇਦਾ ਹੋਏਗਾ, ਆਈ ਐਗਰੀ ਵਿਦ ਦੈਟ, ਠੀਕ ਹੈ। ਪਰ ਜਿਹੜੇ ਹਿਸਾਬ 'ਚ ਉਹ ਕਹਿੰਦੇ ਸਾਨੂੰ ਕੱਟ ਮਿਲੂਗਾ, ਸਿੱਧਾ ਮਿਲੇਗਾ, ਜਿਹੜੇ ਹਿਸਾਬ 'ਚ ਲੱਗਦਾ ਕੱਟ ਦੇ ਵਿੱਚ ਹੁੰਦਾ ਵੀ ਤੁਹਾਨੂੰ ਪਰਸੈਂਟੇਜ ਇੰਨੀ ਇਸ ਪਾਸੇ ਜਾਏਗੀ, ਉਹ ਨਹੀਂ ਮੈਨੂੰ ਕੁਝ ਲੱਗਦਾ। ਯੈਸ, ਹਾਂ, ਜਿਵੇਂ ਤੁਸੀਂ ਗੱਲ ਕੀਤੀ ਹੈ ਯੂਐਸ ਦੀ ਕੰਪਨੀ ਹੈ ਤੇ ਯੂਐਸ ਦੇ ਵਿੱਚ ਹੀ ਰਹਿੰਦੀ ਹੈ, ਯੂਐਸ ਨੂੰ ਫਾਇਦਾ, ਉਹਦੇ ਵਿੱਚ ਬਾਹਰਲੀ ਦੁਨੀਆ ਦੇ ਬਹੁਤ ਪਾਰਟਿਸਪੈਂਟਸ ਹੈਗੇ ਨੇ, ਸਾਰੀ ਦੁਨੀਆ ਟਿਕਟੌਕ ਵਰਤਦੀ ਹੈ, ਇਮੈਜਿਨ ਕਰੋ ਉਹਨਾਂ ਨੂੰ ਕਿੰਨਾ ਫਾਇਦਾ ਹੋਏਗਾ ਇਹਦੇ ਨਾਲ। ਬਿਲਕੁਲ ਜੀ। ਅਗਲੀ ਖਬਰ ਹੈ ਜੀ ਸਰ ਚਾਈਨਾ ਤੋਂ ਸਾਹਮਣੇ ਆਈ ਹੈ। ਚਾਈਨੀਜ਼ ਇੱਕ ਸਾਇੰਟਿਸਟ ਹੈ ਜੋ ਕਿ ਮੂਲ ਰੂਪ ਨਾਲ ਹਾਂਗਕਾਂਗ ਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਹ ਭੱਜ ਕੇ ਇਸ ਵਕਤ ਯੂਐਸ ਵਿੱਚ ਪਹੁੰਚ ਚੁੱਕੀ ਹੈ। ਉਹਨੂੰ ਡਰ ਹੈ ਕਿਉਂਕਿ ਉਹਦੇ ਕੋਲ ਕੁਝ ਅਜਿਹੇ ਤੱਥ ਨੇ ਕਰੋਨਾ ਵਾਇਰਸ ਦੀ ਸ਼ੁਰੂਆਤ ਨੂੰ ਲੈ ਕੇ ਕਿ ਉਸ ਨੂੰ ਅਜਿਹੇ ਡਰ ਨੇ ਕਿ ਜੇਕਰ ਉਸਨੇ ਉਹ ਲੀਕ ਕਰ ਦਿੱਤੇ ਜਾਂ ਇਸ ਦੇ ਬਾਰੇ ਕੁਝ ਬੋਲ ਦਿਆ ਤਾਂ ਚਾਈਨੀਜ਼ ਮਿਲਟਰੀ ਜਿਹੜੀ ਆ ਉਸ ਨੂੰ ਗ੍ਰਿਫਤਾਰ ਕਰ ਲੇਗੀ ਤੇ ਰਾਤੋਂ ਰਾਤ ਉਸ ਨੂੰ ਕਿੱਥੇ ਗਾਇਬ ਕਰ ਦੇਗੀ ਪਤਾ ਵੀ ਨਹੀਂ ਲੱਗੇਗਾ। ਸਰ ਇਹ ਜੇ ਕਿਹੜੇ ਤੱਥ ਉਹ ਲਈ ਫਿਰ ਰਹੀ ਹੈ? ਤਰਨ ਇਹ ਨਾ ਜਿਹੜੀਆਂ ਗੱਲਾਂ ਪਹਿਲਾਂ ਖੁਸਰ ਫੁਸਰ ਹੋ ਰਹੀ ਆ, ਕੁਝ ਉਹਨਾਂ ਦੇ ਨਾਲ ਲੱਗਦੀ ਗੱਲ ਹੈਗੀ ਆ, ਪਰ ਇਹ ਸਮਝ ਨਹੀਂ ਆਉਂਦੀ ਵੀ ਕਿੱਥੇ ਕਿਹੜੀ ਹੱਦ ਤੱਕ ਇਹ ਗੱਲ ਠੀਕ ਹੋਏਗੀ। ਇਹ ਹਾਂਗਕਾਂਗ ਦੀ ਲੇਡੀ ਹੈ ਜੀ, ਡਾਕਟਰ ਹੈਗੀ ਆ, ਔਰ ਉਹ ਸ਼ੀ ਫਲੈਡ ਟੂ ਯੂਐਸ ਨਾਓ, ਯੂਐਸ ਦੇ ਵਿੱਚ ਬੈਠੀ ਹੈਗੀ ਜੀ। ਉਹਨੇ ਇਹ ਗੱਲ ਕਹੀ ਹੈ ਕਿ ਜਿਹੜਾ ਕਰੋਨਾ ਵਾਇਰਸ ਹੈਗਾ ਇਹ ਇੱਕ ਮਿਲਟਰੀ ਲੈਬ ਦੀ ਪ੍ਰੋਡਕਟ ਹੈਗੀ ਆ, ਜਿਹਦੇ ਵਿੱਚ ਕਿ ਬੜਾ ਵੱਡਾ ਇਨਕਸ਼ਾਫ ਹੈ। ਤਰਨ ਜਿਹੜੀ ਕੁਝ ਟਰੰਪ ਸਾਹਿਬ ਕਹਿੰਦੇ ਰਹੇ ਸੀਗੇ ਵੀ ਉਹਨਾਂ ਨੇ ਤਿਆਰ ਕੀਤਾ, ਉਹਨਾਂ ਗੱਲਾਂ ਦੀ ਹਾਮੀ ਹੁਣ ਭਰ ਰਿਹਾ ਹੈ, ਇਸ ਗੱਲ ਦੇ ਵਿੱਚ ਹਾਮੀ ਭਰ ਰਹੀ ਹੈ। ਔਰ ਇਸੇ ਕਰਕੇ ਉਹਨੇ ਕਿਹਾ ਕਿ ਮੈਨੂੰ ਹਾਂਗਕਾਂਗ ਦੀ ਜਿਹੜੀ ਚਾਈਨੀਜ਼ ਪੁਲਿਸ ਹੈਗੀ ਹੋ ਸਕਦਾ ਉਹ ਲੱਭਦੀ ਫਿਰਦੀ ਹੋਵੇ, ਕੁਛ ਉਹਦਾ ਨੁਕਸਾਨ ਕਰ ਸਕਦੀ ਹੋਵੇ, ਪਰ ਇਹ ਬੜਾ ਵੱਡਾ ਇਨਕਸ਼ਾਫ ਹੈ। ਤਰਨ ਪਰ ਇੱਕ ਗੱਲ ਜ਼ਰੂਰ ਹੈਗੀ ਆ, ਜੇ ਕਿਸੇ ਲੈਬ ਦੇ ਵਿੱਚ ਇੰਨੀ ਵੱਡੀ ਗੱਲ ਕੀਤੀ ਗਈ ਹੈ ਉਹਦੇ 'ਚ ਹੋਰ ਬਹੁਤ ਵੀ ਲੋਕ ਹੋਣਗੇ ਇਸ ਗੱਲ ਨੂੰ ਦੱਸਣ ਵਾਸਤੇ, ਹੋਰ ਹੋਣਗੇ। ਅਜੇ ਇੱਕ ਤੋਂ ਹੀ ਆਇਆ, ਇਹ ਠੀਕ ਹੈ ਜਾਂ ਕੋਈ ਇਹ ਆਪਦੀ ਜਿਹੜੀ ਥੋੜੀ ਦੇਰ ਦਾ ਫੇਮ ਹੈ ਉਹ ਚਾਹੁੰਦੀ ਹੈ? ਹੌਲੀ ਹੌਲੀ ਪਤਾ ਲੱਗੇਗਾ ਜਦੋਂ ਇਹ ਪ੍ਰੂਫ ਦੇਵੇਗੀ ਕਿ ਆਹ ਗੱਲਾਂ ਦੇ ਉੱਤੇ ਇਹ ਗੱਲਾਂ ਹੋਈਆਂ ਨੇ, ਦੈਨ ਇਟਸ ਪੋਸੀਬਲ, ਅਦਰਵਾਈਜ਼ ਹੋ ਸਕਦਾ ਇਟਸ ਜਸਟ ਫਿਊ ਮਿੰਟਸ ਫੇਮ। ਬਿਲਕੁਲ ਜੀ ਸਰ। ਹੁਣ ਇੱਕ ਖਬਰ ਐਲਬਰਟਾ ਤੋਂ ਜ਼ਰੂਰ ਸ਼ੇਅਰ ਕਰ ਦਈਏ ਜੀ। ਲਗਭਗ 7-8 ਘੰਟੇ ਪਹਿਲਾਂ ਦੀ ਇਹ ਖਬਰ ਹੈ। ਐਲਬਰਟਾ ਦੇ ਵਿੱਚ ਇੱਕ ਲੀਕਰ ਸ਼ਾਪ ਦੇ ਉੱਤੇ ਇੱਕ ਸੁਰੰਗ ਦੇ ਵਿੱਚ ਆਇਆ ਇੱਕ ਰੇਸਿਸਟ ਅਟੈਕ ਹੋਇਆ, ਜਿਹਦੇ ਵਿੱਚ ਇੱਕ ਗੋਰੇ ਸ਼ਖਸ ਦੇ ਵੱਲੋਂ ਇੱਕ ਖਾਸ ਤੌਰ ਤੇ ਸਿੱਖ ਜਿਹੜਾ ਕਿ ਦਾੜੀ ਜਿਨ੍ਹਾਂ ਦੇ ਰੱਖੀ ਹੋਈ ਹੈ, ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਹੈ, ਉਸ ਸਿੱਖ ਦੇ ਉੱਤੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਨੇ, ਉਸ ਦੀ ਦਾੜੀ ਨੂੰ ਲੈ ਕੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਨੇ। ਕਸੂਰ ਸਿਰਫ ਇੰਨਾ ਸੀ ਕਿ ਉਸਨੇ ਮਾਸਕ ਨਹੀਂ ਪਾਇਆ ਸੀ ਤੇ ਉਸ ਨੂੰ ਮਾਸਕ ਪਾਉਣ ਲਈ ਕਿਹਾ ਜਾ ਰਿਹਾ ਸੀ। ਇਹ ਜਿਹੜਾ ਜੀ ਲੀਕਰ ਸਟੋਰ ਹੈ ਦਾ ਨਾਮ ਹੈ ਜੀ ਓਲੰਪੀਆ ਲੀਕਰ ਸਟੋਰ, ਜਿੱਥੇ ਕਿ ਸਾਰਾ ਹਾਦਸਾ ਵਾਪਰਿਆ। ਨਵਦੀਪ ਸਿੰਘ ਉੱਥੋਂ ਦੇ ਸੁਪਰਵਾਈਜ਼ਰ ਨੇ, ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਹਜੇ ਕਹਿਣ ਲਈ ਉਹ ਅੱਗੇ ਹੀ ਵਧ ਰਹੇ ਸੀ ਕਿ ਤੁਸੀਂ ਆਪਣਾ ਮਾਸਕ ਪਾਓ, ਕਿਉਂਕਿ ਮਾਸਕ ਪਾਉਣਾ ਸਭ ਨੂੰ ਪਤਾ ਹੈ ਕਿ ਜੇ ਤੁਸੀਂ ਇੰਡੋਰ ਕਿਤੇ ਜਾਂਦੇ ਹੋ ਮਾਸਕ ਪਾਉਣਾ ਜ਼ਰੂਰੀ ਹੈ। ਸੋ ਅਜਿਹਾ ਹਜੇ ਕਹਿਣ ਲਈ ਅੱਗੇ ਜਾਈ ਰਹੇ ਸੀ ਕਿ ਉਸ ਵਿਅਕਤੀ ਵੱਲੋਂ ਜਿਹੜੀਆਂ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਸਰ ਕੀ ਕਹੋਗੇ? ਤਰਨ ਇਹ
ਜਿਹੜੇ ਇਸ ਅਜਿਹੇ ਹਾਲਾਤ ਹੈਗੇ ਨੇ, ਜਿਹੀਆਂ ਗੱਲਾਂ ਹੁੰਦੀਆਂ ਨੇ, ਕਈ ਐਸੇ ਲੋਕ ਨੇ, ਆਪਾਂ ਨਸਲੀ ਤੇ ਬਹੁਤ ਕੁਛ ਆਪਾਂ ਗੱਲਾਂ ਕੀਤੀਆਂ ਨੇ ਕਿ ਘਰੋਂ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਘਰੋਂ ਤੁਸੀਂ ਸਿੱਖ ਕੇ ਆਉਂਦੇ ਹੋ। ਇਹ ਅਜਿਹੇ ਜਿਹੜੇ ਲੋਕ ਨਸਲੀ ਟਿੱਪਣੀਆਂ ਕਰਦੇ ਨੇ ਨਾ, ਉਹ ਜੈਲਸ ਨੇ ਮੋਸਟਲੀ। ਉਹ ਚੱਲਦੇ ਨਹੀਂ ਹੈ ਕਿ ਕੋਈ ਜਿਹੜਾ ਵੀ ਇੱਥੇ ਫੋਰਨਰ ਆਇਆ ਹੋਇਆ, ਕੋਈ ਉਹ ਜੇ ਤਰੱਕੀ ਕਰ ਰਿਹਾ ਹੈਗਾ, ਜੇ ਕੁਛ ਕਰ ਰਿਹਾ, ਉਹ ਸਮਝਦੇ ਆ ਕਿ ਇਹ ਲੋਕ ਸਾਡੀਆਂ ਜੌਬਸ ਲੈ ਰਹੇ ਹਨ। ਹਾਲਾਂਕਿ ਦਿਸ ਕੈਨੇਡਾ is a land of immigrant. Everybody is an immigrant here, but ਜਿਹੜੇ ਨੇਟਿਵ ਇੰਡੀਅਨਸ ਨੇ, ਬਾਕੀ ਕਿਸੇ ਨੂੰ ਇਹ ਕਹਿਣ ਦਾ ਹੱਕ ਨਹੀਂ ਹੈ ਕਿ ਮੈਂ ਕੈਨੇਡੀਅਨ ਹਾਂ ਤੇ ਤੁਸੀਂ ਦੂਸਰੇ ਕੈਨੇਡੀਅਨ ਨਹੀਂ ਹੈਗੇ ਹੋ। ਜਿਹੜੇ ਲੋਕਾਂ ਨੂੰ ਇਹ ਵਹਿਮ ਹੈਗਾ ਕਿ ਉਹੀ ਇਕੱਲੇ ਕੈਨੇਡੀਅਨ ਹੈ ਔਰ ਇੱਕ ਰੰਗ ਹੋਈ ਕੈਨੇਡੀਅਨ ਹੈ, ਇਹ ਉਹਨਾਂ ਨੂੰ ਵਹਿਮ ਹੈ। ਉਹਨਾਂ ਨੂੰ ਇਹ ਗੱਲ ਵਿੱਚ ਮਾਲ ਦੇ ਮਨ ਚੋਂ ਕੱਢ ਦੇਣੀ ਚਾਹੀਦੀ ਹੈ। ਜਿਹੜੀਆਂ ਇਹ ਨਸਲੀ ਵਿਤਕਰਾ ਜਾਂ ਜਿਹੜੀ ਟਿੱਪਣੀਆਂ ਉਸ ਬੰਦੇ ਨੇ ਕੀਤਾ, ਜੋ ਕੁਛ ਬਕਵਾਸ ਕੀਤਾ, ਸੌਰੀ ਟੂ ਸੇ ਦਿਸ ਥਿੰਗ, ਬਿਲਕੁਲ ਗਲਤ ਹੈਗਾ। ਔਰ ਉਹਦੇ ਬਾਰੇ ਜਿਹੜੀ ਵੀਡੀਓ ਜਿਹੜੇ ਨੇ ਬਣਾਈ ਹੈ, ਐਕਚੁਅਲੀ ਕਾਪਸ ਨੇ ਉਸ ਵੀਡੀਓ ਵਾਲੇ ਨੂੰ ਪੁੱਛਿਆ ਸੀ ਵੀ ਤੇਰਾ ਨਾਂ ਕੀ ਹੈ, ਉਹਨੇ ਆਪਣਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ, ਬਟ ਵੀਡੀਓ ਉਹਨੇ ਜ਼ਰੂਰ ਪੁਲਿਸ ਨੂੰ ਦੇ ਦਿੱਤੀ ਹੈਗੀ। ਇਸ ਵੇਲੇ ਸੋਸ਼ਲ ਮੀਡੀਆ ਉੱਤੇ ਹੈਗੀ ਜੀ, ਸ਼ਾਇਦ ਇਸ ਵੇਲੇ ਸਾਡੇ ਵੀ ਚੱਲ ਰਹੀ ਹੈਗੀ, ਤੁਸੀਂ ਦੇਖ ਸਕਦੇ ਹੋ। ਪਰ ਇਹ ਬਹੁਤ ਮਾੜੀ ਘਟਨਾ ਜੀ, ਬਹੁਤ ਖਾਸ ਤੌਰ ਤੇ ਇਹ ਵੀ ਟਿੱਪਣੀ ਕੀਤੀ ਗਈ ਜਦੋਂ ਇਹ ਸਾਰੀ ਘਟਨਾਕ੍ਰਮ ਹੋ ਰਹੀ ਸੀ। ਉਸ ਦੌਰਾਨ ਜਦੋਂ ਅਸੀਂ ਇਹ ਵੀਡੀਓ ਸੁਣੀ ਤਾਂ ਅਸੀਂ ਮਾਫੀ ਚਾਹਾਂਗੇ, ਵੀਡੀਓ ਅਸੀਂ ਪਲੇ ਨਹੀਂ ਕਰ ਸਕਦੇ, ਕਈਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਆ। ਪਰ ਜਦੋਂ ਇਹ ਵੀਡੀਓ ਵਿੱਚ ਇਹ ਵੀ ਉਹ ਕਹਿੰਦੇ ਹੋਏ ਸੁਣਾਈ ਦਿੱਤੇ ਗਏ ਨੇ ਕਿ ਜਦੋਂ ਉਹਨਾਂ ਨੇ ਕਿਹਾ ਕਿ ਇਮੀਗ੍ਰੈਂਟਸ ਦੇ ਆਉਣ ਤੋਂ ਪਹਿਲਾਂ ਕੈਨੇਡਾ ਇੱਕ ਬਹੁਤ ਵਧੀਆ ਕੰਟਰੀ ਸੀ ਤੇ ਇਮੀਗ੍ਰੈਂਟਸ ਦੇ ਆਉਣ ਤੋਂ ਬਾਅਦ ਜਿਹੜੇ ਇੱਥੇ ਪਹੁੰਚੇ ਨੇ, ਉਹਨਾਂ ਨੇ ਇਸ ਕੰਟਰੀ ਦੀ ਜਿਹੜੀ ਹੈ ਦੁਰਦਸ਼ਾ ਕਰ ਦਿੱਤੀ ਹੈ। ਸਹੀ ਗੱਲ ਹੈ ਤਰਨ, ਪਰ ਉਹ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ, ਤੇ ਤੁਸੀਂ ਕੌਣ ਹੋ? ਤੁਸੀਂ ਵੀ ਇਮੀਗ੍ਰੈਂਟ ਹੋ, ਠੀਕ ਹੈ, ਤੁਸੀਂ ਸੈਕੰਡ, ਥਰਡ, ਫੋਰਥ ਜਨਰੇਸ਼ਨ ਇਮੀਗ੍ਰੈਂਟਸ ਹੋਵੋਗੇ। ਸੋ ਆਰ ਮਾਈ ਕਿਡਸ, ਉਹ ਦੇ ਆਰ ਬੋਰਨ ਹੀਅਰ। ਤਾਂ ਤੁਸੀਂ ਇਹ ਕਿਵੇਂ ਕਹਿ ਸਕਦੇ ਤੁਸੀਂ 4 ਜਨਰੇਸ਼ਨ ਪਹਿਲਾਂ ਆਏ ਹੋ ਤਾਂ ਤੁਸੀਂ ਜ਼ਿਆਦਾ ਕੈਨੇਡੀਅਨ ਹੋ ਦੈਨ ਜਿਹੜੇ ਹੁਣ ਆ ਕੇ ਕੈਨੇਡੀਅਨ ਬਣੇ ਆ? ਅਸੀਂ ਵੀ ਉਹਨਾਂ ਹਿੱਸਾ ਪਾ ਰਹੇ ਹਾਂ। ਇੱਥੇ ਜਿਹੜਾ ਕੈਨੇਡੀਅਨ ਆਉਂਦਾ, ਜਿਹੜਾ ਇਸ ਕੰਟਰੀ 'ਚ ਆਉਂਦਾ, ਉਹ ਇਸ ਕੰਟਰੀ ਦੀ ਤਰੱਕੀ 'ਚ ਹਿੱਸਾ ਪਾਉਂਦਾ, ਔਰ ਹਰ ਕੋਈ ਪਾਉਂਦਾ, ਹਰੇਕ ਨੇ ਪਾਇਆ। ਬਹੁਤ ਘੱਟ ਲੋਕ ਹੈਗੇ ਨੇ ਜਿਹੜੇ ਇਸ ਨੂੰ ਅਬਿਊਜ਼ ਕਰਦੇ ਨੇ। ਔਰ ਜੇ ਸੋਚਿਆ ਜਾਵੇ ਤਰਨ, ਅਬਿਊਜ਼ ਵਾਲੇ ਵੀ ਬਹੁਤੇ ਉਸੇ ਨਸਲ ਦੇ ਲੋਕ ਹੈਗੇ ਨੇ, ਉਹਨਾਂ ਬਾਰੇ ਉਹ ਕਦੇ ਕੁਛ ਨਹੀਂ ਕਹਿੰਦੇ ਹੈਗੇ ਆ। ਪਰ ਇਹ ਕਈ ਲੋਕਾਂ ਦੀ ਜਿਹੜੀ ਜ਼ਹਿਨੀਅਤ ਹੈ, ਬਹੁਤ ਨੀਵੀਂ ਹੈਗੀ ਆ, ਉਹ ਉਹਨਾਂ ਦੇ ਦਿਮਾਗ 'ਚੋਂ ਕੱਢਣੀ ਬੜੀ ਮੁਸ਼ਕਲ ਹੋ ਜਾਂਦੀ। ਜਦੋਂ ਸਿੱਖ ਦੀ ਇੱਕ ਉਹਨਾਂ ਦੀ ਇਮੇਜ ਨੂੰ ਲੈ ਕੇ, ਜੋ ਉਹਨਾਂ ਦਾ ਰੂਪ ਹੈਗਾ, ਉਸ ਨੂੰ ਲੈ ਕੇ ਤੁਸੀਂ ਕੋਈ ਕਮੈਂਟ ਨਹੀਂ ਕਰ ਸਕਦੇ। ਮੈਂ ਹਮੇਸ਼ਾ ਕਹਿੰਦੀ ਹਾਂ, ਜਦੋਂ ਵੀ ਲੰਗਰ ਲੱਗਦੇ ਨੇ ਉਸ ਵੇਲੇ ਤੁਸੀਂ ਫਿਰ ਸਿੱਖਾਂ ਨੂੰ ਕਿਉਂ ਨਹੀਂ, ਤੁਸੀਂ ਉਸ ਵੇਲੇ ਕਿਉਂ ਜਾ ਕੇ ਲੰਗਰ ਲੈਂਦੇ ਹੋ? ਜਦੋਂ ਸਪੋਰਟ ਹੁੰਦੀ ਹੈ, ਕਰੋਨਾ ਵਾਇਰਸ ਦੌਰਾਨ ਸਿੱਖ ਕਮਿਊਨਿਟੀ ਨੇ ਬਹੁਤ ਸਾਰੇ ਹਸਪਤਾਲਾਂ 'ਚ ਜਾ ਕੇ ਲੰਗਰ ਵੰਡਿਆ, ਬਹੁਤ ਸਾਰੇ ਹਸਪਤਾਲਾਂ ਨੂੰ ਡੋਨੇਟ ਕੀਤਾ ਆ। ਜਦੋਂ ਥਾਂ-ਥਾਂ ਤੇ ਕੈਂਪ ਲਗਾਏ ਜਾਂਦੇ ਆ, ਚਾਹੇ ਉਹ ਖਾਲਸਾ ਏਡ ਹੋਵੇ, ਚਾਹੇ ਉਹ ਵੱਖ-ਵੱਖ ਸੰਸਥਾਵਾਂ ਹੋਣ, ਉਸ ਵੇਲੇ ਸਿੱਖਾਂ ਦੀ ਹੈਲਪ ਕਿਉਂ ਲਈ ਜਾਂਦੀ ਹੈ? ਜਿਹੜਾ ਹੁਣ ਬਹੁਤ ਛੇਤੀ ਕਹਿ ਦਿੱਤਾ ਜਾਂਦਾ ਕਿ ਪਤਾ ਨਹੀਂ ਲੱਗਦਾ ਜੀ, ਸਿੱਖਾਂ ਦੀ ਆਇਡੈਂਟੀਟੀ ਦੇ ਬਾਰੇ ਪਤਾ ਨਹੀਂ ਲੱਗਦਾ, ਉਸ ਵੇਲੇ ਫਿਰ ਸਿੱਖਾਂ ਤੋਂ ਤੁਸੀਂ ਕਿਉਂ ਹੈਲਪ ਲੈਂਦੇ ਹੋ? ਤਰਨ, ਇਹ ਡਬਲ ਸਟੈਂਡਰਡ ਹੈ। ਜਿਹੜੀ ਸਾਡੀ ਕਮਿਊਨਿਟੀ ਹੈਗੀ ਹੈ, ਮੈਨੂੰ ਇਸ ਗੱਲ ਤੇ ਮਾਣ ਆ ਤਰਨ। ਬਹੁਤ ਸਾਲ ਪਹਿਲਾਂ ਇੱਥੇ ਹਸਪੀਟਲ ਦੇ ਵਿੱਚ ਕੁਛ ਨਾਂ ਰੱਖਣਾ ਸੀਗਾ ਵੀ ਗੁਰੂ ਨਾਨਕ ਦੇਵ ਜੀ ਦੇ, ਇਹ ਇੱਕ ਵਿੰਗ ਦੀ ਗੱਲ ਆਈ ਸੀਗੀ ਵੀ ਇਹ, ਔਰ ਜਿਹੜੀ ਸਾਡੀ ਕਮਿਊਨਿਟੀ ਹੈਗੀ ਆ, ਉਹਨੇ ਇੰਨਾ ਵੱਧ ਚੜ ਕੇ ਉਹ 'ਚ ਕੰਟਰੀਬਿਊਸ਼ਨ ਕੀਤੀ ਸੀ। ਅਖੀਰ ਐਸੀ ਗੱਲ ਹੋ ਗਈ ਸੀ ਕਿ ਲੋਕਾਂ ਨੂੰ ਕਿਹਾ ਗਿਆ ਸੀ ਵੀ ਰਹਿਣ ਦਿਓ, ਬਥੇਰਾ ਹੋ ਗਿਆ ਹੈ, ਜਿਹੜਾ ਕੁਛ ਹੋਣਾ, ਜਿੰਨੀ ਜ਼ਰੂਰਤ ਸੀਗੀ ਉਹਨੇ ਪੈਸੇ ਆ ਚੁੱਕੇ ਨੇ। ਅਸੀਂ ਅਜਿਹੇ ਲੋਕ ਆ, ਹਰ ਚੀਜ਼ 'ਚ ਅਸੀਂ ਵੱਧ ਕੇ ਹਿੱਸਾ ਪਾਉਂਦੇ ਹਾਂ। ਅਸੀਂ ਜਿਹੜਾ ਸਾਡਾ ਸਿਧਾਂਤ ਹੈ ਸਿੱਖੀ ਦਾ, ਕਿਰਤ ਕਰੋ, ਵੰਡ ਛਕੋ। ਵੰਡ ਕੇ ਛਕਣ ਦੀ ਸਾਡੀ ਆਦਤ ਹੈ ਕਿ ਚਾਹੇ ਕੁਛ ਵੀ ਹੈ। ਸਾਡੀ ਬਹੁਤੀ ਕਮਿਊਨਿਟੀ ਇਹ ਹੈ, ਜੇ ਅਸੀਂ 2 ਫੁਲਕੇ ਸਾਡੇ ਕੋਲ ਹੈਗੇ, ਜੇ ਕੋਈ ਆ ਗਿਆ ਤਾਂ ਅਸੀਂ ਇੱਕ ਉਹਨੂੰ ਦੇ ਦੇਣਾ, ਹੋ ਸਕਦਾ ਦੋਨੇ ਦੇ ਦਈਏ, ਐਸੀ ਗੱਲ ਵੀ ਹੈ ਨਹੀਂ ਗੀ ਹੈ। ਔਰ ਇਹ ਜਿਹੀਆਂ ਬਹੁਤ ਵੱਡੀਆਂ ਉਦਾਹਰਨਾਂ ਹੈਗੀਆਂ ਨੇ। ਪਰ ਕਈ ਜਿਹੜੇ ਲੋਕ ਹੈ, ਜਿਨ੍ਹਾਂ ਨੂੰ ਮੰਦ ਬੁੱਧੀ ਵਾਲੇ ਲੋਕ ਹੈ ਜੀ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ, ਉਹ ਫਿਰ ਜਦੋਂ ਮਨ 'ਚ ਜਿਹੜਾ ਬਕਵਾਸ ਹੁੰਦਾ ਉਹ ਕਰਦੇ ਆ ਜੀ। ਰੇਸਿਜ਼ਮ ਕਿਸੇ ਵੀ ਹਾਲ 'ਚ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਹੈ ਤੇ ਨਾ ਹੀ ਕਰੋ, ਕਿਉਂਕਿ ਉਹ ਇਸ ਚੀਜ਼ ਨੂੰ ਵਧਾਵਾ ਦੇਣਾ ਹੈ। ਜੇ ਤੁਸੀਂ ਉਸ ਚੀਜ਼ ਨੂੰ ਲੈ ਕੇ ਚੁੱਪ ਰਹਿੰਦੇ ਹੋ, ਉਸ ਦੇ ਬਾਰੇ ਵਿੱਚ ਕੰਪਲੇਂਟ ਕਰੋ, ਕਿਉਂਕਿ ਜੇ ਤੁਸੀਂ ਕੰਪਲੇਂਟ ਨਹੀਂ ਕਰੋਗੇ, ਬੋਲੋਗੇ ਨਹੀਂ, ਤਾਂ ਇਸ ਚੀਜ਼ ਨੂੰ ਹੋਰ ਜ਼ਿਆਦਾ ਵਧਾਵਾ ਮਿਲੂਗਾ। ਫਿਰ ਚਾਹੇ ਉਹ ਕੋਈ ਵੀ ਕਮਿਊਨਿਟੀ ਕਿਉਂ ਨਾ ਹੋਵੇ, ਚਾਹੇ ਉਹ ਬਲੈਕ ਕਮਿਊਨਿਟੀ ਹੋਵੇ, ਵਾਈਟ ਕਮਿਊਨਿਟੀ ਨੂੰ ਲੈ ਕੇ ਹੋਵੇ, ਸਿੱਖ ਕਮਿਊਨਿਟੀ ਨੂੰ ਲੈ ਕੇ ਹੋਵੇ, ਮੁਸਲਿਮ ਕਮਿਊਨਿਟੀ ਨੂੰ ਲੈ ਕੇ ਹੋਵੇ, ਜਿੱਥੇ ਵੀ ਰੇਸਿਜ਼ਮ ਦੀ ਗੱਲ ਹੁੰਦੀ ਆ, ਅਕਸਰ ਇਸ ਦੇ ਵਿਰੁੱਧ ਆਵਾਜ਼ ਆਪਣੀ ਜ਼ਰੂਰ ਚੁੱਕੋ। ਖਾਸ ਕਰਕੇ ਕੰਮ ਦੇ ਉੱਤੇ ਤਰਨ ਐਸੀ ਗੱਲ ਹੈਗੀ, ਆਪਾਂ ਸਾਰੇ ਲੋਕ ਕੰਮਾਂ ਤੇ ਜਾਂਦੇ ਆ, ਮਿਕਸਡ ਰੇਸਿਸ ਉੱਥੇ ਕੰਮ ਕਰਦੀਆਂ ਨੇ। ਸਮਟਾਈਮਸ ਐਸੀ ਗੱਲ ਹੋ ਜਾਂਦੀ ਹੈ ਕਿ ਤੁਹਾਨੂੰ ਲੱਗਣ ਲੱਗਦਾ ਵੀ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਹੋਇਆ। ਡੂ ਇਨ ਰਾਈਟਿੰਗ, ਤੁਹਾਡੇ ਕੋਲੇ ਹੱਕ ਹੈ ਇਸ ਗੱਲ ਦਾ।
ਐਸੀ ਗੱਲ ਕੋਈ ਨਹੀਂ ਹੈ। ਤੁਹਾਡੀ ਜਿਹੜੀ ਕੰਪਲੇਂਟ ਆ ਰਾਈਟਿੰਗ ਦੇ ਵਿੱਚ ਹੋਏਗੀ ਤਾਂ ਸੁਣੀ ਵੀ ਜਾਏਗੀ, ਉਹਦਾ ਰੈਕਡ ਹੈ ਜੀ, ਅਗਲੇ ਨੂੰ ਜਵਾਬਦੇਹ ਹੋਣਾ ਪਵੇਗਾ। ਜਿਹੜਾ ਅਸੀਂ ਵੈਸੀ ਗੱਲਾਂ ਕਰਦੇ ਹਾਂ ਮਨ ਦੇ ਵਿੱਚ ਆ ਕੇ, ਉਹਦੇ ਨਾਲ ਗੱਲ ਨਹੀਂ ਜੀ ਬਣਦੀ। ਆਪਦੇ ਹੱਕ ਵਾਸਤੇ ਤੁਹਾਨੂੰ ਲੜਨਾ ਜ਼ਰੂਰ ਚਾਹੀਦਾ ਜੀ। ਬਿਲਕੁਲ, ਇਹ ਵੀ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਤੋਂ ਉਹ ਇਸ ਲੀਕਰ ਸਟੋਰ ਦੇ ਵਿੱਚ ਨਹੀਂ ਆਉਣਗੇ ਜੇਕਰ ਇਹੋ ਜਿਹੇ ਵਿਅਕਤੀ ਉਹਨਾਂ ਨੂੰ ਦੇਖਦੇ ਨੇ। ਫਿਰ ਇਹਨਾਂ ਨੂੰ ਚਾਹੀਦਾ ਹੈ ਕਿ ਇਸ ਦੇਸ਼ ਨੂੰ ਹੀ ਛੱਡ ਦੇਣਾ ਚਾਹੀਦਾ, ਕਿਉਂਕਿ ਇੱਥੋਂ ਦੇ ਡਿਫੈਂਸ ਮਿਨਿਸਟਰ ਵੀ ਇੱਕ ਸਿੱਖ ਨੇ ਤੇ ਵੱਖ-ਵੱਖ ਕਮਿਊਨਿਟੀਜ਼ ਦੇ ਲੋਕ ਜਿਹੜੇ ਇੱਥੋਂ ਦੀ ਕੈਬਨਿਟ ਦੇ ਵਿੱਚ ਸ਼ਾਮਲ ਨੇ। ਬਿਲਕੁਲ ਤਰਨ, ਇਹ ਤਾਂ ਕੋਈ ਸਿਆਣੀ ਗੱਲ ਨਹੀਂ ਹੈ। ਤੁਸੀਂ ਇਉਂ ਦੇਖੋ, ਉਹ ਬੰਦੇ ਦੀ ਉਹਦੀ ਬੁੱਧੀ ਦੇ ਲੈਵਲ ਦਾ ਪਤਾ ਲੱਗਦਾ ਵੀ ਉਹ ਕਿੰਨਾ ਕੁ ਕੈਪੇਬਲ ਹੈਗਾ ਕਿ ਜਿਹੀਆਂ ਗੱਲਾਂ ਕਰਨ ਵਾਲਾ ਹੈਗਾ ਤੇ ਕਿੱਥੇ ਤੱਕ ਜਾਏਗਾ। ਤੁਸੀਂ ਭਾਈ ਤੁਹਾਨੂੰ ਇਹ ਸਾਰਾ ਵੀ ਆਰ ਆਲ ਕੈਨੇਡੀਅਨਸ, ਅਸੀਂ ਵੀ ਕੰਟਰੀਬਿਊਟ ਦਿਸ ਕੰਟਰੀ, ਅਸੀਂ ਵੀ ਆਰ ਟੈਕਸ ਪੇਅਰਸ, ਅਸੀਂ ਚੰਗੇ ਕੰਮ ਕਰ ਰਹੇ ਹਾਂ ਇੱਥੇ, ਇਸ ਕੰਟਰੀ ਦੇ ਤਰੱਕੀ 'ਚ ਹਿੱਸਾ ਪਾ ਰਹੇ ਹਾਂ ਤੇ ਤੁਸੀਂ ਸਾਨੂੰ ਕਹਿ ਰਹੇ ਹੋ ਬਿਲਕੁਲ ਅਸੀਂ ਤੁਹਾਡੇ ਵਾਂਗੂ ਹੀ ਹਾਂ, ਜੋ ਕੁਛ ਤੁਸੀਂ ਕਰ ਰਹੇ ਹੋ ਉਹੀ ਕੁਛ ਅਸੀਂ ਕਰਦੇ ਹਾਂ। ਹੋ ਸਕਦਾ ਅਸੀਂ ਜ਼ਿਆਦਾ ਮਿਹਨਤ ਕਰਦੇ ਹੋਏ ਤੁਹਾਨੂੰ ਸਾਡੇ ਤੇ ਜੈਲਸੀ ਹੋਵੇ, ਦੈਟਸ ਅ ਡਿਫਰੈਂਟ ਸਟੋਰੀ। ਬਿਲਕੁਲ ਜੀ, ਜੈਲਸੀ ਵੈਸੇ ਸਰ ਹਰ ਕਮਿਊਨਿਟੀ ਦੇ ਵਿੱਚ ਹੁੰਦੀ ਆ, ਪਰ ਇਹ ਹੈ ਕਿ ਇੱਕ ਦੂਜੇ ਨਾਲ ਜੈਲਸੀ ਆ ਇੱਕ ਡਿਫਰੈਂਟ ਲੈਵਲ ਦੀ ਹੋਣੀ ਚਾਹੀਦੀ ਆ। ਸ਼ਰੇਆਮ ਕਿਸੇ ਨੂੰ ਪਬਲਿਕ ਪਲੇਸ ਦੇ ਉੱਤੇ ਤੁਸੀਂ ਏਦਾਂ ਨਹੀਂ ਬੋਲ ਸਕਦੇ। ਕਾਰਨ ਆਪਦੀ ਕਿਸੇ ਦੀ ਲਕੀਰ ਛੋਟੀ ਨਾ ਕਰੋ, ਆਪਦੀ ਲਕੀਰ ਵੱਡੀ ਕਰੋ, ਵੱਡੀ ਕਰਕੇ ਦਿਖਾਓ ਤਾਂ ਚੰਗੇ ਬਣੋ ਜੀ। ਬਿਲਕੁਲ ਜੀ। ਖਬਰ ਅਗਲੀ ਆ ਜੀ, ਕੈਨੇਡਾ ਦੇ ਵਿੱਚ ਇਸ ਵਕਤ ਜਿਹੜੇ ਟੌਪ ਦੇ ਡਾਕਟਰਸ ਨੇ ਉਹਨਾਂ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਚਾਹੇ ਇਸ ਦੀ ਵੈਕਸੀਨ ਆ ਵੀ ਜਾਵੇ, ਪਰ ਕੈਨੇਡਾ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਵੀ, ਆਉਣ ਵਾਲੇ 1, 2 ਜਾਂ 3 ਸਾਲਾਂ ਦੇ ਵਿੱਚ ਵੀ ਹਜੇ ਜਿਹੜੀਆਂ ਕਰੋਨਾ ਵਾਇਰਸ ਨੂੰ ਲੈ ਕੇ ਕੁਝ ਰਿਸਟ੍ਰਿਕਸ਼ਨਸ ਨੇ ਉਹ ਇਸੇ ਤਰ੍ਹਾਂ ਨਾਲ ਜਾਰੀ ਰਹਿ ਸਕਦੀਆਂ ਨੇ। ਸਰ ਇਹਦੇ ਬਾਰੇ ਵਿੱਚ ਵਧੇਰੇ ਜਾਣਕਾਰੀ ਹੁਣ ਤੁਸੀਂ ਦਿਓ। ਤਰਨ, ਗੱਲ ਇਹ ਆ ਵੀ ਜਿਹੜੇ ਸਾਡੇ ਡਾਕਟਰ ਟੈਮ ਨੇ ਉਹ ਛੁੱਟੀਆਂ ਤੇ ਗਏ ਹੋਏ ਸੀਗੇ ਜੀ, ਵਾਪਸ ਆ ਗਏ ਨੇ। ਉਹਨਾਂ ਨੇ ਇਸ ਗੱਲ ਦਾ ਇੰਕਸ਼ਾਫ ਕੀਤਾ ਕਿ ਜਿਹੜਾ ਕੋਵਿਡ-19 ਹੈ ਇਹ ਉਹ ਨਹੀਂ ਹੈ ਵੀ ਚਲਾ ਜਾਵੇਗਾ। ਜੇ ਦਵਾਈ ਵੀ ਆਏਗੀ ਉਹ ਵੀ ਹਲੇ ਸਮਾਂ ਲੈ ਕੇ ਆਏਗੀ। ਦਵਾਈ ਆ ਵੀ ਗਈ, ਉਦੋਂ ਬਾਅਦ ਵੀ ਜਿਹੜੀਆਂ ਅਸੀਂ ਰਿਸਟ੍ਰਿਕਸ਼ਨਸ ਦੇ ਵਿੱਚ ਹਲੇ ਫਿਰਦੇ ਆ, ਸਾਨੂੰ ਇਹਨਾਂ ਦੀ ਪਾਲਣਾ ਕਰਨੀ ਪਵੇਗੀ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਮੁੜ ਕੇ ਦੁਬਾਰੇ ਇਹ ਫੇਰ ਵਧੇ। ਔਰ ਜਿਹੜਾ ਖਾਸ ਕਰਕੇ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਹੁੰਦਾ ਕਿ ਜਿਵੇਂ ਸੀਟ ਬੈਲਟ ਦੀ ਗੱਲ ਹੈ, ਹੁਣ ਤੋਂ 30 ਸਾਲ 35 40 ਸਾਲ ਪਹਿਲਾਂ ਸੀਟ ਬੈਲਟ ਕੋਈ ਲਾਉਂਦਾ ਨਹੀਂ ਸੀਗਾ, ਹੌਲੀ ਹੌਲੀ ਸੀਟ ਬੈਲਟ ਲਾਉਣ ਲੱਗੇ ਆ। ਹੁਣ ਹਰੇਕ ਨੂੰ ਆਦਤ ਹੈ, ਬੱਚਾ ਬਹਿੰਦਾ ਪਹਿਲਾਂ ਸੀਟ ਬੈਲਟ ਲਾਉਂਦਾ। ਸਾਨੂੰ ਅਜਿਹੀ ਆਦਤ ਬਣਾਉਣੀ ਪਵੇਗੀ ਕਿ ਅਸੀਂ ਆਪਦੇ ਹੱਥ ਧੋਇਆ ਕਰਨੇ ਆ। ਸਾਨੂੰ ਹੋ ਸਕਦਾ ਮਾਸਕ ਵੀ ਪਾਉਣੇ ਪਿਆ ਕਰਨਾ, ਹਰ ਜਗ੍ਹਾ ਤੇ ਸਾਨੂੰ ਸੈਨੀਟਾਈਜ਼ਰ ਵਰਤਣੇ ਪਿਆ ਕਰਨਗੇ। ਅਸੀਂ ਜੇ ਕਿਸੇ ਬਟਨਸ ਵਗੈਰਾ ਕੋਈ ਚੀਜ਼ਾਂ ਨੂੰ ਸ਼ੇਅਰ ਕਰਦੇ ਆ ਤਾਂ ਉਹ ਕੋਸ਼ਿਸ਼ ਕਰਦੇ ਆ ਹੱਥ ਦੇ ਪੁੱਠੇ ਪਾਸੇ ਨਾ ਕੀਤਾ ਜਾਵੇ, ਨੱਕ ਨੂੰ, ਮੂੰਹ ਨੂੰ, ਹੱਥ ਨੂੰ। ਇਹ ਸਾਨੂੰ ਆਦਤ ਬਣਾਉਣੀ ਪਵੇਗੀ ਕਿ ਅਸੀਂ ਉੱਥੇ ਹੱਥ ਨਾ ਲਾਈਏ। ਔਰ ਇਹ ਆਉਣ ਵਾਲਾ ਸਮਾਂ ਲੰਬਾ ਸਮਾਂ ਹੋ ਸਕਦਾ ਅਕੋਰਡਿੰਗ ਟੂ ਡਾਕਟਰ ਟੈਮ। ਔਰ ਚਾਂਸਸ ਆਰ, ਇਹ ਮੈਨੂੰ ਵੀ ਲੱਗਦਾ ਤਰਨ ਕਿ ਛੇਤੀ ਕਿਤੇ, ਪਹਿਲਾਂ ਮੈਂ ਤਾਂ ਦਵਾਈ ਦੇ ਵਿੱਚ ਵੀ ਤਰਨ ਜਿਹੜੇ ਕਹਿ ਰਹੇ ਕਿ ਬਹੁਤ ਛੇਤੀ ਆ ਰਹੀ ਹੈ, ਮੈਨੂੰ ਲੱਗਦਾ ਨਹੀਂ ਹੈ ਕਿ ਛੇਤੀ ਆ ਰਹੀ ਹੈ, ਕਿਉਂਕਿ ਜਿਹੜੀ ਦਵਾਈ ਆਏਗੀ ਉਹ ਸਾਰਿਆਂ ਦੇ ਉੱਤੇ ਜ਼ਰੂਰੀ ਨਹੀਂ ਹੈ ਫਿੱਟ ਹੋਵੇ। ਕੁਝ ਜ਼ਿਆਦਾ ਉੱਤੇ ਕਿਸੇ ਤੇ ਜ਼ਿਆਦਾ ਅਸਰ ਕਰੇਗੀ, ਕਿਸੇ ਤੇ ਘੱਟ ਕਰੇ, ਹਲੇ ਇਹਨੂੰ ਸਮਾਂ ਲੱਗੇਗਾ। ਉਸ ਤੱਕ ਸਾਨੂੰ ਇਹਨਾਂ ਗੱਲਾਂ ਦਾ ਜਿਹੜਾ ਹੁਣ ਅਸੀਂ ਪਾਲਣ ਕਰ ਰਹੇ ਹਾਂ ਸਾਨੂੰ ਕਰਨਾ ਪਵੇਗਾ ਜੀ। ਬਿਲਕੁਲ। ਤੇ ਸਰ ਅਸੀਂ ਜਿਵੇਂ ਅਗਲੀ ਖਬਰ ਵੱਲ ਵਧੀਏ, ਕਹਿੰਦੇ ਕਿ US ਦੇ ਵਿੱਚ ਤਾਂ ਅਸੀਂ ਦੇਖ ਹੀ ਰਹੇ ਸੀਗੇ ਕਿ ਕਾਫੀ ਜਿਹੜਾ ਇਸ ਵਕਤ ਆ ਰਹੇ ਸੀ, ਕੈਨੇਡਾ ਦਾ ਬਾਰਡਰ ਟੱਪਣ ਦੀ ਕੋਸ਼ਿਸ਼ ਕਰ ਰਹੇ ਸੀ ਕਰੋਨਾ ਵਾਇਰਸ ਦੀਆਂ ਰਿਸਟ੍ਰਿਕਸ਼ਨਸ ਦੇ ਦੌਰਾਨ, ਪਰ ਕੈਨੇਡਾ ਵਿੱਚ ਵੀ ਘੱਟ ਨਹੀਂ ਹੈਗੇ ਜਿਹੜੇ ਕਿ ਬਾਰਡਰ ਤੇ ਜਾ ਕੇ US ਵੱਲ ਨੂੰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਤਰਨ, ਇਹ ਬੜੀ ਵੱਡੀ ਗੱਲ ਹੈਗੀ ਹੈ ਜੀ। ਹਾਲਾਂਕਿ ਜਿਹੜੇ ਸਾਡੇ ਵੱਲੋਂ ਉੱਧਰ ਗਏ ਨੇ ਉਹਨਾਂ ਨੂੰ ਤਕਰੀਬਨ 2100 ਲੋਕਾਂ ਨੂੰ ਵਾਪਸ ਮੋੜੇਗਾ। ਜਿਹੜੇ ਕੈਨੇਡਾ ਦੇ ਵਿੱਚੋਂ ਜਾਣਾ ਚਾਹੁੰਦਾ ਸੀ US ਦੇ ਵਿੱਚ, ਉਹਨਾਂ ਨੂੰ ਕੈਨੇਡਾ ਦੇ ਵਿੱਚ ਵਾਪਸ ਮੋੜ ਦਿੱਤਾ ਗਿਆ। ਪਰ ਜਿਹੜੀ ਅਸੀਂ ਕੈਨੇਡੀਅਨਸ ਨੇ ਮੋੜੇ ਨੇ 6000 ਤੋਂ ਉੱਪਰ ਮੋੜੇ ਨੇ ਜੀ। ਇਹ ਪਿਛਲੇ 2 ਮਹੀਨਿਆਂ ਦੇ ਵਿੱਚ ਇੰਨੇ ਜ਼ਿਆਦਾ ਲੋਕਾਂ ਨੇ ਟਰਾਈ ਕੀਤੀ ਆਉਣ ਦੀ। ਔਰ ਉਹਨਾਂ ਨੂੰ ਬਹੁਤੇ ਜਿਹੜੇ ਅਸੀਂ ਅਮਰੀਕਨਸ ਨੂੰ ਮੋੜਿਆ, ਉਹਨਾਂ ਦੀ ਇੱਕ ਸਵਾਲ ਪੁੱਛ ਕੀਤਾ ਜਾਂਦਾ ਵੀ ਤੁਸੀਂ ਕਿਉਂ ਜਾਣਾ ਚਾਹੁੰਦੇ। ਬਹੁਤ ਸ਼ਾਪਿੰਗ ਵਾਲੇ ਸੀਗੇ, ਇੱਥੇ ਘੁੰਮਣ ਫਿਰਨ ਵਾਸਤੇ ਆਉਣਾ ਚਾਹੁੰਦੇ ਸੀਗੇ, ਅਤੇ ਉਹਦੇ ਵਿੱਚ ਵੀ ਉਹਨਾਂ ਨੂੰ ਬਿਲਕੁਲ, ਹਾਲਾਂਕਿ ਬੰਦ ਹੈਗੀ ਹੈ ਗੱਲ। ਹੁਣ ਥੋੜੀ ਜਿਹੀ ਰਿਸਟ੍ਰਿਕਸ਼ਨ ਚੱਕੀਆਂ ਨੇ ਸਾਡੀ ਸਰਕਾਰ ਨੇ ਕਿ ਜਿਹੜਾ ਕੋਈ ਤੁਹਾਡਾ ਨੇੜੇ ਦਾ ਸੰਬੰਧੀ ਹੈਗਾ ਉਹ ਆ ਸਕਦਾ ਹੈ, ਬਾਕੀ ਸਾਰਿਆਂ ਨੂੰ ਜੀ ਉੱਥੇ ਰਹਿਣਾ ਪਵੇਗਾ। ਈਵਨ ਜਿਹੜੇ ਅਲਾਸਕਾ ਆਉਣਾ, ਨਵੀਂ ਸਾਡੀ ਸਰਕਾਰ ਨੇ ਪਿਛਲੇ ਹਫ਼ਤੇ ਤੱਕ ਆਪਾਂ ਗੱਲ ਕੀਤੀ ਸੀਗੀ ਕਿ ਉਹ ਰਿਸਟ੍ਰਿਕਸ਼ਨ ਐਸੀਆਂ ਨੇ ਉਹਨਾਂ ਵਾਸਤੇ ਕਿ ਉਹਨਾਂ ਨੂੰ ਸਮੇਂ ਦੇ ਪਾਬੰਦ ਹੋਣਾ ਪਵੇਗਾ। ਉਸ ਨਿਰਧਾਰਿਤ ਸਮੇਂ ਦੇ ਅੰਦਰ ਉਹਨਾਂ ਨੂੰ ਕੈਨੇਡਾ ਕ੍ਰਾਸ ਕਰਨਾ ਪਵੇਗਾ। ਉਹਨਾਂ ਨੂੰ ਡਰਾਈਵ ਥਰੂ ਦੇ ਵਿੱਚੋਂ ਖਾਣਾ ਲੈਣਾ ਪਵੇਗਾ, ਰੈਸਟੋਰੈਂਟ 'ਚ ਬੈਠ ਨਹੀਂ ਸਕਦੇ। ਉਹਨਾਂ ਨੂੰ ਜਿੱਥੇ ਗੈਸ ਪਾਉਣੀ ਆ, ਗੈਸ ਪਾ ਕੇ ਸਟੇਸ਼ਨ ਨੂੰ ਛੱਡਣਾ ਪਵੇਗਾ। ਔਰ ਉਹਨਾਂ ਦੇ ਜਿਹੜੇ ਰੀਅਰ ਵਿਊ ਮਿਰਰ ਉੱਤੇ ਇੱਕ ਸਟਿੱਕਰ ਟੰਗਿਆ ਹੋਇਆ ਕਰ ਜਿਹਦੇ ਟਾਈਮ ਆਫ
ਐਂਟਰੀ ਲਿਖਿਆ ਹੋਇਆ ਕਰੇਗਾ, ਜਿਹੜੀ ਕਿ ਉਹਨਾਂ ਨੇ ਬਾਹਰ ਜਾਣ ਵੇਲੇ US ਦੁਬਾਰੇ ਐਂਟਰ ਕਰਨ ਵੇਲੇ ਉਹ ਦੁਬਾਰੇ ਦੱਸਣੀ ਪਵੇਗੀ। ਸੋ ਰਿਸਟ੍ਰਿਕਸ਼ਨਸ ਵੱਧ ਰਹੀਆਂ ਨੇ ਔਰ ਅਸੀਂ ਜ਼ਿਆਦਾ ਰੋਕੇ ਨੇ ਜੀ, ਤੇ ਕੈਨੇਡੀਅਨਸ ਉਧਰ ਕੋਈ ਜਾ ਹੀ ਘੱਟ ਰਹੇ ਨੇ, ਜਿਹੜੇ ਕੋਈ ਫਸੇ ਫਸਾਏ ਜਾਂਦੇ ਹੋਣੇ ਜੀ, ਉਹਦੇ ਵਿੱਚ ਵੀ 2100 ਕੈਨੇਡੀਅਨਸ ਨੂੰ US ਨੇ ਅਲਾਉ ਨਹੀਂ ਜੀ ਕੀਤਾ ਜਾਣ ਵਾਸਤੇ। ਜੀ ਬਿਲਕੁਲ। ਤੇ ਅਗਲੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਉਹ ਇਸ ਵਕਤ ਇਹ ਹੈ ਕਿ ਫੈਡਰਲ ਗਵਰਨਮੈਂਟ ਦੇ ਵੱਲੋਂ ਜੋ ਕੰਪਨੀਆਂ ਨੂੰ ਕੁਝ ਨੂੰ ਇਸ ਵਕਤ ਠੇਕੇ ਦਿੱਤੇ ਗਏ ਸੀ ਸਰ ਵੱਖ-ਵੱਖ ਕਰੋਨਾ ਵਾਇਰਸ ਦੇ ਦੌਰਾਨ, ਸੋ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਮੰਗ ਹੋ ਰਹੀ ਹੈ ਕਿ ਉਹਨਾਂ ਦਾ ਨਾਮ ਰਿਵੀਲ ਕੀਤਾ ਜਾਵੇ, ਪਰ ਅਜੇ ਸਰਕਾਰ ਜਿਹੜੀ ਹੈ ਇਸ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ। ਕਾਰਨ $5.8 ਬਿਲੀਅਨ ਸਰਕਾਰ ਨੇ ਇਸ ਕੰਮ ਦੇ ਵਾਸਤੇ ਦਿੱਤੇ ਸੀਗੇ ਕਿ ਜਿਹੜਾ PPE ਇਕਵਿਪਮੈਂਟ ਆ ਮੋਸਟਲੀ ਉਹ ਆਉਣਾ ਚਾਹੀਦਾ ਉਹਦੇ ਵਾਸਤੇ, ਕਿਉਂਕਿ ਬਾਹਰੋਂ ਸਾਨੂੰ ਮਿਲ ਨਹੀਂ ਸੀ ਰਿਹਾ, ਤਾਂ ਅਸੀਂ ਇੱਥੋਂ ਦੀਆਂ ਕੰਪਨੀਆਂ ਨੂੰ ਇਨਕਰੇਜ ਕੀਤਾ ਕਿ ਅਸੀਂ ਇੱਥੇ ਕੰਪਨੀਆਂ ਸਾਡੇ ਉਹ ਚੀਜ਼ਾਂ ਬਣਾਉਣ ਲੱਗਣ, ਔਰ ਬਹੁਤ ਕੰਪਨੀਆਂ ਨੇ ਇਹ ਕੰਮ ਸ਼ੁਰੂ ਕੀਤਾ ਹੈ, ਪਰ ਹਜੇ ਵੀ ਉਹ ਤਰਨ ਜਿੰਨੀ ਸਪਲਾਈ ਚਾਹੀਦੀ ਸੀ ਉਹਨੇ ਨਹੀਂ ਆ। ਹਾਲਾਂਕਿ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਸਾਰਾ ਕੁਝ ਹੋਣੇ ਨਹੀਂ ਚਾਹੀਦਾ, ਸਾਨੂੰ ਮੇਰੇ ਖਿਆਲ ਜਿਹੜੀ ਸਪਲਾਈ ਹੈ ਉਹ ਨਾਲ ਦੀ ਨਾਲ ਆਈ ਜਾਵੇਗੀ। ਦੈਟਸ ਫਾਈਨ ਕਿ ਕਈ ਐਸੇ ਕੰਟਰੈਕਟ ਨੇ ਤਰਨ ਜਿਹੜੇ ਕਿ ਤਕਰੀਬਨ 2021 ਦੇ ਮਾਰਚ ਤੱਕ ਪੂਰੇ ਹੋਣੇ ਨੇ, ਕੋਈ ਐਸੀ ਗੱਲ ਹੈ ਨਹੀਂ। ਹੁਣ ਜੇ ਸਾਡੇ ਵੈਂਟੀਲੇਟਰਸ ਤਰਨ ਵੈਸੇ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਹੈ, ਅਸੀਂ 40,000 ਤੋਂ ਉੱਪਰ ਵੈਂਟੀਲੇਟਰ ਆਰਡਰ ਕੀਤੇ ਨੇ, ਪਰ ਹਜੇ ਉਹਨਾਂ ਚੋਂ 409 ਹੀ ਆਇਆ, ਸਿਰਫ 1% ਹੀ ਆਇਆ, ਬਾਕੀ ਦੇ ਰਹੇ ਇਹ N95 ਹੈ ਜਿਹੜਾ ਉਹਦਾ ਵੀ 1/3 ਹੋਈ ਹੈ ਜੇ ਤੱਕ ਤਿਆਰ ਕੀਤਾ। 154.5 ਮਿਲੀਅਨ ਉਹ ਆਰਡਰ ਕੀਤੇ ਹੋਏ ਸੀਗੇ। ਜਿਹੜੀ ਗੱਲ ਆ ਰਹੀ ਹੈ ਕਿ ਅਸੀਂ ਸਰਕਾਰ ਨੇ ਨਾਂ ਨਹੀਂ ਦੱਸੇ ਵੀ ਕਿਹੜੀਆਂ ਕੰਪਨੀਆਂ ਨੂੰ ਦਿੱਤੇ ਗਏ ਨੇ। ਠੀਕ ਹੈ, ਇਹ ਸਾਨੂੰ ਸ਼ੱਕ ਹੋਏਗਾ ਕਿ ਸਾਨੂੰ ਕੀ ਪਤਾ ਕਿਹਨੂੰ ਦਿੱਤੇ ਗਏ ਨੇ, ਕਿਹੜੇ ਦੋਸਤ ਮਿੱਤਰ ਹੈ, ਕਿਹੜੇ ਮਿਨਿਸਟਰੀ ਦਾ ਮਿੱਤਰ ਹੈਗਾ, ਇਹ ਗੱਲ ਵੀ ਹੋ ਸਕਦੀ ਹੈ। ਪਰ ਜਿਹੜੀ ਸਰਕਾਰ ਨੇ ਗੱਲ ਕਹੀ ਹੈ ਉਹ ਇਹ ਕਹਿ ਰਹੀ ਹੈ ਕਿ ਦੁਨੀਆ ਦੇ ਵਿੱਚ ਇਸ ਵੇਲੇ ਇਹਨਾਂ ਸਾਰੀਆਂ ਚੀਜ਼ਾਂ ਦੀ ਬਹੁਤ ਘਾਟ ਹੈਗੀ ਹੈ। ਜੇ ਅਸੀਂ ਕੰਪਨੀਆਂ ਜਿਹਨਾਂ ਨੂੰ ਅਸੀਂ ਠੇਕੇ ਦਿੱਤੇ ਹੋਏ ਨੇ ਉਹਨਾਂ ਦੇ ਨਾਂ ਰਿਵੀਲ ਕਰਦੇ ਹਾਂ ਤਾਂ ਜਿਹੜੀ ਇੰਟਰਨੈਸ਼ਨਲ ਮਾਰਕੀਟ ਆ ਉਹਨਾਂ ਨੂੰ ਇੰਨੀ ਜ਼ਿਆਦਾ ਪ੍ਰੈਸ਼ਰ ਪਾਏਗੀ, ਡਿਮਾਂਡ ਕੀਤੀ ਜਾਵੇਗੀ, ਹੋ ਸਕਦਾ ਉਹ ਉਸ ਲਾਲਚ ਵਿੱਚ ਜਾ ਕੇ ਉਹਨਾਂ ਨੂੰ ਸਪਲਾਈ ਕਰਨ ਲੱਗ ਜਾਣ। ਸੋ ਇਸ ਕਰਕੇ ਸਰਕਾਰ ਨੇ ਉਹਨਾਂ ਦਾ ਨਾਮ ਰਿਵੀਲ ਨਹੀਂ ਕਰ ਰਹੀ। ਹਾਂ, ਮੇਰੇ ਖਿਆਲ ਆ ਡਾਊਨ ਦਾ ਰੋਡ ਸਮਵੇਅਰ ਕਿਸੇ ਸਮੇਂ ਜਾ ਕੇ ਜ਼ਰੂਰ ਸਰਕਾਰ ਦੱਸੇਗੀ ਕਿ ਅਸੀਂ ਕਿਹੜੀਆਂ ਕੰਪਨੀ ਨੂੰ ਜਿਹੜਾ $5.8 ਬਿਲੀਅਨ ਹੈ ਉਹ ਕਿਵੇਂ ਦਿੱਤਾ ਗਿਆ। ਜੀ ਬਿਲਕੁਲ। ਉਧਰ ਮਿਸਟਰ ਟਰੰਪ ਦੀ ਗੱਲ ਕਰੀਏ, ਉਹਨਾਂ ਦੇ ਵੱਲੋਂ ਡਾਕਟਰ ਡੇਬੋਰਾ ਜਿਹੜੇ ਨੇ ਉਹਨਾਂ ਨੂੰ ਪਹਿਲੀ ਵਾਰ ਜਿਹੜਾ ਕ੍ਰਿਟਿਸਾਈਜ਼ ਕੀਤਾ ਗਿਆ ਵਾ ਇਸ ਗੱਲ ਨੂੰ ਲੈ ਕੇ ਕਿ ਉਹਨਾਂ ਨੇ ਕਰੋਨਾ ਵਾਇਰਸ ਨੂੰ ਲੈ ਕੇ ਚੇਤਾਵਨੀ ਜਾਰੀ ਕਿਉਂ ਕੀਤੀ। ਡੈਬਰਾ ਬ੍ਰਿਕਸ ਹੈਗੇ ਨੇ ਜੀ, ਅਮਰੀਕਨ ਫਿਜ਼ੀਸ਼ੀਅਨ ਨੇ, ਡਿਪਲੋਮੈਟ ਨੇ ਜੀ, ਯੂਨਾਈਟਿਡ ਸਟੇਟ ਗਲੋਬਲ ਏਡ ਜਿਹੜੀ ਕੋਆਰਡੀਨੇਟਰ ਹੈਗੀ ਪ੍ਰੈਜ਼ੀਡੈਂਟ ਦੀ, ਉਹਦੇ ਵਿੱਚ 2014 ਤੋਂ ਕੰਮ ਕਰ ਰਹੇ। ਇਹਨਾਂ ਨੇ ਆਪਣੇ ਓਬਾਮਾ ਸਾਹਿਬ ਵਾਸਤੇ ਵੀ ਕੰਮ ਕੀਤਾ ਸੀ ਤੇ ਹੁਣ ਕਰੋਨਾ ਵਾਇਰਸ ਦੇ ਕੋਆਰਡੀਨੇਟਰ ਨੇ। ਇਹਨਾਂ ਨੇ ਇੱਕ ਇਨਕਸ਼ਾਫ ਕੀਤਾ ਜੀ, ਕਿਉਂਕਿ ਜਿਹੜੀ ਨੈਂਸੀ ਪਲੋਸੀ ਸਪੀਕਰ ਆਫ ਦਾ ਹਾਊਸ ਆ ਉਹਨੇ ਇਹਨਾਂ ਦੇ ਬਾਰੇ ਇਨਕਸ਼ਾਫ ਕੀਤਾ ਸੀਗਾ ਕਿ ਘੱਟੋ ਘੱਟ ਉਹ ਡਾਕਟਰ ਹੈਗੀ ਆ, ਜਿਵੇਂ ਫੌਜੀ ਸਾਹਿਬ ਦੀ ਆਪਾਂ ਗੱਲ ਕੀਤੀ ਸੀਗੀ, ਉਹਨਾਂ ਨਾਲ ਤਾਂ ਟਰੰਪ ਸਾਹਿਬ ਤਾਂ ਬੋਲਦੇ ਵੀ ਹਨਗੇ, ਪਬਲਿਕਲੀ ਉਹਨਾਂ ਨੂੰ ਨਿੰਦਣ ਲੱਗੇ ਹੋਏ ਨੇ। ਨੈਂਸੀ ਪਲੋਸੀ ਨੇ ਇਹ ਗੱਲ ਕੀਤੀ ਸੀ ਕਿ ਜਿਹੜੀ ਡੈਬਰਾ ਹੈਗੀ ਆ ਉਹਨਾਂ ਨੂੰ ਕੁਝ ਜਿਹੜੀਆਂ ਗੱਲਾਂ ਹੈਗੀਆਂ ਨੇ ਸਹੀ ਕਰਨੀਆਂ ਚਾਹੀਦੀਆਂ ਨੇ। ਡੈਬਰਾ ਗਲਤ ਇਨਫੋਰਮੇਸ਼ਨ ਕਿਉਂ ਦੇ ਰਹੀ ਆ ਔਰ ਉਸ ਗੱਲ ਦਾ ਅਸਰ ਹੋਇਆ ਲੱਗਦਾ। ਡੈਬਰਾ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਟਰੰਪ ਸਾਹਿਬ ਨੇ ਉਹ ਗਲਤ ਇਨਫੋਰਮੇਸ਼ਨ ਦੇ ਰਹੇ ਨੇ ਜਿਹੜੀ ਕਿ ਉਹਨਾਂ ਨੂੰ ਦੇਣੀ ਨਹੀਂ ਚਾਹੀਦੀ। ਜੇ ਕਿਤੇ ਸਹੀ ਇਨਫੋਰਮੇਸ਼ਨ ਦਿੱਤੀ ਹੁੰਦੀ ਤਾਂ ਜੋ ਹਾਲਾਤ ਇਸ ਵੇਲੇ US ਦੇ ਹੈਗੇ ਨੇ ਉਹ ਨਾ ਹੁੰਦੇ। ਜਿਹੜੀ ਗੱਲ ਦੇ ਉੱਤੇ ਟਰੰਪ ਸਾਹਿਬ ਨੂੰ ਚਿੜ ਆਈ ਹੈ, ਟਰੰਪ ਸਾਹਿਬ ਹੁਣ ਇਹਨਾਂ ਦੇ ਅਗੇਂਸਟ ਵੀ ਬੋਲਣ ਲੱਗੇ ਨੇ। ਨੈਂਸੀ ਪਲੋਸੀ ਦੇ ਅਗੇਂਸਟ ਤਾਂ ਉਹ ਪਹਿਲਾਂ ਦੇ ਬੋਲਦੇ ਹੈਗੇ ਆ, ਡਾਕਟਰ ਫੌਚੀ ਦੇ ਅਗੇਂਸਟ ਤਾਂ ਬੋਲਦੇ ਆ ਜੀ। ਹੁਣ ਜਿਹੜੀ ਇਹਨਾਂ ਦੀ ਇਹ ਕਾਈਂਡ ਆਫ ਸੈਕੰਡ ਇਨ ਕਮਾਂਡ ਹੈਗੀ ਹੈ ਮੈਡੀਸਨ ਦੇ ਵਿੱਚ, ਉਹਦੇ ਅਗੇਂਸਟ ਵੀ ਟਰੰਪ ਸਾਹਿਬ ਬੋਲਣ ਲੱਗੇ ਹੋਏ ਨੇ, ਜਿਹੜੀ ਕਿ ਲੱਗਦਾ ਹੈ ਕਿ ਟਰੰਪ ਸਾਹਿਬ ਦਾ ਜਿਹੜਾ ਈਵਨ ਇਨਰ ਸਰਕਲ ਆ ਉਹ ਟੁੱਟ ਰਿਹਾ। ਉਹਦੇ ਵਿੱਚ ਉਹ ਇਸ ਕਿਉਂ ਟੁੱਟ ਰਿਹਾ ਕਿਉਂਕਿ ਟਰੰਪ ਸਾਹਿਬ ਦੀਆਂ ਜੋ ਪਾਲਿਸੀਜ਼ ਨੇ, ਜੋ ਕੁਝ ਕਹਿ ਰਹੇ ਨੇ, ਹਰੇਕ ਦੇ ਫਿੱਟ ਨਹੀਂ ਆਉਂਦੀਆਂ। ਜੀ ਬਿਲਕੁਲ। ਤੇ ਸਰ ਅਗਲੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਪੈਂਸਿਲਵੇਨੀਆ ਤੋਂ, ਜਿੱਥੇ ਕਿ AK-47 ਤੱਕ ਚਲਾ ਦਿੱਤੀ ਗਈ ਹੈ ਸਿਰਫ ਇਸ ਲਈ ਕਿ ਮਾਸਕ ਪਾਉਣ ਲਈ ਕਿਹਾ ਗਿਆ ਸੀ। ਖਬਰ ਹੈ ਜੀ ਸਰ ਨਹੀਂ ਦੱਸੋ। ਬਿਲਕੁਲ, ਖਬਰ ਸਾਹਮਣੇ ਆਈ ਜੀ ਪੈਂਸਿਲਵੇਨੀਆ ਤੋਂ, ਜਿੱਥੇ ਇੱਕ ਸਿਗਾਰ ਦੇ ਸਟੋਰ ਦੇ ਉੱਤੇ ਇੱਕ ਸ਼ਖਸ ਜਿਹੜਾ 35 ਸਾਲ ਦਾ ਉਸਨੂੰ ਕਿਹਾ ਗਿਆ ਸੀ ਕਿ ਉਹ ਫੇਸ ਦੇ ਉੱਤੇ ਮਾਸਕ ਲਗਾ ਲਵੇ। ਜਦੋਂ ਉਸਨੇ ਮਨਾ ਕੀਤਾ ਕਿ ਉਹ ਮਾਸਕ ਨਹੀਂ ਲਗਾਏਗਾ ਤਾਂ ਉਸਨੂੰ ਕਿਹਾ ਗਿਆ ਕਿ ਉਹ ਇੱਥੋਂ ਜਾ ਸਕਦਾ ਹੈ ਜਾਂ ਫਿਰ ਬਾਹਰ ਜਾ ਕੇ ਵੇਟ ਕਰੇ, ਉਹਨੂੰ ਕਰਬ ਪਿਕਅਪ ਜਿਹੜੀ ਦੇ ਦਿੱਤੀ ਜਾਏਗੀ, ਜਿਹੜੀ ਉਹ ਸਿਗਾਰ ਲੈਣਾ ਚਾਹੁੰਦਾ ਹੈ ਉਹਨੂੰ ਦੱਸ ਦਿੱਤੀ ਜਾਵੇ, ਉਹਨੂੰ ਬਾਹਰ ਜਾ ਕੇ ਉਹ ਚੀਜ਼ ਪ੍ਰੋਵਾਈਡ ਕਰਵਾ ਦਿੱਤੀ ਜਾਏਗੀ। ਉਹ ਵਿਅਕਤੀ ਨੇ ਨਹੀਂ ਦੱਸਿਆ ਪਰ ਜਾਂਦੇ ਹੋਏ 2 ਸਿਗਰਟਸ ਜ਼ਰੂਰ ਚੱਕ ਲੀਆਂ ਉਹਦੇ ਪਿੱਛੇ, ਪਰ ਉਹਨੇ ਉਸ ਚੀਜ਼ ਦਾ ਭੁਗਤਾਨ ਨਹੀਂ ਕੀਤਾ 2 ਸਿਗਰਟਸ ਦਾ। ਜਦੋਂ ਉਹ ਬਾਹਰ ਨਿਕਲਣ ਲੱਗਿਆ ਤਾਂ ਉੱਥੋਂ ਦੇ ਮੈਨੇਜਰ ਨੇ ਉਹਨੂੰ ਰੋਕਿਆ ਤੇ ਕਿਹਾ ਕਿ ਇਸ ਚੀਜ਼ ਤੇ ਤੁਹਾਨੂੰ ਪੈਸੇ ਦੇਣੇ ਪੈਣੇ ਆ, ਪੇ ਕਰਨੀ ਪੈਣੀ ਹੈ। ਜਿਸ ਤੋਂ ਬਾਅਦ ਉਹਨੇ ਜਿਹੜੀ ਆਪਣੀ ਹੈਂਡ ਗਨ ਕੱਢੀ ਤੇ ਉੱਥੇ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਆਪਣੀ
ਗੱਡੀ ਦੇ ਵਿੱਚ ਬੈਠਿਆ, ਆਪਣੀ ਗੱਡੀ ਵਿੱਚ ਬੈਠ ਕੇ ਚਲਾ ਗਿਆ। ਜਦੋਂ ਪੁਲਿਸ ਨੇ ਇਸ ਦਾ ਪਤਾ ਲਗਾਇਆ, ਪੁਲਿਸ ਉਹਦੇ ਘਰ ਵਿੱਚ ਪਹੁੰਚੀ। ਉਹਨੂੰ ਕਿਹਾ ਗਿਆ ਕਿ ਜਦੋਂ ਪੂਰੇ ਮਾਮਲੇ ਦੇ ਵਿੱਚ ਤਫਤੀਸ਼ ਕੀਤੀ ਗਈ, ਪੁਲਿਸ ਵਾਲਿਆਂ ਨੂੰ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਪੁਲਿਸ ਵਾਲਿਆਂ ਉੱਤੇ AK-47 ਤੱਕ ਚਲਾ ਦਿੱਤੀ। ਦੱਸੋ ਤਰਨ, ਕਿੱਡੀ ਗੱਲ ਹੈਗੀ ਹੈ। ਸਿਰਫ ਗੁੱਸਾ, ਆਪਦੇ ਆਪ ਨੂੰ ਕੰਟਰੋਲ ਨਾ ਕਰਨਾ, ਲੋਕੀ ਇਸ ਹੱਦ ਤੱਕ ਆਏ ਪਏ ਨੇ। ਔਰ ਇਹਦੇ ਵਿੱਚ ਵੀ ਮੈਂ ਮੁੜ ਕੇ ਗੱਲ ਮੇਰੀ ਉੱਥੇ ਆ ਜਾਂਦੀ ਹੈ ਜੀ, ਜੋ ਕੁਝ ਲੀਡਰਸ਼ਿਪ ਕਹਿ ਰਹੀ ਹੈ ਉਸ ਚੀਜ਼ ਦਾ ਅਸਰ ਕੁਛ ਨਾ ਕੁਛ ਹੁੰਦਾ ਜ਼ਰੂਰ ਹੈ, ਚਾਹੇ ਸਿੱਧਾ ਹੋਵੇ ਚਾਹੇ ਪੁੱਠਾ ਹੋਵੇ। ਹੁਣ ਪਹਿਲਾਂ ਜਦੋਂ ਬੰਦਾ ਉਹ ਪਿੱਛੇ ਪੈਸੇ ਮੰਗਣ ਗਿਆ ਜੀ, ਇਹਨੇ ਹਵਾਈ ਫਾਇਰ ਕੀਤੇ ਨੇ। ਉਹਨੇ ਫਿਰ ਜਿਹੜੀ ਦੁਕਾਨ ਹੈ, ਜਿਵੇਂ ਤੁਸੀਂ ਦੱਸਿਆ, ਦੁਕਾਨ ਦੇ ਵਿੱਚ ਵੀ 2 ਗੋਲੀਆਂ ਮਾਰੀਆਂ ਨੇ। ਤੇ ਅਖੀਰ ਤੁਸੀਂ ਇਹ ਦੇਖੋ, ਕਾਪਸ ਉੱਥੇ ਗਏ ਨੇ, ਉਦੋਂ ਵੀ ਉਹਨੇ AK-47 ਕੱਢੀ ਹੈਗੀ ਹੈ, ਗੋਲੀ ਚਲਾਈ ਹੈ। ਇਮੈਜਿਨ ਕਰੋ, ਇਹਦੀ ਮੌਤ ਹੋ ਸਕਦੀ ਸੀ। ਜਿਹੜੀ US ਦੀ ਪੁਲਿਸ ਹੈ ਥੋੜੀ ਜੀ ਸਾਡੀ ਕੈਨੇਡੀਅਨ ਪੁਲਿਸ ਨਾਲੋਂ ਵੱਖਰੀ ਹੈਗੀ ਆ। ਉੱਥੇ ਉਹ ਸਖਤ ਜ਼ਿਆਦਾ ਹੈਗੀ ਆ। ਕਈ ਵਾਰੀ ਆਮ ਘਟਨਾਵਾਂ ਵਾਪਰਦੀਆਂ ਨੇ ਕਿ ਜੇ ਬੰਦਾ ਮੂਹਰੇ ਗਨ ਲਈ ਫਿਰਦਾ ਤਾਂ ਮੂਹਰੇ ਪੁਲਿਸ ਵੀ ਕੀ ਕਰੇਗੀ, ਠੀਕ ਹੈ ਨਾ। ਇਹਨੇ ਆਪਦੀ ਹੀ ਇਜ਼ ਲੱਕੀ, ਆਈ ਗੈਸ ਹੀ ਇਜ਼ ਅਲਾਈਵ, ਜਿਹੜਾ ਕੁਛ ਇਹਨੇ ਕੀਤਾ। ਪਰ ਮਾਸਕ ਦੇ ਪਿੱਛੇ ਅਖੀਰ ਜਾਨ ਗਵਾਉਣੀ ਹੈ। ਲੋਕੀ ਕਿੱਥੋਂ ਤੱਕ ਸੋਚਦੇ ਨੇ ਸਰ। AK-47 ਚਲਾਉਣੀ ਕੋਈ ਛੋਟੀ ਗੱਲ ਨਹੀਂ ਹੈ। ਮਤਲਬ ਇੱਥੇ ਆਪਣੇ ਇੱਕ ਸਿੱਧੂ ਮੂਸੇਵਾਲੇ ਨੇ AK-47 ਚਲਾਈ ਤਾਂ ਕਿੱਡਾ ਮੈਟਰ ਬਣਿਆ ਪਿਆ। ਇੱਥੇ ਵੇਖੋ, ਪੁਲਿਸ ਵਾਲਿਆਂ ਤੇ ਚਲਾਈ ਪਈ ਹੈ। ਤੁਸੀਂ ਉਹ ਦੇਖੋ, ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਆ। ਅਮਰੀਕਨ ਸੌਰੀ ਇਹ ਗੱਲ ਕਰਨ ਲੱਗਿਆ ਵੀ ਤੁਸੀਂ ਇੰਨਾ ਅਸਲਾ ਚੱਕੀ ਕਿਉਂ ਫਿਰਦੇ ਹੋ? ਐਡੀਆਂ ਵੱਡੀਆਂ ਗਨਸ, ਆਟੋਮੈਟਿਕ ਗਨਸ, ਸੈਮੀ ਆਟੋਮੈਟਿਕ ਗਨਸ ਹੈਗੀਆਂ ਨੇ, ਕਾਹਦੇ ਵਾਸਤੇ ਚੱਕੀ ਫਿਰਦੇ ਹੋ? ਤੁਹਾਡੀ ਸਰਕਾਰ ਕੀ ਤੁਹਾਨੂੰ ਇਹ ਗਾਰੰਟੀ ਨਹੀਂ ਦਿੰਦੀ ਕਿ ਤੁਹਾਡੀ ਲਾਈਫ ਸੇਫ ਹੈ? ਅਸੀਂ ਤੁਹਾਡਾ ਖਿਆਲ ਰੱਖਣੇ, ਸਾਡੇ ਕੈਨੇਡਾ 'ਚ ਹੈ ਨਹੀਂ ਕਿ ਜੀ, ਅਸੀਂ ਅਲਾਉਡ ਨਹੀਂ ਹੈ। ਬਹੁਤ ਹੀ ਕੋਈ ਜੰਗਲੀ ਏਰੀਆ 'ਚ ਤੁਸੀਂ ਰਹਿੰਦੇ ਹੋ ਤਾਂ ਤੁਸੀਂ ਇਹ ਦੂਸਰੀ ਨਾਰਮਲ ਗਨਸ ਜਿਹੜੀਆਂ ਨੇ ਉਹ ਯੂਜ਼ ਕਰ ਸਕਦੇ ਹੋ ਕਿ ਆਪਣੇ ਆਪ ਨੂੰ ਜੀਵ ਜੰਤੂਆਂ ਤੋਂ ਰੱਖਿਆ ਦੇ ਲਈ। ਪਰ AK-47 ਤੱਕ ਤੁਸੀਂ ਰੱਖੀ ਫਿਰਦੇ ਹੋ, ਉੱਥੋਂ ਦੀ ਸਰਕਾਰ ਨਹੀਂ ਕੁਝ ਕਹਿੰਦੀ। ਸਰ, ਇੰਨੀ ਇਹ ਜਿਹੀਆਂ ਤੁਸੀਂ ਗਨਸ ਰੱਖੀ ਫਿਰਦੇ ਹੋ। ਜਿਹੜੀ NRA ਆ, ਨੈਸ਼ਨਲ ਰਾਈਫਲ ਐਸੋਸੀਏਸ਼ਨ ਹੈ ਤਰਨ, ਇਹ ਇੰਨੀ ਵੱਡੀ ਐਸੋਸੀਏਸ਼ਨ ਹੈਗੀ ਆ। ਇਹਦਾ ਇੰਨਾ ਜ਼ਿਆਦਾ ਦਬਾਅ ਹੈਗਾ ਸਰਕਾਰ ਦੇ ਉੱਤੇ। ਸਰਕਾਰਾਂ ਜ਼ੋਰ ਲਾ ਹਟੀਆਂ। ਓਬਾਮਾ ਸਾਹਿਬ ਨੇ ਵੀ ਕੋਸ਼ਿਸ਼ ਕੀਤੀ ਸੀ, ਕੁਛ ਮਾੜਾ ਮੋਟਾ ਫਰਕ ਪੈ ਗਿਆ ਸੀਗਾ। ਜਿਹੜੀ ਸਰਕਾਰ ਆਉਂਦੀ ਹੈ ਜੀ, ਕੁਛ ਕਰ ਲਵੇ ਛੇਤੀ ਕੀਤੇ। ਇਹ ਗਨ ਲੌਬੀ ਇੰਨੀ ਵੱਡੀ ਹੈ, ਇਹ ਹਟਾਉਣੀ ਬਹੁਤ ਔਖੀ ਹੈ। ਹਾਲਾਂਕਿ ਤੁਸੀਂ ਦੇਖੋ ਤਰਨ, ਹਰ ਸਾਲ ਐਸੇ ਇੰਸੀਡੈਂਟਸ ਹੁੰਦੇ ਨੇ ਜਿੱਥੇ ਕਈਆਂ ਲੋਕਾਂ ਦੀ ਮੌਤ ਹੁੰਦੀ ਹੈ, ਮਾਸ ਦੇ ਵਿੱਚ ਸ਼ੂਟਿੰਗਸ ਹੁੰਦੀਆਂ ਨੇ, ਬੱਚਿਆਂ ਦੀਆਂ ਮੌਤਾਂ ਹੋਈਆਂ ਨੇ। ਪਰ ਫਿਰ ਵੀ ਇਸ ਕੰਟਰੀ 'ਚ ਫਰਕ ਪੈ ਰਿਹਾ। ਮੈਨੂੰ ਸਮਝ ਨਹੀਂ ਆਉਂਦੀ ਇਹ ਕੰਟਰੀ ਜਾ ਕਿਹੜੇ ਪਾਸੇ ਨੂੰ ਰਿਹਾ। ਬਿਲਕੁਲ ਸਰ, ਉੱਥੇ ਦੂਜੇ ਪਾਸੇ ਥੋੜੀ ਜੀ ਹਾਈਡਰੋਕਸੀਕਲੋਰੋਕੁਇਨ ਦੀ ਵੀ ਗੱਲ ਕਰ ਲਈਏ। ਜਦੋਂ ਦਾ ਕਰੋਨਾ ਵਾਇਰਸ ਸ਼ੁਰੂ ਹੋਇਆ, ਇਹ ਗੱਲ ਨੂੰ ਲੈ ਕੇ ਵੀ ਡਿਬੇਟ ਬਹੁਤ ਵੱਧ ਚੁੱਕੀ ਹੈ ਕਿ ਹਾਈਡਰੋਕਸੀਕਲੋਰੋਕੁਇਨ ਦੇ ਸੇਵਨ ਦੇ ਨਾਲ, ਇਹਨੂੰ ਖਾਣ ਦੇ ਨਾਲ ਕੀ ਕਰੋਨਾ ਵਾਇਰਸ ਠੀਕ ਹੁੰਦਾ ਆ ਜਾਂ ਨਹੀਂ ਹੁੰਦਾ। ਕਦੇ ਕਹਿ ਦਿੱਤਾ ਜਾਂਦਾ ਕਿ ਇਹਦਾ ਅਸਰ ਹੁੰਦਾ, ਕਦੇ ਕਹਿ ਦਿੱਤਾ ਜਾਂਦਾ ਇਹਦਾ ਅਸਰ ਨਹੀਂ ਹੁੰਦਾ। ਭਾਰਤ ਨੇ ਜਦੋਂ ਪਤਾ ਲੱਗਿਆ ਕਿ ਇਹਦਾ ਅਸਰ ਹੁੰਦਾ, ਭਾਰਤ ਨੇ ਕਿਤੇ ਹੋਰ ਸਪਲਾਈ ਕਰਨੀ ਬੰਦ ਕਰ ਦਿੱਤੀ। ਹਾਈਡਰੋਕਸੀਕਲੋਰੋਕੁਇਨ ਨੂੰ ਲੈ ਕੇ ਫਿਰ ਅਮਰੀਕਾ ਨੇ ਭਾਰਤ ਦੇ ਗਲ 'ਚ ਅੰਗੂਠਾ ਦੇ ਕੇ ਦਵਾਈ ਵਾਪਸ ਮੰਗਾਈ। ਹੁਣ ਸੁਣਨ 'ਚ ਆਇਆ ਕਿ ਅਮਰੀਕਾ ਨੇ ਬ੍ਰਾਜ਼ੀਲ ਨੂੰ ਇੰਨੀਆਂ ਕਿ ਇਸ ਵਕਤ ਹਾਈਡਰੋਕਸੀਕਲੋਰੋਕੁਇਨ ਦੀ ਜਿਹੜੀ ਸਪਲਾਈ ਕੀਤੀ ਹੈ ਕਿ ਉੱਥੇ ਲਗਭਗ 2 ਮਿਲੀਅਨ ਇੰਨੀਆਂ ਕਿ ਡੋਜ਼ਸ ਹੈਗੀਆਂ ਨੇ। 2 ਮਿਲੀਅਨ ਡੋਜ਼ਸ ਉੱਥੇ ਏਰੀਆ ਨੇ ਜਿਹੜੀਆਂ ਹਜੇ ਤੱਕ ਅਨਟੱਚ ਪਈਆਂ ਨੇ, ਪੈਕਡ ਪਈਆਂ ਨੇ, ਜਿਨ੍ਹਾਂ ਦਾ ਕੁਝ ਨਹੀਂ ਪਤਾ। ਸਾਓ ਪਾਲੋ ਦਾ 에ਅਰਪੋਰਟ ਤਰਨ ਉੱਥੇ ਪਈਆਂ ਨੇ ਜਿਹੜੀਆਂ ਭੇਜੀਆਂ ਨੇ। 2 ਹੀ ਥਾਵਾਂ ਨੇ ਜੀ ਹਾਈਡਰੋਕਸੀਕਲੋਰੋਕੁਇਨ ਵਾਲੀਆਂ, ਇੱਕ ਤਾਂ US ਟਰੰਪ ਸਾਹਿਬ ਨੇ, ਇੱਕ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਨੇ। ਉਹ ਦੋਨਾਂ ਵਾਸਤੇ ਇਹਨਾਂ ਦੀ ਫਿੱਟ ਆ, ਹੋਰ ਬਾਕੀ ਦੁਨੀਆ ਦੇ ਉਹ ਫਿੱਟ ਆਈ ਨਹੀਂ ਹੈ। ਪਰ ਇਹਨਾਂ ਨੂੰ ਪਤਾ ਨਹੀਂ ਕਿਹੜੇ ਹਿਸਾਬ 'ਚ ਫਿੱਟ ਆਈ ਹੈ ਜੀ। ਔਰ ਉੱਥੇ ਇੰਨਾ ਵੱਡਾ ਸਟਾਕ, ਜਿਵੇਂ ਤੁਸੀਂ ਦੱਸਿਆ ਜੀ, ਉਹ ਭੇਜਿਆ ਗਿਆ। ਤਾਂ ਉਹਦੀ ਹੁਣ ਇੱਕ ਹੋਰ ਪ੍ਰੋਬਲਮ ਹੈ। ਉਹ ਜਿਹੜੀਆਂ ਭੇਜੀਆਂ ਗਈਆਂ ਨੇ, ਉਹ ਦਵਾਈਆਂ ਦਾ 100 ਦਾ ਪੱਤਾ, 100 ਇੱਕ ਨੂੰ ਤਾਂ ਦੇਣੀ ਨਹੀਂ ਹੈਗੀ ਆ। ਉਹਦੇ ਹਿੱਸੇ ਕਰਨੇ ਆ, ਉਹਦੇ ਜੇ ਹਿੱਸੇ ਕਰਨੇ ਹੈਗੇ ਤਾਂ ਮਿਲੀਅਨਸ ਆਫ ਗੋਲੀਆਂ ਨੇ। ਉਹਨਾਂ ਨੇ ਮਿਲਟਰੀ ਨੂੰ ਹਲੇ ਠੇਕਾ ਦੇਣਾ ਜੀ ਉਸਦਾ, ਵੀ ਉਹਦੇ ਛੋਟੇ ਹਿੱਸੇ ਕਿਤੇ। ਹਾਲਾਂਕਿ ਜਿਹੜੀ ਹਾਈਡਰੋਕਸੀਕਲੋਰੋਕੁਇਨ, ਇਹ ਜਿਹੜੀ COVID-19 ਹੈ, ਉਹਦੀ ਦਵਾਈ ਵੀ ਹੈ ਨਹੀਂ। ਹਾਂ, ਮਲੇਰੀਆ ਦੀ ਦਵਾਈ ਜ਼ਰੂਰ ਹੈਗੀ ਆ। ਉਸ ਏਰੀਆ ਦੇ ਵਿੱਚ ਬ੍ਰਾਜ਼ੀਲ 'ਚ ਮਲੇਰੀਆ ਹੁੰਦਾ ਬਥੇਰਾ ਹੈਗਾ, ਉਸ ਵਾਸਤੇ ਵਰਤੀ ਜਾਏਗੀ। ਪਰ ਇਹ ਨਹੀਂ ਪਤਾ ਕਿ ਇਸ ਦਵਾਈ ਨੂੰ ਪ੍ਰੋਪਰਲੀ ਵਰਤਿਆ ਵੀ ਜਾਏਗਾ ਜਾਂ ਅਖੀਰ ਇਸ ਡੰਪ ਹੋਈ ਕਰਤਾ ਜਾਵੇਗਾ। ਪਤਾ ਨਹੀਂ US ਨੇ ਕਿਹੜੇ ਹਿਸਾਬ 'ਚ ਭੇਜੀ ਹੈ ਤੇ ਬ੍ਰਾਜ਼ੀਲ ਨੇ ਕਿਹੜੇ ਹਿਸਾਬ 'ਚ ਲਈ ਹੈ। ਕਿਸੇ ਕੰਮ ਆਉਣ ਵਾਲੀ ਦਵਾਈ ਹੈ ਨਹੀਂ ਜੀ। ਉਹ ਪਹਿਲਾਂ ਹੀ ਸਰ ਉਹ ਕਹਿੰਦੇ ਆ ਕਿ ਅਸੀਂ ਆਪਣੇ ਕੋਲ ਸਟੋਰ ਕਰਕੇ ਰੱਖ ਲਈਏ, ਕੱਲ ਨੂੰ ਆਉਣ ਵਾਲੇ ਸਮੇਂ 'ਚ ਇਹਦੀ ਕਿਤੇ ਸ਼ਾਰਟੇਜ ਨਾ ਹੋ ਜੇ। ਸਹੀ ਗੱਲ ਹੈ ਵੀ ਕੱਲ ਮਲੇਰੀਆ ਦੀ, ਚਲੋ ਘੱਟੋ ਘੱਟ ਮਲੇਰੀਆ ਦੀ ਦਵਾਈ ਤਾਂ ਕੋਲੇ ਆਈ ਹੋਈ ਹੈ ਨਾ। ਬਿਲਕੁਲ ਜੀ। ਤੇ ਅਗਲੀ ਖਬਰ ਵੱਲ ਵਧਦੇ ਹਾਂ ਸਰ। ਇਸ ਵਕਤ ਜਿਹੜੀ ਇਸ ਤੋਂ ਅਗਲੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਵਕਤ ਓਨਟਾਰੀਓ ਦੇ ਬੀਚਸ ਜਿਹੜੇ ਬਹੁਤ ਜ਼ਿਆਦਾ ਫੁੱਲ ਹੋ ਚੁੱਕੇ ਆ। ਅੰਦਰ ਕਿਤੇ ਜਾਣ ਨੂੰ ਥਾਂ ਨਹੀਂ, ਇਨਡੋਰਸ ਕਿਤੇ ਜਾ ਨਹੀਂ ਸਕਦੇ। ਪਬਸ ਵਗੈਰਾ ਹਜੇ ਪ੍ਰੋਪਰ ਉਨੀ ਜ਼ਿਆਦਾ ਜਨਤਾ ਲੋਕੀ ਜਾ ਨਹੀਂ ਸਕਦੇ ਸੀ। ਘੁੰਮਣ ਫਿਰਨ ਲਈ ਹਜੇ ਹਵਾਈ ਜਿਹੜੇ ਰਸਤੇ ਬੰਦ ਹੋਏ ਪਏ ਨੇ। ਸੋ ਬੀਚਸ ਇਸ ਵਕਤ ਲੋਕਾਂ ਦੀ ਫੇਵਰਿਟ ਡੈਸਟੀਨੇਸ਼ਨ ਬਣੇ ਹੋਏ ਨੇ। ਮੌਸਮ ਵੀ ਕੁਝ ਵਧੀਆ ਆ। ਪਰ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਓਨਟਾਰੀਓ ਦੇ ਬੀਚਸ ਇਸ ਵਕਤ ਇੰਨੇ ਕੁ ਜ਼ਿਆਦਾ ਉੱਥੇ ਗੰਦਗੀ ਦੀ ਪਰਮਾਰ ਹੋ ਚੁੱਕੀ ਹੈ ਕਿ ਉੱਥੋਂ ਦੀਆਂ ਅਥਾਰਟੀਜ਼ ਵੀ ਹੁਣ ਦੁਖੀ ਹੋ ਚੁੱਕੀਆਂ, ਤੰਗ ਆ ਚੁੱਕੀਆਂ ਨੇ। ਓਨਟਾਰੀਓ ਦੇ ਤਕਰੀਬਨ 330 ਤੋਂ ਉੱਪਰ ਪਾਰਕ ਨੇ, ਵੱਡੇ ਤਰਨ ਜਿਹੜੇ। ਸਾਡਾ ਓਨਟਾਰੀਓ ਬਹੁਤ ਵੱਡਾ ਜੀ। ਜਦੋਂ ਇੱਕ ਪਾਸੇ ਸ਼ੁਰੂ ਕਰਦੇ ਦੂਜੇ ਪਾਸੇ ਨੂੰ ਕਈ ਵਾਰੀ ਤੁਹਾਨੂੰ ਸਾਰਾ
ਸਾਰਾ ਦਿਨ ਲੱਗਦਾ ਜੀ ਸਾਰੇ ਇਹਨੂੰ ਕ੍ਰਾਸ ਕਰਨ ਵਾਸਤੇ। ਫਿਰ ਲੋਕੀ ਅੱਜ ਕੱਲ ਕੋਵਿਡ ਕਰਕੇ ਤਰਨ ਘਰਾਂ ਦੇ ਵਿੱਚ ਬੰਦ ਬੈਠੇ ਨੇ, ਉਹ ਫਿਰ ਜਦੋਂ ਵੀ ਸਮਾਂ ਨਿਕਲਦਾ ਕਿਤੇ ਜਾਂਦੇ ਨੇ, ਬੀਚਸ ਭਰੇ ਪਏ ਨੇ ਤਰਨ। ਮੈਂ ਇਸ ਗੱਲ ਤੇ ਹੈਰਾਨ ਆ, ਲੋਕੀ ਅਜੇ ਵੀ ਸਮਝਦੇ ਨਹੀਂ ਹੈਗੇ, ਜਿੰਨੇ ਵੀ ਬੀਚਸ ਨੇ ਸਾਰੇ ਬਹੁਤ ਬਿਜ਼ੀ ਨੇ, ਲੋਕੀ ਇਸ ਗੱਲ ਦਾ ਹਜੇ ਵੀ ਖਿਆਲ ਨਹੀਂ ਰੱਖਦੇ। ਅਖੀਰ ਜਿਹੜਾ ਟਰੈਸ਼ ਛੱਡ ਕੇ ਜਾਂਦੇ ਨੇ, ਉਹ ਕਿ ਆਪਾਂ ਫੋਟੋਆਂ ਵੀ ਦੇਖੀਆਂ ਨੇ, ਇੰਨਾ ਜ਼ਿਆਦਾ ਟਰੈਸ਼ ਪਿਆ ਕਿ ਹੈਰਾਨੀ ਦੀ ਗੱਲ ਹੈਗੀ ਕਿ ਲੋਕ ਠੀਕ ਹੈ ਤੁਸੀਂ ਪਾਰਟੀ ਕਰਨੀ ਹੈ, ਕੁਛ ਵੀ ਕਰਨਾ, ਪਰ ਘੱਟੋ ਘੱਟ ਟਰੈਸ਼, ਔਰ ਹਰ ਬੀਚ ਤੇ ਤਰਨ ਗਾਰਬੇਜ ਵਾਸਤੇ ਜਗ੍ਹਾ ਬਣੀ ਹੋਈ ਹੈ ਜਿੱਥੇ ਤੁਸੀਂ ਟਰੈਸ਼ ਸਿੱਟ ਸਕਦੇ ਹੋ। ਲੋਕੀ ਫੇਰ ਇਹਨੇ ਲਾਪਰਵਾਹ ਨੇ। ਅਸੀਂ ਆਪਦੇ ਆਪ ਨੂੰ ਬੜੇ ਸੱਭਿਅਕ ਮੁਲਕ ਕਹਾਉਂਦੇ ਆ, ਅਸੀਂ ਸਮਝਦੇ ਹਾਂ ਕਿ ਸਾਡੇ ਇੱਥੇ ਅਸੀਂ ਵਧੀਆ ਤਰੀਕੇ ਨਾਲ ਰਹਿੰਦੇ ਹਾਂ ਔਰ ਸਾਨੂੰ ਪਤਾ ਸਫਾਈ ਕਰਨੀ ਆ। ਬਹੁਤੇ ਲੋਕ ਇਹੋ ਜਿਹੇ ਨੇ, ਪਰ ਕਈ ਐਸੇ ਨੇ ਜਿਹੜੇ ਇੰਨਾ ਗੰਦ ਪਾ ਕੇ ਛੱਡ ਜਾਂਦੇ ਨੇ, ਔਰ ਉਹ ਬਾਕੀਆਂ ਦੇ ਉੱਤੇ ਐਵੇਂ ਨਹੀਂ। ਜਿਹੜੇ ਜਿੱਥੇ ਲੋਕ ਬੀਚਸ ਹੈਗੇ ਨੇ ਉਹ ਸਿਟੀ ਉਹ ਸਿਟੀਜ਼ ਇਹ ਚਾਹੁੰਦੇ ਵੀ ਜਿਹੜੇ ਬਾਹਰਲੇ ਸਿਟੀ ਚ ਲੋਕ ਆ ਰਹੇ ਉਹ ਸਾਡੇ ਨਾ ਆਉਣ। ਉਹਨਾਂ ਨੇ ਪਾਰਕਿੰਗ ਵੀ ਮਹਿੰਗੀ ਕੀਤੀ ਹੈ, ਪਰ ਲੋਕ ਫਿਰ ਜਾ ਰਹੇ ਨੇ ਤਾਂ ਉੱਥੇ ਗੰਦ ਪਾ ਰਹੇ ਨੇ। ਸਰ ਉਹੀ ਗੱਲ ਹੈ ਕਿ ਉਂਝ ਅਸੀਂ ਕਹਿੰਦੇ ਕਿ ਆਪਦੇ ਘਰ ਨੂੰ ਅਸੀਂ ਬੜਾ ਸਾਫ਼ ਸੁਥਰਾ ਰੱਖਦੇ ਹਾਂ, ਪਰ ਜਿੱਥੇ ਜਾਂਦੇ ਹਾਂ ਕਮ ਸੇ ਕਮ ਉਸ ਜਗ੍ਹਾ ਨੂੰ ਵੀ ਸਾਫ਼ ਸੁਥਰਾ ਰੱਖੀਏ, ਨਹੀਂ ਤਾਂ ਆਪਣੀ ਜਿਹੜੀ ਥਾਂ ਹੈ ਉਹ ਤਾਂ ਬਹੁਤ ਗੰਦਗੀ ਨਾਲ ਭਰਨੀ ਸ਼ੁਰੂ ਹੋ ਜਾਣੀ ਹੈ। ਕਦੇ ਆਪਣੇ ਘਰ 'ਚ ਤਾਂ ਅਸੀਂ ਏਦਾਂ ਕੂੜਾ ਖਿਲਾਰਿਆ ਨਹੀਂ। ਮਨੁੱਖੀ ਸੁਭਾਅ ਹੈ ਤਰਨ, ਅਗਲਾ ਕਹਿੰਦਾ ਮੇਰਾ ਆਪਦਾ ਦੁਆਰਾ ਸਾਫ਼ ਹੋਵੇ। ਆਪਾਂ ਮੈਂ ਇੰਡੀਆ ਦੀ ਗੱਲ ਕਰ ਲੈਣਾ, ਉੱਥੇ ਅਸੀਂ ਅੰਦਰ ਤਾਂ ਸਫਾਈ ਕਰੀ ਜਾਂਦੇ ਹਾਂ, ਜਿਹੜਾ ਜੋ ਕੁਛ ਕੂੜਾ ਹੁੰਦਾ ਚੱਕ ਕੇ ਘਰ ਦੇ ਮੂਹਰੇ ਸਿੱਟ ਦਿੰਦੇ ਆ। ਉੱਥੇ ਗੁਆਂਢੀਆਂ ਵੱਲ ਨੂੰ ਕਰ ਦਿੰਦੇ ਆ, ਲੜਾਈਆਂ ਸ਼ੁਰੂ ਹੁੰਦੀਆਂ। ਇਹ ਮਨੁੱਖੀ ਫਿਤਰਤ ਹੈ, ਉਹ ਚਾਹੁੰਦਾ ਵੀ ਮੇਰਾ ਆਪਦਾ ਸਾਫ਼ ਰਹੇ, ਬਾਕੀ ਦਾ ਗੰਦਾ ਹੈਗਾ ਤਾਂ ਠੀਕ ਹੈ। ਐਵੇਂ ਜਦੋਂ ਅਸੀਂ ਕਿਸੇ ਸਾਂਝੀ ਥਾਂ ਤੇ ਜਾਂਦੇ ਆ, ਅਸੀਂ ਕਹਿੰਦੇ ਛੱਡੋ ਪਰੇ, ਕਿੱਡੀ ਗੱਲ ਹੈ, ਬਾਹਰ ਉੱਪਰ ਚੱਕ ਕੇ। ਹਾਲਾਂਕਿ ਤਰਨ $500 ਫਾਈਨ ਹੈ ਜੇ ਤੁਸੀਂ ਫੜੇਗੇ ਨਾ ਇਹ ਟਰੈਸ਼ ਸਿੱਟਦੇ ਖੰਡਾਉਂਦੇ ਹੋਏ, ਤਾਂ $500 ਫਾਈਨ ਹੈ, ਪਰ ਲੋਕੀ ਫੇਰ ਵੀ ਡਰਦੇ ਨਹੀਂ ਹੈ। ਬਿਲਕੁਲ ਜੀ, ਮਤਲਬ ਕਹਿੰਦੇ ਆ ਕਿ ਇਟਸ ਓਕੇ, ਜੇਬ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਕੈਨੇਡਾ ਦੇ ਲੋਕੀ ਹੈ ਹੀ ਬਹੁਤ ਅਮੀਰ। ਜੀ ਅਗਲੀ ਖਬਰ ਦਾ ਰੁਖ ਕਰਦੇ ਹਾਂ ਸਰ। ਤੁਸੀਂ ਕਿਸੇ ਮੁਲਕ ਵਿੱਚ ਰਹਿੰਦੇ ਹੋ, ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ, ਡਰਾਈਵਿੰਗ ਲਾਇਸੈਂਸ ਹੈਗਾ ਤੁਹਾਡੇ ਕੋਲ, ਉਸ ਮੁਲਕ ਦਾ ਡਰਾਈਵਿੰਗ ਲਾਇਸੈਂਸ ਆ। ਸਭ ਤੋਂ ਵੱਡੀ ਗੱਲ ਹੈ ਤੁਸੀਂ ਵੋਟ ਪਾ ਰਹੇ ਹੋ, ਉੱਥੋਂ ਦੀ ਸਰਕਾਰ ਬਣਾਉਣ 'ਚ ਆਪਣਾ ਪੂਰਾ ਯੋਗਦਾਨ ਪਾ ਰਹੇ ਹੋ, ਪਰ ਇਸ ਦੇ ਬਾਵਜੂਦ ਕਿਹਾ ਜਾਂਦਾ ਹੈ ਕਿ ਤੁਸੀਂ ਇੱਥੋਂ ਦੇ ਸਿਟੀਜ਼ਨ ਨਹੀਂ ਹੈਗੇ। ਸੋ ਐਵੇਂ ਦੀ ਇੱਕ ਜੀ ਨਿਊਜ਼ੀਲੈਂਡ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ 47 ਸਾਲਾਂ ਤੋਂ ਇੱਕ ਲੇਡੀ ਰਹਿ ਰਹੀ ਹੈ ਤੇ ਬਾਅਦ ਵਿੱਚ ਪਤਾ ਲੱਗ ਰਿਹਾ ਕਿ ਉਹਦੇ ਕੋਲ ਸਟੇਟਸ ਹੀ ਨਹੀਂ ਹੈਗਾ, ਨਾ ਉਹਦੇ ਕੋਲ ਸਿਟੀਜ਼ਨਸ਼ਿਪ ਹੈ, ਨਾ ਕੋਈ ਰੈਜ਼ੀਡੈਂਸ ਹੈ, ਤੇ ਨਾ ਉਹਦੇ ਕੋਲ ਕੋਈ ਵੀਜ਼ਾ ਆ। ਤਰਨ ਉਹ 10 ਸਾਲ ਦੀ ਸੀ ਜਦੋਂ ਆਪਣੇ ਪੇਰੈਂਟਸ ਦੇ ਨਾਲ ਨਿਊਜ਼ੀਲੈਂਡ ਦੇ ਵਿੱਚ ਆਈ ਸੀ, ਔਰ ਉਹਨੂੰ ਕੁਝ ਐਸੀ ਲੱਗਦੀ ਹੈ ਕਿ 1977 ਦੇ ਵਿੱਚ ਲਾਜ਼ ਚੇਂਜ ਹੋ ਗਿਆ, ਜਿਹਦੇ ਵਿੱਚ ਉਹਨੂੰ ਅਪਲਾਈ ਕਰਨ ਦੀ ਲੋੜ ਨਹੀਂ ਹੈ। ਜਿਹੜਾ ਵੀ ਉਸ ਵੇਲੇ ਨਿਊਜ਼ੀਲੈਂਡ 'ਚ ਰਹਿੰਦਾ ਸੀਗਾ ਉਹ ਆਟੋਮੈਟਿਕਲੀ ਨਿਊਜ਼ੀਲੈਂਡ ਦਾ ਸਿਟੀਜ਼ਨ ਬਣ ਜਾਂਦਾ। ਇਹ ਗੱਲ ਨਹੀਂ ਹੈਗੀ ਆ। ਉਹਨੂੰ ਹੁਣ ਪਤਾ ਕਿਵੇਂ ਲੱਗਿਆ? ਉਹ ਹੁਣ ਤੱਕ ਜਿਹੜੀ ਜੌਬ ਕਰਦੀ ਸੀ, ਆਪਦੀ ਜੌਬ ਕਰਦੀ ਸੀ, ਆਪਦੇ ਹਸਬੈਂਡ ਦੇ ਨਾਲ ਕੰਮ ਕਰਦੀ ਸੀਗੀ, ਉਹਨੂੰ ਹੁਣ ਜੌਬ ਦੀ ਲੋੜ ਪਈ ਹੈ। ਜਦੋਂ ਜੌਬ ਵਾਸਤੇ ਉਹਨੇ ਅਪਲਾਈ ਕੀਤਾ, ਉਹਦੇ ਵਿੱਚ ਉਹਨੂੰ 2 ਚੀਜ਼ਾਂ ਚਾਹੀਦੀਆਂ ਨੇ, ਜਾਂ ਡੇਟ ਆਫ ਬਰਥ, ਇੱਕ ਬਰਥ ਸਰਟੀਫਿਕੇਟ ਚਾਹੀਦਾ ਹੈਗਾ, ਇੱਕ ਪ੍ਰੂਫ ਆਫ ਸਿਟੀਜ਼ਨਸ਼ਿਪ ਚਾਹੀਦੀ ਹੈਗੀ ਆ। ਉਹਦੇ ਕੋਲੇ ਹੁਣ ਦੋਨੇ ਹੀ ਹੈ ਨਹੀਂ, ਕਿ ਡਰਾਈਵਰਸ ਲਾਇਸੈਂਸ ਚਾਹੀਦਾ, ਜਾਂ 2 ਚਾਹੀਦੇ ਨੇ। ਉਹਦੇ ਕੋਲ ਇਕੱਲਾ ਡਰਾਈਵਰਸ ਲਾਇਸੈਂਸ ਸੀ, ਦੂਜੇ ਉਹਦੇ ਕੋਲ ਹੈ ਹੀ ਨਹੀਂ ਹੈ, ਔਰ ਉਹਦਾ ਸਟੇਟਸ ਇਸ ਵੇਲੇ ਸ਼ੀ ਇਜ਼ ਨਾਟ ਅ ਸਿਟੀਜ਼ਨ ਆਫ ਨਿਊਜ਼ੀਲੈਂਡ। ਐਕਚੁਅਲੀ ਤੁਸੀਂ ਕਹੋਗੇ ਉਹਨੂੰ ਪਤਾ ਕਿਵੇਂ ਲੱਗਿਆ? ਉਹਨੇ ਟਰੈਵਲ ਨਹੀਂ ਜੀ ਕੀਤਾ ਕਦੇ, ਉਹ ਨਿਊਜ਼ੀਲੈਂਡ ਤੋਂ ਬਾਹਰ ਨਹੀਂ ਗਿਆ, ਉਹਨੂੰ ਪਾਸਪੋਰਟ ਬਣਾਉਣ ਦੀ ਲੋੜ ਹੀ ਨਹੀਂ ਪਈ, ਇਸ ਕਰਕੇ ਉਹਨੂੰ ਪਤਾ ਹੀ ਨਹੀਂ ਸਿਟੀਜ਼ਨਸ਼ਿਪ ਹੈਗੀ ਹੈ ਜਾਂ ਨਹੀਂ ਹੈਗੀ ਹੈ। ਔਰ ਐਕਚੁਅਲੀ ਟੈਕਨੀਕਲੀ ਉਹਦੇ ਆਪ ਦੇ ਕਹਿਣ ਮੁਤਾਬਕ ਸ਼ੀ ਕੈਨ ਬੀ ਡਿਪੋਰਟਡ, ਜਿੱਥੋਂ ਵੀ ਉਹ ਆਈ ਸੀਗੀ ਆਪਦੇ ਪੇਰੈਂਟਸ, ਮੈਂ ਕਿਹਾ ਸਕਾਟਲੈਂਡ ਤੋਂ ਆਈ ਸੀਗੀ। ਅੱਛਾ, ਉਹਦੇ ਬੱਚੇ ਨੇ ਸਾਰੇ ਨਿਊਜ਼ੀਲੈਂਡ ਦੇ ਉਹ ਹੈਗੇ ਨੇ, ਸਿਟੀਜ਼ਨਸ ਨੇ। ਉਹਦੇ ਜਿਹੜੇ ਗ੍ਰੈਂਡ ਕਿਡਸ ਨੇ UK ਦੇ ਉਹਦੇ ਸਿਟੀਜ਼ਨਸ ਹੈਗੇ ਨੇ, ਪਰ ਇਹਦਾ ਹੈ ਨਹੀਂਗਾ ਜੀ। ਪੈਸੇ ਨੇ ਅਪਲਾਈ ਕੀਤਾ ਹੈਗਾ, ਹੋਪਫੁਲੀ ਜਿਹੜੀ ਸਰਕਾਰ ਹੈ ਇਹਨੂੰ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਉੱਥੋਂ ਦੀ ਸਿਟੀਜ਼ਨਸ਼ਿਪ ਦੇਵੇਗੀ ਜੀ। ਬਿਲਕੁਲ। ਤੇ ਇੱਕ ਅਜਿਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਸ਼ਖਸ 5 ਸਾਲ ਬਾਅਦ ਜ਼ਿੰਦਾ ਹੋ ਜਾਂਦਾ ਆ। ਇੰਗਲੈਂਡ ਦੀ ਗੱਲ ਹੈ ਜੀ। ਦੇਖੋ, ਇਹ ਐਸਾ ਇਨਸਾਨ ਹੈਗਾ ਜਿਹੜਾ ਧਰਤੀ ਤੋਂ ਗਾਇਬ ਹੋ ਗਿਆ ਜੀ। ਗਾਇਬ ਕਿਉਂ ਹੋਇਆ? ਉਹਦਾ ਕਾਰਨ ਵੀ ਸਰਕਾਰ, ਉਹਦੀ ਪੁਲਿਸ ਦੱਸ ਰਹੀ ਹੈ, ਕਿਉਂਕਿ ਉਹਨੂੰ ਕੋਈ ਲੋਕ ਤੰਗ ਕਰਦੇ ਸੀਗੇ, ਕੰਮ ਤੇ ਵੀ ਤੰਗ ਕਰਦੇ ਸੀਗੇ, ਉਹ ਜਿੱਥੇ ਰਹਿੰਦਾ ਸੀਗਾ ਉੱਥੇ ਵੀ ਤੰਗ ਕਰਦੇ। ਅਖੀਰ ਉਹ ਬੰਦਾ ਤੰਗ ਹੋ ਕੇ ਚਲਿਆ ਗਿਆ। ਉਹ ਚਲਿਆ ਤਾਂ ਗਿਆ, ਪਰ ਉਹ ਇਹ ਸੋਚੇਗਾ ਕਿ ਇਹਦਾ ਮਰਡਰ ਹੋ ਗਿਆ। ਇੱਕ ਬੰਦੇ ਨੂੰ ਫੜ ਵੀ ਲਿਆ ਗਿਆ, ਪਰ ਲਾਸ਼ ਨਹੀਂ ਮਿਲੀ ਉਹਦੀ, ਤੇ ਜਿਹਨੂੰ ਫੜਿਆ ਗਿਆ ਸੀ ਉਹਨੂੰ ਚਾਰਜ ਨਹੀਂ ਸੀ ਕੀਤਾ ਗਿਆ, ਉਹਨੂੰ ਉੱਤੇ ਜਾਣ ਦੀ ਗੱਲਬਾਤ ਕਰਕੇ ਉਹਨੂੰ ਅਖੀਰ ਛੱਡ ਦਿੱਤਾ ਗਿਆ ਸੀਗਾ। ਹੁਣ ਉਹ ਬੰਦਾ 5 ਸਾਲਾਂ ਬਾਅਦ ਬਾਹਰ ਆ ਗਿਆ। ਉਹ ਇੱਕ ਇਕਾਂਤ ਦੇ ਵਿੱਚ ਰਹਿੰਦਾ ਸੀ। ਅਖੀਰ ਉਹਨੇ ਫੋਨ ਲਿਆ, ਫੋਨ ਦੇ ਉੱਤੇ ਉਹਨੇ ਆਪਦੀਆਂ ਫੋਟੋਆਂ ਪਾਉਣ ਲੱਗ ਪਿਆ। ਉਹ ਤੋਂ ਉਹਦੇ ਬਾਰੇ ਪਤਾ ਲੱਗਾ ਕਿ ਇਹ ਜ਼ਿੰਦਾ ਹੈਗਾ, ਤੇ ਅਖੀਰ ਪੁਲਿਸ ਨੇ ਉਹਨੂੰ ਟਰੈਕ ਕੀਤਾ, ਉਹਨੂੰ ਲੱਭ ਲਿਆ ਗਿਆ, ਆ ਗਈ ਆ ਉਹਨੂੰ। ਤੇ ਬਟ ਬੜੀ ਹੈਰਾਨੀ ਦੀ ਗੱਲ ਆ ਕਿ ਬੰਦਾ ਧਰਤੀ ਤੋਂ ਗਾਇਬ ਹੋ ਗਏ, 5 ਸਾਲਾਂ ਬਾਅਦ ਫੇਰ ਲੱਭ ਜਾਣਾ। ਇਹ ਤਾਂ ਫਿਲਮੀ ਸਟੋਰੀ ਵਰਗੀ ਗੱਲ ਹੀ ਬਣ ਗਈ ਹੈ ਤਰ੍ਹਾਂ। ਬਿਲਕੁਲ ਜੀ। ਤੇ ਸਰ ਇਹ ਫਿਲਮੀ ਸਟੋਰੀ ਵੀ ਹੋਇਆ, ਏਕਤਾ ਕਪੂਰ ਦੇ ਸੀਰੀਅਲਸ ਨਹੀਂ ਹੁੰਦੇ ਕਿ 5 ਸਾਲ ਬਾਅਦ ਕੋਈ ਸ਼ਖਸ ਮਰ ਗਿਆ ਹੁੰਦਾ, ਇਸ ਤੋਂ ਬਾਅਦ ਅਚਾਨਕ ਆ ਕੇ ਅੱਗੇ ਖੜਾ ਹੋ ਜਾਂਦਾ। ਸੋ ਉਹ ਚੀਜ਼ ਸਾਹਮਣੇ ਆਈ ਹੈ
ਖਬਰ ਇੱਕ ਹੋਰ ਹੈ ਸਰ, ਜਿਹੜੇ ਇਸ ਵਕਤ ਟਰੈਵਲ ਨਹੀਂ ਕਰ ਸਕਦੇ ਹੈਗੇ ਪਰ ਬਹੁਤ ਦਿਲ ਕਰਦਾ, ਜਿਵੇਂ ਹੁੰਦਾ ਨਹੀਂ ਸ਼ਾਪਿੰਗ ਕਰਨ ਨੂੰ ਬਹੁਤ ਦਿਲ ਕਰਦਾ, ਇਸ ਵਕਤ ਜਿਹੜੇ ਮਾਲਸ ਬੰਦ ਸੀ ਤਾਂ ਆਨਲਾਈਨ ਸ਼ਾਪਿੰਗ ਦੀ ਇੰਨੀ ਭਰਮਾਰ ਹੋਈ ਕਿ ਜਿਹੜੀ ਕੈਨੇਡਾ ਪੋਸਟ ਆ ਉਹਨੇ ਵੀ ਕਹਿ ਦਿੱਤਾ ਕਿ ਕ੍ਰਿਸਮਸ ਨਾਲੋਂ ਜ਼ਿਆਦਾ ਇਸ ਵਕਤ ਸਾਡੇ ਕੋਲ ਸਟਾਕ ਹੋਇਆ ਪਿਆ ਤੇ ਇੰਨਾ ਕੁ ਜ਼ਿਆਦਾ ਇਸ ਵਕਤ ਸਾਡੇ ਤੇ ਬਰਡਨ ਪਿਆ ਹੋਇਆ। ਸੋ ਹੁਣ ਅਜੇ ਵੀ ਲੋਕ ਹੁੰਦੇ ਜਿਹੜੇ ਕਿ ਟਰੈਵਲ ਕਰਨ ਦੇ ਸ਼ੌਕੀਨ ਹੁੰਦੇ ਆ, 에ਅਰਪਲੇਨ 'ਚ ਬਹਿਣਾ ਉਹਨਾਂ ਨੇ ਬਸ ਕਿ ਜਿੰਨੀ ਦੇਰ ਤੱਕ ਬੈਠਦੇ ਨਹੀਂ ਉਨੀ ਦੇਰ ਤੱਕ ਦਿਲ ਨੂੰ ਤਸੱਲੀ ਨਹੀਂ ਹੁੰਦੀ। ਸੋ ਉਹਨਾਂ ਨੂੰ ਲੈ ਕੇ ਕਹਿੰਦੇ ਆ ਕਿ 에ਅਰਲਾਈਨ ਨੇ ਇੱਕ ਨਵਾਂ ਉਪਰਾਲਾ ਕੀਤਾ ਆ। ਇਹ ਤਾਈਵਾਨ ਦੀ 에ਅਰਲਾਈਨ ਹੈ ਤਰਨ ਈਵਾ 에ਅਰ ਹੈਗਾ, EVA ਹੈ ਮਤਲਬ 에ਅਰ, ਔਰ ਉਹਨੇ ਇਹ ਗੱਲ ਸ਼ੁਰੂ ਕੀਤੀ ਹੈ ਕਿ 3.5 ਘੰਟੇ ਦੀ ਫਲਾਈਟ ਹੈ ਜੀ, ਉਹ ਉਡਾਨ ਭਰੇਗੀ, ਆਸੇ-ਪਾਸੇ ਗੇੜਾ ਦਬਾਵੇਗੀ ਤੇ ਵਾਪਸ ਉਸ 에ਅਰਪੋਰਟ ਤੇ ਆ ਕੇ ਉਤਰ ਜਾਏਗੀ। ਉਹਦੇ ਵਿੱਚ ਉਹਨਾਂ ਨੂੰ ਬਹੁਤ ਸੋਹਣਾ ਡਿਨਰ ਕਰਵਾਇਆ ਜਾਵੇਗਾ, ਉਹਦੇ ਜਿਹੜੇ ਉਹਨਾਂ ਦੇ ਪੈਸੇ ਆ ਉਹਦੇ ਜਿਹੜੀ ਵੈਰੀ ਰੀਜ਼ਨੇਬਲ ਹੈ, ਐਂਡ ਜਿਹੜੀ ਈਵਨ ਬਿਜ਼ਨਸ ਕਲਾਸ ਆ ਉਹਦੇ ਵੀ ਥੋੜੇ ਵੱਧ ਹੈਗੇ ਨੇ। ਲੋਕਾਂ ਨੂੰ ਜਿਹੜੇ ਇਸ ਗੱਲੋਂ ਸਿੱਖ ਹੋਏ ਵੀ ਅਸੀਂ ਫਲਾਈ ਕਰਨਾ ਚਾਹੁੰਦੇ ਸੀ, ਉਹਨਾਂ ਦੀ ਇਹ ਗੱਲ ਹੈਗੀ। ਔਰ ਇਹ ਫਾਦਰਸ ਡੇ ਹੈ ਜੀ, ਅਗਸਤ 8 ਨੂੰ ਤਾਈਵਾਨ ਦੇ ਵਿੱਚ ਫਾਦਰਸ ਡੇ ਆ, ਔਰ ਜਿਹੜੀ ਫਲਾਈਟ ਹੈ ਨਾ ਤਰਨ ਉਹਦਾ ਖਾਸ ਨੰਬਰ ਰੱਖਿਆ ਗਿਆ, BR5288 ਉਹਦਾ ਨੰਬਰ ਰੱਖਿਆ ਗਿਆ। ਕਹਿੰਦੇ ਕਿਉਂ ਰੱਖਿਆ ਗਿਆ ਇਸ ਦਾ ਨੰਬਰ? ਉਹ ਕਹਿੰਦੇ ਇਸ ਕਰਕੇ ਰੱਖਿਆ ਗਿਆ ਕਿ ਜਦੋਂ ਤੁਸੀਂ ਤਾਈਵਾਨੀਜ਼ ਦੇ ਵਿੱਚ BR5288 ਕਹਿੰਦੇ ਉਹ ਲੱਗਦਾ ਹੈਪੀ ਫਾਦਰਸ ਡੇ, ਉਹ ਇਸ ਤਰ੍ਹਾਂ ਲੱਗਦਾ, ਉਹਦੀ ਜਿਵੇਂ ਰਾਈਮ ਕਰਦਾ ਉਹਦੇ ਨਾਲ, ਇਸ ਕਰਕੇ ਉਹਦਾ ਰੱਖਿਆ। ਫਿਰ ਜੋ ਜਿਨ੍ਹਾਂ ਨੇ ਭਾਈ ਇੰਨੀ ਦੇਰ ਦੇ ਬੰਦ ਬੈਠੇ ਹੈਗੇ ਆ, ਜਹਾਜ਼ ਤੇ ਚੜ੍ਹਨਾ ਚਾਹੁੰਦੇ ਹੈਗੇ ਆ, ਉਹ ਤਾਈਵਾਨ ਦੇ ਵਿੱਚ ਜਾ ਕੇ ਸਫ਼ਰ ਕਰ ਸਕਦੇ ਆ ਜੀ। ਬਿਲਕੁਲ ਜੀ। ਤੇ ਹੁਣ ਰੁਕ ਕਰ ਸਕਦੇ ਹਾਂ ਜੀ ਭਾਰਤ ਦੇ ਵੱਲ। ਇਸ ਵਕਤ ਜਿਹੜੀ ਸਭ ਤੋਂ ਵੱਡੀ ਇਸ ਵਕਤ ਸੁਰਖੀਆਂ ਵਿੱਚ ਆਈ ਹੋਈ ਹੈ ਟਿਕਟੌਕ, ਉਸ ਨੂੰ ਰਿਪਲੇਸ ਕਰਨ ਲਈ ਭਾਰਤ ਦੀ ਇਸ ਵਕਤ ਸ਼ੇਅਰ ਚੈਟ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਆਈ ਹੋਈ ਹੈ ਤੇ ਹੁਣ ਇਸ ਨੂੰ ਲੈ ਕੇ ਕਹਿੰਦੇ ਆ 200 ਬਿਲੀਅਨ ਸਰ ਤੱਕ ਦਾ ਜਿਹੜਾ ਇਸ ਵਕਤ ਬਜਟ ਜਿਹੜਾ ਉੱਪਰ ਤੱਕ ਜਾ ਰਿਹਾ ਵਾ। ਤਰਨ ਸੀਕੁਆ ਕੈਪੀਟਲ ਹੈਗੀ ਆ, US ਬੇਸਡ ਕੰਪਨੀ ਹੈਗੀ ਆ, ਉਹ ਤੋਂ ਤਕਰੀਬਨ $200 ਮਿਲੀਅਨ ਇਹ ਘਟਦਾ ਜੀ ਬਿਲੀਅਨ ਦੇ ਵਿੱਚੋਂ, ਉਹ ਕਹਿੰਦੇ ਪੂਰਾ ਕਰਨਾ ਚਾਹੁੰਦੇ ਹੈਗੇ, ਜਿਹਨਾਂ ਕਿ ਸਾਡਾ ਜੇ ਇੰਨੇ ਹੋ ਜਾਂਦੇ ਤਾਂ ਉਹਦੇ ਵਾਸਤੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਜਿਹੜੀ ਸ਼ੇਅਰ ਚੈਟ ਹੈਗੀ ਹੈ ਜੀ, ਤਕਰੀਬਨ ਤਰਨ ਇੰਡੀਆ ਦੇ ਵਿੱਚ ਇਸ ਵੇਲੇ ਬਹੁਤ ਪਪੂਲਰ ਹੈ, ਔਰ ਇਹ 15 ਜ਼ਬਾਨਾਂ ਦੇ ਵਿੱਚ ਇੰਡੀਆ ਦੀਆਂ ਦੇ ਵਿੱਚ ਇਹ ਸਰਵਿਸ ਦੇ ਰਹੀ ਹੈ। ਇਹ ਬੜੀ ਵੱਡੀ ਗੱਲ ਹੈਗੀ ਹੈ ਜਿਹੜੀ 15 ਜ਼ਬਾਨਾਂ ਦੇ ਵਿੱਚ ਦੇ ਰਹੀ ਹੈ। ਔਰ ਟਿਕਟੌਕ ਦਾ ਮੁਕਾਬਲਾ ਜਦੋਂ ਦੀ ਗਈ ਹੈ, ਖਾਸ ਕਰਕੇ ਉਹ ਤੋਂ ਮੋਰੋਂ ਇਹਦਾ ਬਹੁਤ ਜ਼ਿਆਦਾ ਲੋਕਾਂ ਨੇ ਇਹਨੂੰ ਡਾਊਨਲੋਡ ਕੀਤਾ, ਬਹੁਤ ਜ਼ਿਆਦਾ ਲੋਕ ਵਰਤ ਰਹੇ ਹੈਗੇ ਨੇ, 50 ਮਿਲੀਅਨ ਤੋਂ ਉੱਪਰ ਡਾਊਨਲੋਡਸ ਹੋ ਚੁੱਕੇ ਨੇ ਟਿਲ ਨਾਓ। ਤੁਸੀਂ ਇਮੈਜਿਨ ਕਰੋ ਜਿਹੜੀ ਸ਼ੇਅਰ ਚੈਟ ਹੈਗੀ ਹੈ, ਜੇ ਕਿਤੇ ਟਿਕਟੌਕ ਦਾ ਇੰਨਾ ਉਧਰ ਰੌਲਾ ਪੈਂਦਾ ਰਿਹਾ, ਇਨ ਦਾ ਮੀਨ ਟਾਈਮ ਸ਼ੇਅਰ ਚੈਟ ਨੇ ਬਹੁਤ ਵੱਡੀ ਮਾਰਕੀਟ ਦਾ ਹਿੱਸਾ ਲੈ ਜਾਣਾ, ਜਿੱਥੋਂ ਲੋਕਾਂ ਨੂੰ ਫਿਰ ਨਿਕਲਣਾ ਮੁਸ਼ਕਲ ਹੋ ਜਾਂਦਾ ਕਿ ਉਹ ਤਾਂ ਯੂਜ਼ਡ ਟੂ ਹੋ ਜਾਂਦੇ ਨੇ। ਟਿਕਟੌਕ ਦਾ ਜ਼ਰੂਰ ਮੁਕਾਬਲਾ ਹੋਏਗਾ ਜੀ ਇਸ ਦੇ ਨਾਲ। ਬਿਲਕੁਲ, ਹੁਣ ਮਤਲਬ ਟਿਕਟੌਕ ਦਾ ਟੈਲੈਂਟ ਅਸੀਂ ਸ਼ੇਅਰ ਐਪ ਤੇ ਦੇਖ ਸਕਦੇ ਹਾਂ, ਸ਼ੇਅਰ ਚੈਟ ਤੇ। ਬਿਲਕੁਲ ਜੀ। ਸਰ ਖਬਰ ਹੈ ਪੰਜਾਬ ਤੋਂ ਇਸ ਵਕਤ ਇੱਕ ਮੈਟਰ ਕਾਫੀ ਜ਼ਿਆਦਾ ਸੁਰਖੀਆਂ 'ਚ ਆਇਆ ਹੋਇਆ, ਜ਼ਹਿਰੀਲੀ ਸ਼ਰਾਬ ਪੀਣ ਦੇ ਕਰਕੇ ਜੋ ਮੌਤਾਂ ਹੋ ਰਹੀਆਂ ਨੇ। ਸਭ ਤੋਂ ਵੱਡੀ ਗੱਲ ਆ, ਗਲਤੀ ਉਹਨਾਂ ਦੀ ਜਿਹੜੇ ਇਹ ਸ਼ਰਾਬ ਨੂੰ ਪੀ ਰਹੇ ਨੇ, ਸਭ ਤੋਂ ਵੱਡੀ ਸਰਕਾਰ ਦੀ ਗਲਤੀ ਹੈ। ਆਬਕਾਰੀ ਵਿਭਾਗ ਜਿਹੜਾ ਆ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਆ, ਉਹਨਾਂ ਦੀ ਮੌਜੂਦਗੀ ਦੇ ਵਿੱਚ ਪਹਿਲਾਂ ਤਾਂ ਕਰੋਨਾ ਵਾਇਰਸ ਦੌਰਾਨ ਜਦੋਂ ਲੋਕਡਾਊਨ ਹੁੰਦਾ ਆ, ਨਜਾਇਜ਼ ਤੌਰ ਤੇ ਸ਼ਰਾਬ ਦੀ ਵਿਕਰੀ ਹੁੰਦੀ ਆ, ਉਹਦੀ ਇਨਕੁਆਇਰੀ ਬਿਠਾਈ ਜਾਂਦੀ ਆ, ਉਹਦਾ ਹਜੇ ਕੁਝ ਨਹੀਂ ਪਤਾ ਲੱਗਦਾ ਤੇ ਹੁਣ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਸਾਹਮਣੇ ਆਇਆ। ਤਰਨ ਬੜਾ ਸੌਖਾ ਕੰਮ ਹੈ, ਕਿਸੇ ਵੀ ਗੱਲ ਤੇ ਇਨਕੁਆਇਰੀ ਉਠਾ ਦਿਓ। ਇਨਕੁਆਇਰੀ ਦਾ ਕੰਮ ਗਿੱਲਾ ਪੀਣ ਪਾਉਣ ਹੁੰਦਾ, ਨਾ ਕਿਸੇ ਸਿਰੇ ਲੱਗਣੀ ਨਾ ਕੁਝ ਹੋਰ ਕਰਨੀ ਹੈ। ਹਾਂਜੀ, ਜਿਹੜੇ ਸਾਡੇ ਚੀਫ ਮਿਨਿਸਟਰ ਸਾਹਿਬ ਆ, ਉਹਨਾਂ ਨੇ ਅਫਸੋਸ ਜ਼ਰੂਰ ਜ਼ਾਹਿਰ ਕੀਤਾ ਮੌਤਾਂ ਦੇ ਉੱਤੇ। ਜੇ ਮੌਤਾਂ ਤੇ ਅਫਸੋਸ ਜ਼ਾਹਿਰ ਕੀਤਾ, ਪਹਿਲਾਂ ਉਹ ਤਾਂ ਦੱਸੋ ਮੌਤਾਂ ਹੋ ਕਿਉਂ ਰਹੀਆਂ ਨੇ? ਤੁਹਾਡੀ ਦੇਖ ਰੇਖ ਦੇ ਵਿੱਚ ਹੋ ਰਹੀਆਂ ਨੇ, ਔਰ ਇੱਕ ਜਾਂ ਦੋ ਨਹੀਂ ਹੈ, ਸੈਂਕੜੇ ਤੋਂ ਉੱਪਰ ਹੋ ਚੁੱਕੀ ਹੈ ਜਿਹੜੀ ਮੌਤ ਹੋ ਚੁੱਕੀ ਹੈ, ਔਰ ਨਜਾਇਜ਼ ਸ਼ਰਾਬ ਦੇ ਨਾਲ। ਤਰਨ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਹੈ, ਮੈਂ ਇੰਡੀਆ ਫੋਨ ਕੀਤਾ ਸੀਗਾ, ਉਹ ਕਹਿੰਦੇ ਵੀ ਜਿਹੜੀਆਂ ਆਹ ਭੱਠੀਆਂ ਵਾਲੀ ਹੈਗੀ ਆ ਸ਼ਰਾਬ, ਇਹ ਤਾਂ ਹੈਗੀ ਆ, ਹੋਰ ਬਹੁਤ ਕੈਮੀਕਲਸ ਨੇ ਜਿਹੜੇ ਕੈਮੀਕਲਸ ਨੂੰ ਮਿਕਸ ਕਰਕੇ ਪੀਣ ਵਾਸਤੇ ਚੀਜ਼ ਬਣਾਈ ਜਾਂਦੀ ਹੈ, ਔਰ ਉਹਦੇ ਮਿਕਸ ਦਾ ਵੀ ਕੋਈ ਪਤਾ ਨਹੀਂ ਹੈਗਾ ਕੀ ਪਰਸੈਂਟੇਜ ਹੈਗੇ ਕੀ ਨਹੀਂ ਹੈਗੀ ਆ, ਉਹਦੇ ਨਾਲ ਇਹ ਮੌਤਾਂ। ਇਹ ਵੀ ਇੱਕ ਕਾਰਨ ਹੈ ਇਹਨਾਂ ਮੌਤਾਂ ਦਾ, ਹੋ ਸਕਦਾ ਇਹਦੇ ਵਿੱਚ ਵੀ ਇਹ ਗੱਲ ਹੋਈ ਹੋਵੇ। ਸਰਕਾਰ ਇਸ ਗੱਲ ਦੇ ਵਿੱਚ ਜੀ ਫੇਲ ਹੋਈ ਹੈ, ਜੋ ਕੁਝ ਵੀ ਇਹ ਲੋਕਾਂ ਦੀ ਮੌਤਾਂ ਹੋ ਰਹੀਆਂ ਨੇ, ਇਹ ਗੱਲ ਹੋਣੀ ਨਹੀਂ ਚਾਹੀਦੀ। ਵਾਈ ਇਜ਼ ਇਟ ਹੈਪਨਿੰਗ? ਜਦ ਹਾਲਾਂਕਿ ਲੀਗਲ ਸ਼ਰਾਬ ਵਿਕਦੀ ਹੈਗੀ ਆ। ਈਵਨ ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਤਰਨ, ਜਿਹੜੇ ਲੀਗਲ ਠੇਕੇਦਾਰ ਹੈਗੇ ਆ, ਉਹ ਕਿਉਂ ਨਹੀਂ ਇਹਨਾਂ ਗੱਲਾਂ ਨੂੰ ਰੋਕਣ ਨੂੰ ਫਿਰਦੇ ਹੁੰਦੇ ਕਿ ਉਹਨਾਂ ਦੀ ਮਾਰਕੀਟ ਦੇ ਵਿੱਚ ਮਾਰ ਪੈ ਰਹੀ ਹੈ? ਸਰ ਇਹ ਮੇਰੇ ਖਿਆਲ 'ਚ ਸਸਤੀ ਥੋੜੀ ਜਿਹੀ ਮਿਲ ਜਾਂਦੀ ਹੈ, ਤਾਂ ਕਰਕੇ ਖਾਸ ਤੌਰ ਤੇ, ਕਿਉਂਕਿ ਮਰਨ ਵਾਲਿਆਂ ਦੀ ਵੀ ਗੱਲ ਦੇਖੀਏ ਤਾਂ ਥੋੜਾ ਜਿਹਾ ਲੋਅਰ ਤਬਕਾ ਜਿਹੜਾ ਮਜ਼ਦੂਰ ਤਬਕਾ, ਉਹਦੇ ਜ਼ਿਆਦਾਤਰ ਜਿਹੜੇ ਆ ਮੌਤ ਦਾ ਸ਼ਿਕਾਰ ਹੋਏ ਨੇ। ਸਸਤੀ ਹੋਣ ਦੇ ਕਰਕੇ ਅਜਿਹੀ ਕੈਪਸੂਲਸ ਨਾਲ ਤਿਆਰ ਕੀਤੀ ਜਾਂਦੀ ਹੈ ਸ਼ਰਾਬ ਹੁੰਦੀ ਹੈ, ਜਿਹੜੀ ਕਿ ਜਿਹਦਾ ਸੇਵਨ ਕਰਦੇ ਆ, ਪਰ ਇਹਦੇ ਵਿੱਚ ਨਹੀਂ ਪਤਾ ਹੁੰਦਾ ਕਿ ਕਿਹੜੇ ਜ਼ਹਿਰੀਲੇ ਪਦਾਰਥ ਪਾਏ ਹੁੰਦੇ ਆ, ਜਿਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ 100 ਤੋਂ ਵੱਧ ਮੌਤਾਂ ਜਿਹੜੀਆਂ ਹੁਣ ਹੋਈਆਂ ਨੇ। ਬਿਲਕੁਲ ਜੀ ਸਰ, ਇਹਦੇ ਨਾਲ ਇੱਕ ਖਬਰ ਜਿਹੜੀ ਆ ਹੋਰ ਸਾਂਝੀ ਕਰਨਾ ਚਾਹਾਂਗੇ, ਜਿਹੜੀ ਹੈ ਕੈਨੇਡਾ ਤੋਂ ਆ। ਕੈਨੇਡਾ ਦੀ ਜਿਹੜੀ ਇਸ ਵਕਤ ਐਪ ਦੀ ਗੱਲ ਕਰ ਰਹੇ ਹਾਂ ਕਿ ਫੈਡਰਲ ਲੈਵਲ ਤੇ ਕਰੋਨਾ ਵਾਇਰਸ ਨੂੰ ਨਜਿੱਠਣ ਲਈ ਇੱਕ ਐਪ ਬਣਾਈ ਗਈ ਹੈ।
ਜਿਹਨੂੰ ਕਿ ਕਾਫੀ ਲੋਕਾਂ ਨੇ ਭਰਵਾਂ ਹੁੰਗਾਰਾ ਵੀ ਦਿੱਤਾ। ਓਨਟਾਰੀਓ ਸਰਕਾਰ ਨੇ ਕਿਹਾ ਕਿ ਇਸ ਨੂੰ ਸਭ ਤੋਂ ਪਹਿਲਾਂ ਕਿ ਓਨਟਾਰੀਓ ਵਿੱਚ ਲਾਂਚ ਕੀਤਾ, ਇਹਨੂੰ ਲੋਕਾਂ ਨੇ ਅਪਲੋਡ ਵੀ ਕੀਤਾ, ਆਪਣੇ ਫੋਨ ਦੇ ਉੱਤੇ ਡਾਊਨਲੋਡ ਕੀਤਾ ਹੈ, ਜਿਸ ਤੋਂ ਬਾਅਦ ਹੁਣ ਦੇਖ ਰਹੇ ਹਾਂ ਕਿ ਸਭ ਤੋਂ ਵੱਡਾ ਜੋ ਕੰਸਰਨ ਸਾਹਮਣੇ ਆ ਰਿਹਾ ਉਹ ਪ੍ਰਾਈਵੇਸੀ ਨੂੰ ਲੈ ਕੇ ਆ ਰਿਹਾ ਕਿ ਕੋਈ ਵੀ ਜਦੋਂ ਸੋਸ਼ਲ ਐਪ ਅਸੀਂ ਯੂਜ਼ ਕਰਦੇ ਹਾਂ ਕੱਲ ਨੂੰ ਕਿਤੇ ਸਾਡੀ ਪ੍ਰਾਈਵੇਸੀ ਜਿਹੜੀ ਆ ਉਹਦਾ ਉਲੰਘਣ ਨਾ ਹੋਵੇ। ਇਸ ਨੂੰ ਲੈ ਕੇ ਹੁਣ ਕੀ ਨਵਾਂ ਸਾਹਮਣੇ ਆ ਰਿਹਾ? ਜਿਹੜਾ ਪ੍ਰਾਈਵੇਸੀ ਕਮਿਸ਼ਨਰ ਤਰਨ ਉਹਨੇ ਇਹਨੂੰ ਪਾਸ ਕਰ ਦਿੱਤਾ। ਉਹਨੇ ਕਿਹਾ ਵੀ ਇਹਦੇ ਚ ਕਿਸੇ ਦੀ ਵੀ ਕੋਈ ਪ੍ਰਾਈਵੇਸੀ ਦੇ ਉੱਤੇ ਕੋਈ ਵੀ ਫਰਕ ਨਹੀਂ ਪੈਂਦਾ ਜੀ, ਕਿਸੇ ਦੀ ਕੋਈ ਟਰੈਕ ਨਹੀਂ ਰੱਖਿਆ ਜਾ ਰਿਹਾ। ਇਸ ਗੱਲੋਂ ਬੇਫਿਕਰ ਹੋ। ਇਹ ਐਪ ਐਸੀ ਹੈਗੀ ਆ ਕਿ ਤੁਹਾਡਾ ਹਿਸਾਬ ਕਿਤਾਬ ਕਿਤੇ ਵੀ ਨਹੀਂ ਜਾ ਰਿਹਾ, ਸਿਰਫ ਕੋਵਿਡ ਵਾਸਤੇ ਹੀ ਆ ਔਰ ਉਸੇ ਵਾਸਤੇ ਹੀ ਵਰਤੀ ਜਾ ਰਹੀ ਹੈ। ਇਹਦਾ ਡਾਟਾ ਵੀ ਕਿਤੇ ਹੋ ਨਹੀਂ ਜਾ ਰਿਹਾ, ਨਾ ਕਿਸ ਨੂੰ ਵਰਤਿਆ ਜਾਏਗਾ। ਜਿਹੜਾ ਕਿ ਪ੍ਰਾਈਵੇਸੀ ਕਮਿਸ਼ਨਰ ਨੇ ਇਹ ਗੱਲ ਕਹੀ ਹੈ, ਬਹੁਤ ਵੱਡੀ ਗੱਲ ਹੈਗੀ ਹੈ। ਬਾਕੀ ਹਜੇ ਤਰਨ ਇਹ ਬਹੁਤ ਪਪੂਲਰ ਹੋਈ ਹੈ ਐਪ, ਠੀਕ ਹੈ। ਆਪਾਂ ਗੱਲ ਕੀਤੀ ਸੀ ਕਿ 5 ਸਾਲ ਤੋਂ ਪੁਰਾਣੇ ਫੋਨ ਦੇ ਵਿੱਚ ਨਹੀਂ ਡਾਊਨਲੋਡ ਹੋ ਰਹੀ, ਪਰ ਜਿੰਨਾ 'ਚ ਡਾਊਨਲੋਡ ਹੋ ਰਹੀ ਹੈ ਬਹੁਤ ਲੋਕਾਂ ਨੇ ਇਹਨੂੰ ਆਲਰੇਡੀ, ਮੇਰੇ ਖਿਆਲ 3 ਮਿਲੀਅਨ ਤੋਂ ਉੱਪਰ ਤੁਸੀਂ ਨੰਬਰ ਦੱਸਿਆ, ਹਾਂਜੀ 3 ਮਿਲੀਅਨ ਤੋਂ ਉੱਪਰ ਜੀ ਲੋਕਾਂ ਨੇ ਆਲਰੇਡੀ ਇਹਨੂੰ ਡਾਊਨਲੋਡ ਕਰ ਰਿਹਾ। ਔਰ ਇਹ ਚੰਗੀ ਗੱਲ ਹੈ ਜੀ, ਜੇ ਅਸੀਂ ਇਹਨੂੰ ਡਾਊਨਲੋਡ ਕਰਦੇ ਹਾਂ ਤਾਂ ਸਾਡੇ ਇਹ ਸਾਰਿਆਂ ਦੇ ਫਾਇਦੇ ਦੀ ਗੱਲ ਹੈ ਜੀ। ਬਿਲਕੁਲ ਜੀ। ਤੇ ਸਰ ਜਿਹੜੀ ਅਗਲੀ ਖਬਰ ਹੈ, ਕਹਿੰਦੇ ਕਿ ਜੇ ਤੁਸੀਂ ਆਈਲੈਂਡ ਤੇ ਕਿਸੇ ਫਸ ਜਾਵੋ, ਕੋਈ ਆਲੇ ਦੁਆਲੇ ਨਹੀਂ, ਕੋਈ ਹੈਲਪ ਕਰਨ ਲਈ ਨਹੀਂ ਹੈਗਾ, ਤੇ ਤੁਸੀਂ ਸਾਹਮਣੇ ਹੁੰਦੀ ਕੋਈ ਤੁਹਾਡੇ ਉੱਪਰੋਂ ਦੀ ਹੈਲੀਕਾਪਟਰ ਲੰਘਿਆ ਜਾਵੇ, ਤੁਸੀਂ ਉਹ ਤੋਂ ਕਿਵੇਂ ਹੈਲਪ ਮੰਗੋਗੇ? ਜਾਂ ਫਿਰ ਕੋਈ ਉੜਦਾ ਜਾਂਦਾ, ਕੋਈ ਇਸ ਵਕਤ ਮਿਲਟਰੀ ਦਾ ਕੋਈ ਜਹਾਜ਼ ਹੋਵੇ ਉਸ ਆਈਲੈਂਡ ਦੇ ਕੋਲੋਂ ਦੀ ਲੰਘ ਰਿਹਾ ਹੋਵੇ, ਤਾਂ ਤੁਸੀਂ ਕਿਵੇਂ ਆਪਣੀ ਮਦਦ ਦੀ ਗੱਲ ਉੱਥੋਂ ਤੱਕ ਪਹੁੰਚਾਓਗੇ? ਕਿਉਂਕਿ ਉੱਪਰੋਂ ਤਾਂ ਇੰਨੀ ਦੂਰੋਂ ਦੇਖ ਨਹੀਂ ਸਕਦਾ। ਇੱਕ ਐਵੇਂ ਦੇ ਹੀ ਕਹਿੰਦੇ ਕਿ ਆਈਲੈਂਡ ਤੇ 3 ਜਿਹੜੇ ਮਛੇਰੇ ਫਸ ਗਏ ਸੀ ਤੇ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਹੀ ਅਨੋਖੇ ਤਰੀਕੇ ਨਾਲ ਮਦਦ ਮੰਗੀ ਤੇ ਅਖੀਰ ਮਦਦ ਉਹਨਾਂ ਤੱਕ ਪਹੁੰਚ ਵੀ ਗਈ। ਇਹ ਪੈਸੀਫਿਕ ਦੇ ਏਰੀਆ 'ਚ ਹੈਗਾ ਜੀ, ਮਾਈਕਰੋਨੇਸ਼ੀਆ ਉਹ ਆਈਲੈਂਡ ਹੈਗਾ ਜੀ, ਬਹੁਤ ਛੋਟਾ ਆਈਲੈਂਡ ਆ। ਉਸ ਜਗ੍ਹਾ ਦੇ ਉੱਤੇ 3 ਬੰਦੇ ਫਸ ਗਏ ਔਰ ਇਹਨਾਂ ਨੇ ਅਖੀਰ ਉਹ ਜਿਹੜਾ ਇੰਟਰਨੈਸ਼ਨਲ ਸਾਈਨ ਹੈ ਤਰਨ SOS ਉਹਦੇ ਉੱਤੇ ਉਹਨਾਂ ਨੇ ਆਪਣੇ ਸੈਂਡ ਦੇ ਉੱਤੇ ਬਹੁਤ ਵੱਡਾ ਵਾਇਆ ਤੇ ਉੱਪਰੋਂ ਕੋਈ ਪਲੇਨ 'ਚ ਜਾਂਦਾ ਸੀਗਾ, ਉਹਨਾਂ ਨੂੰ ਦਿਸ ਗਿਆ ਤੇ ਅਖੀਰ ਉਹਨੂੰ ਰੈਸਕਿਊ ਕੀਤਾ। ਇਹ ਜਿਹੜਾ SOS ਸਾਈਨ ਹੈਗਾ ਤਰਨ, ਇਹਨੂੰ ਆਪਾਂ ਕਈਆਂ ਲੋਕਾਂ ਨੇ ਵੱਖਰੇ ਢੰਗ ਦੇ ਵਿੱਚ ਵਰਤਿਆ ਹੈਗਾ। ਮੋਰਸ ਕੋਡ ਹੈ ਐਕਚੁਅਲੀ ਇਹ ਸਟ੍ਰੇਟ 3 ਡਾਟਸ 3 ਡੈਸ਼ਸ 3 ਡਾਟਸ ਸਭ ਤੋਂ ਈਜ਼ੀ ਮਾਰਨੇ ਸੌਖੇ ਆ SOS ਲਿਖਣ ਵਾਸਤੇ। ਇਹ ਮੋਰਸ ਕੋਡ ਦਾ ਸਾਈਨ ਆ। ਹਾਂ, ਇਹਨੂੰ ਬਾਅਦ ਦੇ ਵਿੱਚ ਕਈਆਂ ਨੇ ਸ਼ਿਪਸ ਨੂੰ ਬਚਾਉਣ ਵਾਸਤੇ ਕੁਝ ਇਸ ਤਰ੍ਹਾਂ ਦੀ ਗੱਲਾਂ ਬਾਅਦ ਚ ਬਣੀਆਂ ਹੋਈਆਂ ਨੇ, ਬਟ ਇਟ ਇਜ਼ ਪਾਰਟ ਆਫ ਮੋਰਸ ਕੋਡ। ਉਹ ਤਾਂ ਸਭ ਤੋਂ ਸੌਖਾ ਸਿਗਨਲ ਹੈ, 3 ਡਾਟਸ 3 ਡੈਸ਼ਸ 3 ਡਾਟਸ, ਨਥਿੰਗ ਇਨ ਬਿਟਵੀਨ। ਸੋ SOS ਉਹਨਾਂ ਨੇ ਵਰਤਿਆ ਜੀ, ਕਿਸੇ ਨੇ ਦੇਖਿਆ, ਉਹ ਬਚਾਅ ਹੋ ਗਿਆ ਜੀ ਉਹਨਾਂ ਦਾ। ਬਿਲਕੁਲ ਜੀ। ਤੇ ਸਰ ਇੱਕ ਕੈਨੇਡਾ ਨਾਲ ਰੈਲੇਵੈਂਟ ਹੋਰ ਖਬਰ ਹੈ, ਟੋਰਾਂਟੋ ਦੀ ਇੱਕ ਬਿੱਲ ਜਿਹੜਾ ਟੈਨੈਂਟਸ ਨੂੰ ਲੈ ਕੇ ਉਹਨਾਂ ਦੇ ਅਗੇਂਸਟ ਕਹਿ ਲਵੋ ਜਾਂ ਕਿਵੇਂ ਕਹਿ ਲਵੋ ਕਿ ਇਹ ਪਾਸ ਹੋਇਆ, ਜਿਸ ਤੋਂ ਬਾਅਦ ਉੱਥੋਂ ਦੇ ਮੇਅਰ ਨੂੰ ਲੈ ਕੇ ਮੇਅਰ ਨੂੰ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਸੋ ਅੱਜ ਉਸ ਬਿੱਲ ਦੀ ਜਿਹੜੀ ਹੈ ਸ਼ੁਰੂਆਤ ਹੋ ਚੁੱਕੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਤਰਨ, ਇਟਸ ਅ ਵੈਰੀ ਕੰਪਲਿਕੇਟਡ ਸਬਜੈਕਟ। ਇਹਦੇ ਉੱਤੇ ਤੁਸੀਂ ਹਰ ਇੱਕ ਪਾਸੇ ਨੂੰ ਦੇਖੋਗੇ ਤਾਂ ਸਾਰੇ ਹੀ ਠੀਕ ਲੱਗਦੇ ਹੈਗੇ ਆ। ਜਿਹੜੇ ਲੈਂਡ ਓਨਰਸ ਨੇ ਜੀ, ਉਹ ਹੁਣ ਤੋਂ ਉਹ ਜਿਹੜੇ ਟੈਨੈਂਟਸ ਹੈਗੇ ਉਹਨਾਂ ਨੂੰ ਕੱਢ ਸਕਦੇ ਜੀ ਨੋਟਿਸ ਦੇ ਕੇ। ਇਹ ਹੁਣ ਤੋਂ ਸ਼ੁਰੂ ਹੋ ਗਿਆ, ਨਵਾਂ ਬਿੱਲ ਲਾਗੂ ਹੋ ਗਿਆ ਜੀ। ਇਹ ਤੋਂ 6000 ਬੰਦੇ ਨੂੰ ਤਾਂ ਤਰਨ ਜਿਹੜਾ ਨੋਟਿਸ ਹੈਗਾ ਡਿਊਰਿੰਗ ਦਾ COVID-19 ਮਿਲਿਆ ਹੈ, ਪਰ ਉਸ ਤੋਂ ਪਹਿਲਾਂ ਕਈ ਹੋਰ ਹਜ਼ਾਰਾਂ ਨੇ ਜਿਨ੍ਹਾਂ ਨੂੰ ਹੈਗਾ, ਔਰ ਉੱਤੇ ਕਾਰਵਾਈ ਸ਼ੁਰੂ ਹੋ ਗਈ ਹੈ ਜੀ। ਜਿਹੜੇ ਟੈਨੈਂਟਸ ਨੇ ਉਹਨਾਂ ਦੀ ਕਮੇਟੀਜ਼ ਵੀ ਬਣਾਈਆਂ ਨੇ, ਬਹੁਤ ਕੁਝ ਕੀਤਾ, ਪਰ ਮੈਨੂੰ ਨਹੀਂ ਲੱਗਦਾ ਜਿਹੜੀ ਸਰਕਾਰ ਹੈਗੀ, ਜਿਹੜਾ ਕਾਨੂੰਨ ਹੈਗਾ, ਕਾਨੂੰਨ ਦੇ ਮੁਤਾਬਕ ਜਿਹੜੇ ਟੈਨੈਂਟਸ ਹੈ ਜੀ ਉਹਨਾਂ ਨੂੰ ਥਾਵਾਂ ਛੱਡਣੀਆਂ ਪੈਣਗੀਆਂ। ਹੁਣ ਜੇ ਲੈਂਡਲੋਰਡ ਦੀ ਗੱਲ ਕਰੀਏ, ਲੈਂਡਲੋਰਡ ਨੇ ਵੀ ਆਪਦੀ ਇਨਵੈਸਟਮੈਂਟ ਕੀਤੀ ਹੋਈ ਹੈ। ਤੁਸੀਂ ਉਹਨਾਂ ਪ੍ਰੋਮਿਸ ਕੀਤਾ, ਤੁਸੀਂ ਉਹਨਾਂ ਐਗਰੀਮੈਂਟ ਕੀਤਾ ਪੈਸੇ ਦੇਣ ਦਾ, ਹਾਂ ਠੀਕ ਹੈ, ਜੌਬਸ ਚਲੀਆਂ ਗਈਆਂ ਨੇ, ਪਰ ਜੌਬ ਹੁਣ ਜੇ ਚਲੀਆਂ ਗਈਆਂ ਤਾਂ ਲੈਂਡਲੋਰਡ ਦਾ ਵੀ ਕੀ ਕਸੂਰ ਹੈਗਾ? ਪਰ ਲੈਂਡਲੋਰਡ ਵੀ ਕੀ ਕਰੇ, ਉਧਰੋਂ ਜੌਬ ਵਾਲਾ ਕਹਿੰਦਾ ਮੇਰੇ ਕੋਲ ਪੈਸੇ ਨਹੀਂ, ਕਿ ਮੈਂ ਤੁਹਾਨੂੰ ਪੈਸੇ ਕਿੱਥੋਂ ਦੇਵਾਂ? ਜਿਹੜੀ ਸਰਕਾਰ ਨੇ, ਆਪਾਂ ਕੁਝ ਅੱਗੇ ਵੀ ਗੱਲ ਕੀਤੀ ਕਿ ਅਸੀਂ ਆਪਸ ਵਿੱਚ ਰਾਜੀਨਾਮਾ ਕਰ ਸਕਦੇ ਹੋ, ਕਿਸੇ ਗੱਲ ਤੇ ਸੈਟਲਮੈਂਟ ਹੋ ਸਕਦੀ ਹੈ, ਪਰ ਮੈਨੂੰ ਨਹੀਂ ਲੱਗਦਾ ਜਿਹਨਾਂ ਦੀ ਸੈਟਲਮੈਂਟ ਨਹੀਂ ਹੋਈ, ਇਟਸ ਗੋਇੰ ਟੂ ਬੀ ਅ ਬਿਗ ਪ੍ਰੋਬਲਮ। ਬੜੀਆਂ ਨੋਟਿਸਿਸ ਆਲਰੇਡੀ ਚਲੇ ਗਏ ਨੇ, ਬਾਕੀ ਦੇ ਹੁਣ ਚਲੇ ਜਾਣਗੇ ਜੀ, ਕਿਉਂਕਿ ਜਿਹੜਾ ਬੋਰਡ ਹੈਗਾ ਉਹ ਆਲਰੇਡੀ ਬੈਠ ਗਿਆ ਤੇ ਉਹ ਫੈਸਲੇ ਕਰਨਾ ਸ਼ੁਰੂ ਕਰ ਦੇਵੇਗਾ ਜੀ। ਸਰ, ਤੁਹਾਨੂੰ ਇੱਕ ਆਪਸ਼ਨ ਦਿੱਤਾ ਜਾਵੇ ਤਾਂ ਤੁਸੀਂ ਦੋਵਾਂ ਚੋਂ ਕੀ ਚੂਜ਼ ਕਰੋਗੇ? ਟਰੰਪ ਸਾਹਿਬ ਨੂੰ ਜਾਣਨਾ ਜ਼ਿਆਦਾ ਪਸੰਦ ਕਰੋਗੇ ਜਾਂ ਟਰੰਪ ਸਾਹਿਬ ਕੀ ਪਾਲਿਸੀਜ਼ ਬਣਾਉਣਾ ਚਾਹੁੰਦੇ ਨੇ ਉਹਦੇ ਬਾਰੇ ਜਾਣਨਾ ਜ਼ਿਆਦਾ ਪਸੰਦ ਕਰੋਗੇ? ਕਿਉਂਕਿ ਜੀ ਤੁਸੀਂ ਦੱਸੋ ਪਹਿਲਾਂ ਕੀ ਕਰੋਗੇ? ਮੈਂ ਟਰੰਪ ਸਾਹਿਬ ਨੂੰ ਜਾਣਨਾ ਚਾਹੂੰਗੀ, ਕਿਉਂਕਿ ਉਹਨਾਂ ਨੂੰ ਜਾਣਗੀ ਤਾਂ ਆਪੇ ਸਮਝ ਲੂੰਗੀ ਕਿ ਕੀ ਪਾਲਿਸੀ ਉਹ ਬਣਾ ਸਕਦੇ ਆ, ਤਾਂ ਕੀ ਸੋਚ ਹੋ ਸਕਦੀ ਉਹਨਾਂ ਦੀ। ਦੇਖੋ ਜੀ, ਟਰੰਪ ਸਾਹਿਬ ਨੂੰ ਜਾਣ ਕੇ ਟਰੰਪ ਸਾਹਿਬ ਦੀ ਪਾਲਿਸੀ ਦੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ। ਤੁਹਾਨੂੰ ਪਤਾ ਹੀ ਹੋਵੇ, ਜਿਹੜਾ ਹੁਣ ਤਾਂ ਖੈਰ ਆਪਾਂ ਅੱਗੇ ਵੀ ਗੱਲ ਕਰਦੇ ਹਾਂ, ਪੈਟਰੋਲ ਪੀ ਕੇ ਗੱਲ ਕਰਦੇ ਹੈਗੇ ਆ, ਉਹਨਾਂ ਨੂੰ ਜੋ ਕੁਝ ਵੀ ਕਰਨਾ ਉਹਨਾਂ ਦੀ ਜੀ,
ਮੇਰੇ ਖਿਆਲ ਤੁਸੀਂ ਉਹਦੀ ਭਤੀਜੀ ਦੀ ਗੱਲ ਕਰ ਰਹੇ ਹੋ। ਬਿਲਕੁਲ ਜੀ, ਉਹਨਾਂ ਨੇ ਕਹਿੰਦੇ ਟਰੰਪ ਸਾਹਿਬ ਨੇ ਜਿਹੜੀ ਬੁੱਕ ਲਿਖੀ ਸੀ ਉਹ ਨਹੀਂ ਇੰਨੀ ਜ਼ਿਆਦਾ ਪਬਲਿਸ਼, ਉਹ ਨਹੀਂ ਇੰਨੀ ਜ਼ਿਆਦਾ ਵਿਕੀ ਜਿੰਨੀ ਕਿ ਟਰੰਪ ਸਾਹਿਬ ਦੇ ਉੱਤੇ ਬੁੱਕ ਲਿਖੀ ਗਈ ਸੀ ਉਹ ਵਿਕੀ ਹੈ। ਤਰਨ, ਟਰੰਪ ਸਾਹਿਬ ਦੀ ਇੱਕ ਕਿਤਾਬ ਹੈ ਜੀ, ਹਾਊ ਟੂ ਮੇਕ ਅ ਡੀਲ, ਕਿਉਂਕਿ ਇਹ ਡੀਲਾਂ ਹੀ ਬਣਾਉਂਦੇ ਆ। ਔਰ ਤੁਸੀਂ ਆਮ ਨੋਟ ਕੀਤਾ ਹੈਗਾ ਜਦੋਂ ਵੀ ਇਹ ਆਪਣਾ ਭਾਸ਼ਣ ਦਿੰਦੇ ਆ, ਜਦੋਂ ਕੋਈ ਗੱਲ ਕਰਦੇ ਆ, ਕਿਤੇ ਵੀ ਕੰਪਰੋਮਾਈਜ਼ ਦੀ ਵਰਡ ਨਹੀਂ ਵਰਤਦੇ ਤਾਂ ਡੀਲ ਹੀ ਵਰਤਦੇ ਆ। ਔਰ ਇਹਨਾਂ ਨੇ ਹਾਊ ਟੂ ਮੇਕ ਅ ਡੀਲ, ਉਹ ਕਿਤਾਬ ਜਿਹੜੀ ਵਿਕੀ ਹੈ ਜੀ, ਉਹਦੀ 1.2 ਮਿਲੀਅਨ ਕਾਪੀਜ਼ ਵਿਕੀਆਂ ਨੇ ਸੋ ਫਾਰ ਪਿਛਲੇ ਮੇਰੇ ਖਿਆਲ 10-12 ਸਾਲਾਂ ਦੇ ਵਿੱਚ। ਤੇ ਜਿਹੜੀ ਇਹਨੇ ਭਤੀਜੀ ਦੀ ਕਿਤਾਬ ਹੈਗੀ ਜੀ, ਇਹ ਉਹਨਾਂ ਦੀ ਕਿਤਾਬ ਨਾਲੋਂ ਕਿਤੇ ਵੱਧ ਆਲਰੇਡੀ ਵਿਕ ਚੁੱਕੀ ਹੈਗੀ ਜੀ। ਉਹਦੇ ਵਿੱਚ ਤਰਨ ਇੱਕ ਖਾਸ ਘਟਨਾ ਦਾ ਜ਼ਿਕਰ ਕੀਤਾ ਗਿਆ, ਟਰੰਪ ਸਾਹਿਬ ਦਾ ਸੁਭਾਅ ਦੱਸਿਆ ਗਿਆ ਉਹਦੇ 'ਚ। ਇਹ ਜਦੋਂ ਟਰੰਪ ਸਾਹਿਬ ਦੇ ਆਪਦੀ ਵਾਈਟ ਹਾਊਸ ਦੇ ਵਿੱਚ ਇਹਨਾਂ ਪਰਿਵਾਰ ਦਾ ਇਕੱਠ ਸੀਗਾ ਤੇ ਉਹਦੇ ਵਿੱਚ ਇਹਨਾਂ ਦੀ ਆਂਟੀ ਨੇ ਇੱਕ ਗੱਲ ਸੁਣਾਈ ਸੀਗੀ ਕਿ ਟਰੰਪ ਦੇ ਉੱਤੇ ਉਹਦੇ ਵੱਡੇ ਭਰਾ ਨੇ ਕਿਸੇ ਬੋਲ ਦੇ ਵਿੱਚ ਕੋਈ ਸਮਾਨ ਪਾਇਆ ਸੀ, ਉਹਦੇ ਸਿਰ ਦੇ ਉੱਤੇ ਮੁੱਦਾ ਮਾਰਤਾ ਸੀ। ਸਾਰਾ ਪਰਿਵਾਰ ਬਹੁਤ ਹੱਸਿਆ ਸੀ, ਟਰੰਪ ਨਹੀਂ ਸੀ ਹੱਸਿਆ ਉਹਦੇ ਉੱਤੇ। ਇਸ ਗੱਲ ਦਾ ਬਹੁਤ ਵੱਡਾ ਜ਼ਿਕਰ ਹੈਗਾ। ਉਹ ਕਹਿੰਦੇ ਵੀ ਇਹਦੇ ਵਿੱਚ ਐਕਚੁਅਲ ਪਰਸਨੈਲਿਟੀ ਟਰੰਪ ਦੀ ਆ ਰਹੀ ਹੈ, ਵੀ ਕਿਸੇ ਚੀਜ਼ ਨੂੰ ਇਹ ਲਾਈਟਲੀ ਲੈ ਨਹੀਂ ਸਕਦਾ ਔਰ ਬਹੁਤ ਜ਼ਿਆਦਾ ਬੜਾ ਗੁੱਸੇਖੋਰ ਨੇ। ਇਟਸ ਡਿਫਰੈਂਟ। ਔਰ ਜਿਹੜਾ ਉਸ ਬੁੱਕ ਦੇ ਵਿੱਚ ਪਾਰਟਨਰ ਸੀਗਾ ਇਹਨਾਂ ਦੇ ਨਾਲ ਦਾ, ਉਹ ਵੀ ਕਹਿੰਦਾ ਵੀ ਮੈਨੂੰ ਇਉਂ ਲੱਗਦਾ ਮੈਂ ਜੋ ਕੁਝ ਕੀਤਾ ਸੀਗਾ ਉਹ ਠੀਕ ਨਹੀਂ ਸੀ ਕੀਤਾ, ਮੈਂ ਇੱਕ ਮੌਨਸਟਰ ਕ੍ਰੀਏਟ ਕੀਤਾ ਹੈਗਾ। ਔਰ ਮੌਨਸਟਰ ਐਸਾ ਹੈਗਾ ਇਸ ਵੇਲੇ US ਦੇ ਵਿੱਚ ਸਭ ਪਾਸੇ ਤਰਥੱਲੀ ਮਚਾ ਰਿਹਾ ਜੀ। ਬਿਲਕੁਲ ਜੀ, ਤੇ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਤੁਹਾਡੇ ਇੰਟਰਸਟਿੰਗ ਫੈਕਟ ਜਾਣਨ ਤੋਂ ਪਹਿਲਾਂ ਇੱਕ ਲਾਸਟ ਖਬਰ ਜਿਹੜੀ ਡਿਸਕਸ ਕਰਨਾ ਚਾਹਾਂਗੇ, GTA ਯਾਨੀ ਕਿ ਜਿਹੜੀ ਉਹਨਾਂ ਨੇ GTA ਨੇ ਗ੍ਰੇਟਰ ਟੋਰਾਂਟੋ ਅਥਾਰਟੀ ਨੇ ਜਿਹੜੀ ATA ਨੂੰ ਇੱਕ ਆਫਰ ਦਿੱਤੀ ਸੀ ਜੋ ਕਿ ATA ਵੱਲੋਂ ਰਿਜੈਕਟ ਕਰ ਦਿੱਤੀ ਗਈ ਹੈ, ਟੈਕਸੀ ਐਸੋਸੀਏਸ਼ਨ ਵੱਲੋਂ। ਸਰ ਉਹ ਕੀ ਚੀਜ਼ ਸੀ? ਤਰਨ, ਬਹੁਤ ਆਪਣੇ ਲੋਕ ਹੈਗੇ ਨੇ ਜਿਹੜੇ ਸ਼ੇਅਰ ਕਰਦੇ ਨੇ ਆਪਣੇ ਨਾਲ, ਆਪਣਾ ਪ੍ਰੋਗਰਾਮ ਦੇਖਦੇ ਨੇ, ਜਿਹੜੇ GTA ਜਿਹੜਾ 에ਅਰਪੋਰਟ ਦੇ ਉੱਤੇ ਟੈਕਸੀ ਤੇ ਡੈਮੋ ਇੰਡਸਟਰੀ ਨਾਲ ਸੰਬੰਧਿਤ ਨੇ। ਜਿਹੜੀ ਆਫਰ ਸੀਗੀ ਜੀ GTA ਨੇ, ਉਹ ਇਹ ਸੀਗੀ ਕਿ ਅਸੀਂ ਜਿਹੜੇ ਪਹਿਲੇ 3 ਮਹੀਨੇ ਆ ਉਹਨਾਂ ਦੀ ਜਿਹੜੀ GTA ਦੀ ਫੀਸ ਹੈਗੀ ਆ ਅਸੀਂ ਉਹ ਮਾਫ ਕਰ ਦਿੱਤੀ ਹੈ ਤੇ ਉਸ ਤੋਂ ਅਗਲੇ 6 ਮਹੀਨਿਆਂ ਦੀ ਫੀਸ ਅੱਧੀ ਕਰ ਦਿੱਤੀ ਹੈ, ਜਿਹੜੀ ਤਕਰੀਬਨ $750 ਦੇ ਨੇੜੇ ਤੇੜੇ ਹੈਗੀ ਆ। ਪਰ ਉਹਦੇ ਵਿੱਚ ਕੁਝ ਇੱਕ ਜਦੋਂ ATA ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਚੱਲੀਆਂ ਉਹਦੇ ਵਿੱਚ ਉਹਨਾਂ ਦੀ ਗੱਲ ਫਿੱਟ ਨਹੀਂ ਆ ਰਹੀ। ਔਰ ਉਹਨਾਂ ਨੇ ਅੱਜ ਵੀ ਹੁਣ ਵੀ ਇਹੀ ਗੱਲ ਕਹੀ ਹੈ GTA ਨੇ, ਉਹਨਾਂ ਦੀ ਆਫਰ ਹੁਣ ਵੀ ਇਹੀ ਹੈ ਕਿ ਜਿਹੜਾ ਸਾਡੀਆਂ ਗੱਲਾਂ ਮੰਨਦਾ, ਸਾਡੇ ਨਾਲ ਐਗਰੀ ਕਰਦਾ ਹੈਗਾ, ਉਹ ਗੱਲਾਂ ਕਿਹੜੀਆਂ ਨੇ ਆਉਣ ਵਾਲੀਆਂ ਸਮੇਂ ਦੇ ਵਿੱਚ ਜਿਹੜੀਆਂ ਚੇਂਜਸ ਆ ਰਹੀਆਂ ਨੇ ਉਹਦੇ ਬਾਰੇ ਨੇ। ਜਿਹੜਾ ਐਗਰੀ ਕਰਦਾ ਉਹਦੇ ਨਾਲ ਅਜੇ ਵੀ GTA ਦਾ ਉਹੀ ਕੰਟਰੈਕਟ, ਉਹ ਜਿਹੜੀ ਗੱਲ ਹੈਗੀ ਆ ਖੜੀ ਆ, ਮੀਨ ਅਗਲੇ 6 ਮਹੀਨਿਆਂ ਦੀ ਅੱਧੀ ਫੀਸ ਹੈਗੀ ਹੈ। ਜਿਹੜਾ ਨਹੀਂ ਕਰਦਾ ਉਹਨਾਂ ਨੂੰ ਕਹਿੰਦੇ ਜੀ ਫੀਸ ਪੂਰੀ ਦੇਣੀ ਪਵੇਗੀ। ਔਰ ਉਹਨਾਂ ਨੇ ਆਲਰੇਡੀ ਫੀਸ ਪੂਰੀ ਲੈਣੀ ਇਸ ਮਹੀਨੇ ਤੋਂ ਸ਼ੁਰੂ ਕਰ ਦਿੱਤੀ ਹੈ। ਇਹ ਹਜੇ ਰੇੜਕਾ ਮੁੱਕਣ ਵਾਲਾ ਲੱਗਦਾ ਨਹੀਂ ਹੈ ਜੀ, ਪਤਾ ਨਹੀਂ ਕਿੱਥੇ ਤੱਕ ਜਾਏਗਾ। ATA ਆਪਣੀ ਥਾਂ ਤੇ ਅੜੀ ਹੋਈ ਹੈ ਜੀ, ਤੇ GTA ਨੇ ਕਿ ਗੱਲ ਦੱਸੀ ਸੀ ਵੀ ਅਸੀਂ ਜਿੰਨੇ ਕੁ ਤੁਹਾਨੂੰ ਛੋਟ ਦੇਣੀ ਸੀ ਅਸੀਂ ਉਹ ਦੇ ਚੁੱਕੇ ਹਾਂ, ਕਿਉਂਕਿ ਕਹਿੰਦੇ ਸਾਡਾ ਇੱਥੇ 400 ਬਿਜ਼ਨਸ ਹੋਰ ਆ, ਅਸੀਂ ਉਹਨਾਂ ਨੂੰ ਵੀ ਛੋਟ ਦੇਣੀ ਆ। ATA ਇਹ ਕਹਿ ਰਹੀ ਹੈ ਕਿ ਜਿਹੜੀ ਫੈਡਰਲ ਗਵਰਨਮੈਂਟ ਆ ਉਹਨੇ ਜਿਹੜੀ ਤੁਹਾਨੂੰ ਮਦਦ ਕੀਤੀ ਹੋਈ ਹੈ ਉਹ ਤੁਸੀਂ ਸਾਨੂੰ ਪਾਸ ਆਨ ਕਰੋ। ਔਰ GTA ਕਹਿ ਰਿਹਾ ਵੀ ਅਸੀਂ ਇੰਨਾ ਹੀ ਕਰ ਸਕਦੇ ਹਾਂ। ਹੁਣ ਪਤਾ ਨਹੀਂ ਗੱਲ ਕਦੋਂ ਨਿਬੜੇਗੀ ਜੀ। ਜੀ ਬਿਲਕੁਲ, ਤੇ ਇਸ ਤੋਂ ਬਾਅਦ ਹੁਣ ਵਾਰੀ ਹੈ ਜੀ ਤੁਹਾਡੇ ਇੰਟਰਸਟਿੰਗ ਫੈਕਟ ਦੀ ਕਿ ਅੱਜ ਅਸੀਂ ਕਿਸ ਚੀਜ਼ ਦੇ ਬਾਰੇ ਵਿੱਚ ਜਾਣਕਾਰੀ ਲਵਾਂਗੇ। ਨਾਲ ਹੀ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਅਸੀਂ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਲਾਈਵ ਲੈ ਕੇ ਹਾਜ਼ਰ ਹੋਵਾਂਗੇ, ਜਿਹਦੇ ਵਿੱਚ ਤੁਸੀਂ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡੀ ਕੋਈ ਕੁਐਰੀ ਹੈਗੀ ਹੈ, ਕੋਈ ਕੁਐਸਚਨ ਪੁੱਟ ਕਰਨਾ ਚਾਹੁੰਦੇ ਹੋ, ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਕੁਝ ਤੁਸੀਂ ਜਾਣਨਾ ਚਾਹੁੰਦੇ ਹੋ, ਸਾਨੂੰ ਇਸ ਤੋਂ ਬਾਅਦ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ ਜੀ। ਸਰ ਅੱਜ ਦੇ ਇੰਟਰਸਟਿੰਗ ਫੈਕਟ ਦੀ ਗੱਲ ਕਰੀਏ, ਅੱਜ ਫਿਰ ਅਸੀਂ ਤੁਹਾਡੀ ਕਿਹੜੀ ਚੀਜ਼ ਨੂੰ ਬੁੱਝਣਾ ਆ? ਅੱਜ ਜੀ ਪਰਸਨੈਲਿਟੀ ਹੈ। ਪਰਸਨੈਲਿਟੀ, ਹਾਂਜੀ। ਇਹਨਾਂ ਦਾ ਜਨਮ 1937 ਚ ਹੋਇਆ ਜੀ ਤੇ ਨੈਰੋਬੀ ਚ 1951 ਦੇ ਵਿੱਚ ਚਲੇ ਗਏ ਸੀਗੇ। ਪਾਤੜ ਕਲਾਂ ਦੇ ਇਹਨਾਂ ਦਾ ਜਨਮ ਹੋਇਆ ਹੈ ਜੀ। ਇਹ ਸਿੰਗਰ ਨੇ ਜੀ। 5 ਸਾਲ ਦੀ ਉਮਰ ਤੋਂ ਇਹਨਾਂ ਨੇ ਸ਼ੁਰੂ ਕੀਤਾ ਇਹ ਸ਼ਬਦ ਭਜਨ ਗਾਉਣ ਲੱਗ ਪਏ ਸੀਗੇ ਜੀ। ਅਖੀਰ ਇਹ ਜੀ ਈਸਟ ਅਫਰੀਕਾ ਜਦੋਂ ਗਏ ਆ 1951 ਤੇ ਉੱਥੇ ਜਾ ਕੇ ਰੇਡੀਓ ਦੇ ਉੱਤੇ ਬੜੇ ਮਸ਼ਹੂਰ ਸਿੰਗਰ ਹੋ ਗਏ ਸੀਗੇ ਜੀ। ਔਰ ਇਹਨਾਂ ਨੂੰ ਈਸਟ ਅਫਰੀਕਾ ਦਾ ਮੁਹੰਮਦ ਰਫੀ ਕਿਹਾ ਜਾਂਦਾ ਸੀ। ਮੁਹੰਮਦ ਰਫੀ ਹੁਣੀ ਫਿਲਮ ਦੀ ਪ੍ਰਮੋਸ਼ਨ ਵਾਸਤੇ ਗਏ ਸੀਗੇ 14ਵੀਂ ਕੱਚਾ। ਉੱਥੇ ਇਹਨਾਂ ਨੇ ਮੁਹੰਮਦ ਰਫੀ ਹੁਣਾਂ ਦੀ ਇਜਾਜ਼ਤ ਦੇ ਨਾਲ ਉਹਨਾਂ ਨੂੰ ਇਹ ਗਾਣਾ ਗਾ ਕੇ ਸੁਣਾਇਆ ਸੀ, ਜਿਹਦੇ ਉੱਤੇ ਕਿ ਮੁਹੰਮਦ ਰਫੀ ਸਾਹਿਬ ਬਹੁਤ ਖੁਸ਼ ਹੋਏ ਸੀਗੇ ਜੀ। ਇਹਨਾਂ ਦੀ ਅੰਬੀ ਦਾ ਬੂਟਾ ਇੱਕ ਐਲਬਮ ਆਈ ਸੀ, ਜਿਹੜੀ ਕਿ ਇਹਨਾਂ UK ਦੇ ਵਿੱਚ ਜਾ ਕੇ ਉਸ ਤੋਂ ਬਾਅਦ ਮੂਵ ਹੋ ਗਏ UK ਦੇ ਵਿੱਚ, ਉੱਥੇ ਜਾ ਕੇ ਇਹ ਐਲਬਮ ਕੱਢੀ ਸੀਗੀ ਜੀ। ਅੰਬੀ ਦਾ ਬੂਟਾ ਮੋਹਨ ਸਿੰਘ ਦੀ ਕਵਿਤਾ ਘਰ ਵਿਹੜੇ ਸਾਡੇ ਲੱਗਾ ਨਹੀਂ, ਬਹੁਤ ਸੋਹਣੀ ਕਵਿਤਾ, ਬੜਾ ਸੋਹਣਾ ਗਾਇਆ ਹੈ। ਸਲਮਾ ਕੀ ਯਾਦ ਮੇਂ ਇਹਨਾਂ ਨੇ ਕੱਢੀ ਸੀਗੀ ਜੀ। ਇਹ ਪਹਿਲੇ ਐਸੇ ਏਸ਼ੀਅਨ ਸਿੰਗਰ ਸੀਗੇ ਅਫਰੀਕਾ ਦੇ ਵਿੱਚ ਜਿਹਨੂੰ ਕਿ ਫਿਲਿਪਸ ਕੰਪਨੀ ਨੇ ਰਿਕਾਰਡ ਵਾਸਤੇ ਸਾਈਨ ਕੀਤਾ ਸੀਗਾ ਜੀ। ਲਤਾ ਮੰਗੇਸ਼ਕਰ, ਆਸਾ ਭੋਂਸਲੇ, ਮਹਿੰਦਰ ਕਪੂਰ ਦੇ ਨਾਲ ਵੀ ਇਹਨਾਂ ਨੇ ਗਾਣੇ ਗਾਏ ਨੇ ਜੀ। ਆਏ ਜੀ ਕੁਝ ਆਉਣਾ ਚਾਹੀਦਾ? ਨਹੀਂ, ਬਿਲਕੁਲ
ਬਿਲਕੁਲ ਜੀ, ਮੈਨੂੰ ਲੱਗਦਾ ਅੱਜ ਗੂਗਲ ਓਪਨ ਨਹੀਂ ਹੋਇਆ ਕਿਸੇ ਦਾ। ਆਓ ਜੀ ਥੋੜਾ ਜਿਹਾ ਇਹਨਾਂ ਨੂੰ ਤੁਸੀਂ ਡੇਟ ਆਫ ਬਰਥ ਨਹੀਂ ਨਾ ਦੱਸਦੇ ਫਿਰ ਅੱਜ ਕੱਲ। ਬੰਬੇ ਇੰਡਸਟਰੀ ਇਹਨਾਂ ਦਾ ਇੱਕ ਗਾਣਾ ਹੈਗਾ ਜੀ, ਘਰ ਲੰਬੜਾ ਦੇ ਕਿੱਕਲੀ ਪਾਵੇ ਬੱਲੇ ਬੱਲੇ ਪਿੰਡ ਦੀ ਕੁੜੀ, ਢੋਲ ਦੇ ਉੱਤੇ ਗਾਇਆ ਗਿਆ। ਉਹਨਾਂ ਬਹੁਤ ਘੱਟ ਲੋਕਾਂ ਨੇ ਉਹਨਾਂ ਸਮੇਂ 'ਚ ਢੋਲ ਤੇ ਗਾਣਾ ਗਾਇਆ ਸੀਗਾ, ਇਹਨਾਂ ਨੇ ਉਹ ਗਾਣਾ ਗਾਇਆ ਜੀ, ਘਰ ਲੰਬੜਾ ਦੇ ਕਿੱਕਲੀ ਪਾਵੇ ਬੱਲੇ ਬੱਲੇ ਪਿੰਡ ਦੀ ਕੁੜੀ। ਜੀ ਬਿਲਕੁਲ ਨਹੀਂ, ਅਜੇ ਤਾਂ ਕੋਈ ਜਵਾਬ ਨਹੀਂ ਆਇਆ। ਮੈਨੂੰ ਲੱਗਦਾ ਅੱਜ ਕਈਆਂ ਦੇ ਜਿਹੜੇ ਗੂਗਲ ਗੁਰੂ ਚੱਲ ਨਹੀਂ ਰਹੇ ਹੋਣੇ ਹੈਗੇ, ਜਾਂ ਸਮਾਂ ਨਹੀਂ ਮਿਲਿਆ ਹੋਣਾ ਗੂਗਲ ਤੇ ਸਰਚ ਮਾਰਨ ਦਾ। ਜੀ ਦੱਸੋ। ਦੀਦਾਰ ਸਿੰਘ ਪਰਦੇਸੀ, ਦੀਦਾਰ ਸਿੰਘ ਪਰਦੇਸੀ ਹੈ ਜਿਨ੍ਹਾਂ ਨਾਲ ਬਹੁਤ ਮਸ਼ਹੂਰ ਅਫਰੀਕਾ ਦੇ ਵਿੱਚ ਉਹੀ ਅਫਰੀਕਨ ਸਟਾਈਲ ਦੀ ਦਸਤਾਰ ਸਜਾਉਂਦੇ ਆ ਜੀ, ਉੱਥੇ ਬਹੁਤ ਮਸ਼ਹੂਰ ਹੋਏ ਨੇ। ਔਰ ਦੀਦਾਰ ਸਿੰਘ ਪਰਦੇਸੀ ਹੈ ਜਿਨ੍ਹਾਂ ਨਾਲ ਅੱਜ ਨਹੀਂ ਕਾਫੀ ਜੀ। ਬਿਲਕੁਲ ਜੀ, ਕੱਲ ਨੂੰ ਫੇਰ ਮਿਲਾਂਗੇ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਸਰ ਪ੍ਰੋਗਰਾਮ 'ਚ ਸਾਥ ਦੇਣ ਦੇ ਲਈ। ਤੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ, ਜੋਕ ਸਰ ਪਾਰਟ ਅਸੀਂ ਗੂਗਲ ਦਾ ਵੈਸੇ ਹੀ ਮਜ਼ਾਕ ਉਡਾਉਂਦੇ ਨੇ, ਸਾਨੂੰ ਪਤਾ ਕਿ ਸਾਡੇ ਦਰਸ਼ਕਾਂ ਦੀ ਜਨਰਲ ਨੌਲੇਜ ਕਾਫੀ ਜ਼ਿਆਦਾ ਗੁੱਡ ਆ। ਸੋ ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਥੋੜੇ ਜਿਹੇ ਸਮੇਂ ਬਾਅਦ ਅਸੀਂ ਕੁਝ ਮਿੰਟਾਂ ਬਾਅਦ ਹੀ ਫਿਰ ਹਾਜ਼ਰ ਹੋਵਾਂਗੇ ਲੈ ਕੇ ਇਮੀਗ੍ਰੇਸ਼ਨ ਸੰਬੰਧੀ ਪ੍ਰੋਗਰਾਮ। ਕੋਈ ਵੀ ਤੁਹਾਡੀ ਇਮੀਗ੍ਰੇਸ਼ਨ ਸੰਬੰਧੀ ਸਵਾਲ ਆ ਸਾਨੂੰ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ੍ਰੀ ਅਕਾਲ।